ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਪਹਿਲਾ। ਸਿਰ ਖੁਹਾਏ ਪਿਅਹਿ ਮਲ ਵਾਣੇ, ਝੂਠਾ ਮੰਗ ਮੰਗ ਖਾਹੇ। ਫੋਲ ਫਦੀਹਤ ਮੋਹ ਲੈਨ ਪੜਾਸਾ, ਪਾਣੀ ਦੇਖ ਸੰਗਾਹੇ। ਸਿਰ ਖੁਹਾਏ ਪਿਅਹਿ ਮਲ ਵਾਣੇ, ਝੂਠਾ ਮੰਗ ਮੰਗ ਖਾਹੇ। ਫੋਲ ਫਦੀਹਤ ਮੋਹ ਲੈਨ ਪੜਾਸਾ, ਪਾਣੀ ਦੇਖ ਸੰਗਾਹੇ। ਭੇਡਾਂ ਵਾਂਗੇ ਸਿਰ ਖੁਹਾਇਨ, ਭਰੀਅਨ ਹੱਥ ਸੁਆਹੇ। ਮਾਉ ਪਿਓ ਕਿਰਤ ਗਵਾਇਨ, ਟੱਬਰ ਰੋਵਨ ਤਾਹੇ। ਓਨਾ ਪਿੰਡ ਨਾ ਪਤਲ ਕਿਰਿਆ ਨਾ ਦੇਵਾ, ਮੁਏ ਕਿਥਾਉ ਪਾਹੇ। 68 ਤੀਰਥ ਦੇਨ ਨਾ ਟੋਏ, ਬ੍ਰਾਹਮਣ ਅੰਨ ਨਾ ਖਾਹੇ। ਸਦਾ ਕੁਚੇਲ ਰਹੇ ਦਿਨ ਰਾਤੇ, ਮੱਥਾ ਟਿਕੇ ਨਾਹੇ। ਝੁੰਡੀ ਪਾਏ ਬਹਿਨ ਨਿਤ ਮਰਣ, ਦੜ ਦੀਵਾਨ ਨਾ ਜਾਹੇ। ਲੱਕੀ ਕਾਸੇ ਹੱਥੇ ਫੁੰਮਣ, ਅਗੋ ਪਿਛੇ ਜਾਹੇ। ਨਾ ਓਏ ਜੋਗੇ ਨਾ ਓਏ ਜੰਗਮ, ਨਾ ਓਏ ਕਾਜੇ ਮੁੱਲਾ। ਦਈਏ ਵਿਗੋਏ ਫਿਰ ਹੈ ਵਿਗੋਤੇ, ਫਿੱਟਾਂ ਵਤੈ ਗੱਲਾਂ। ਜਿਆ ਮਾਰ ਜਿਵਾਲੇ ਸੋਏ, ਅਵਰ ਨਾ ਕੋਏ ਰਖੈ। ਦਾਨ ਹੋਤੈ ਇਸ਼ਨਾਨ ਹੋ ਵੰਜੈ, ਭਸ ਪਏ ਸਿਰ ਖੁਥੈ। ਪਾਣੀ ਵਿੱਚੋਂ ਰਤਨ ਉਪਨੇ, ਮੇਰ ਕੀਆ ਮਾਧਾਣੇ। 68 ਤੀਰਥ ਦੇਵੇ ਥਾਪੇ, ਪੁਰਬੇ ਲਗੈ ਬਾਣੇ। ਨਹਾਏ ਨਿਵਾਜਾ ਨਹਾਤੈ ਪੂਜਾ, ਨਹਾਵਨ ਸਦਾ ਸੁਜਾਣੇ। ਮੋਇਆ ਜਿਵਦਿਆਂ ਗਤ ਹੋਵੈ, ਜਾਂ ਸਿਰ ਪਾਈਐ ਪਾਣੇ। ਨਾਨਕ ਸਿਰ ਖੁਥੈ ਸੈਤਾਨੇ, ਇਨਾ ਗਲ ਨਾ ਪਾਣੇ। ਉਠੈ ਹੋਇਐ ਹੋਏ ਬਿਲਾਵਲ, ਜਿਆਂ ਜੁਗਤ ਸਮਾਣੇ। ਉਠੈ ਅਨ ਕਮਾਦ ਕਪਾਹਾ, ਸਭ ਸੈ ਪੜਦਾ ਹੋਵੈ। ਉਠੈ ਕਾਹੋ ਚਰਹਿ ਨਿਤ ਸੁਰਹੇ, ਸਾ ਧਨ ਦਹੇ ਬਿਲੋਵੈ। ਤੇਤ ਕੇ ਹੋਮ ਜਾਗ ਸਾਧ ਪੂਜਾ, ਪਈਐ ਕਾਰਜ ਸੋਹੈ। ਗੁਰੂ ਸਮੁੰਦ ਨਦੀ ਸਭ ਸਿੱਖੇ, ਨਹਾਤੈ ਜਿਤ ਵਡਿਆਏ। ਨਾਨਕ ਜੇ ਸਿਰ ਖੁਥੇ ਨਹਾਵਨ ਨਾਹੀ,
ਤਾਂ ਸਤ ਚੱਟੇ ਸਿਰ ਛਾਏ। ਗੁਰੂ ਸਮੁੰਦ ਨਦੀ ਸਭ ਸਿੱਖੇ, ਨਹਾਤਾ ਜਿਤ ਵਡਿਆਏ। ਨਾਨਕ ਜੇ ਸਿਰ ਖੁਥੇ ਨਹਾਵਨ ਨਹਾਏ, ਤਾਂ ਸਤ ਚੱਟੇ ਸਿਰ ਛਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ, ਜਗ ਦੀ ਜੋਤ, ਦੀਨਾ ਬੰਧੂ, ਕਿਰਪਾ ਦੇ ਸਾਗਰ, ਪਤਿਤ ਪਾਵਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਦਇਆ ਸਦਕਾ ਜੋਜੀ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਵਿਖੇ ਇਹ ਸਤ ਸੰਗਤ ਦੀਆਂ ਘੜੀਆਂ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਲੜੀਵਾਰ ਤੁਰਕੀ ਬਾਣੀ ਦੀ ਕਥਾ ਦਾ ਸਮਾਂ ਹੈ। ਪਿਆਰ ਸ਼ਰਧਾ ਨਾਲ ਮਨ ਇਕਾਗਰ ਕਰਕੇ ਸਤਿਗੁਰੂ ਜੀ ਦਾ ਅੰਮ੍ਰਿਤ ਉਪਦੇਸ਼ ਸਰਵਣ ਕਰੀਏ। ਸਾਧ ਸੰਗਤ ਜੀ, ਵਿਸ਼ੇਸ਼ ਕਰਕੇ ਜਿਸ ਨੂੰ ਘੱਲੂਘਾਰੇ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ, ਜਿਸ ਨੂੰ ਹਕੂਮਤ ਨੇ ਸਾਕਾ ਨੀਲਾ ਤਾਰਾ ਦਾ ਨਾਮ ਦਿੱਤਾ ਸੀਗਾ, ਸਤਿਗੁਰੂ ਜੀ ਦਾ ਪਵਿੱਤਰ ਅਸਥਾਨ, ਪੰਥ ਦਾ ਵਾਹਿਦ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਜਿੱਥੇ ਭਾਰਤ ਦੇਸ਼ ਦੀਆਂ ਫੌਜਾਂ ਨੇ ਸਭ ਕਾਨੂੰਨਾਂ ਦੀ ਉਲੰਘਣਾ ਕਰਦਿਆਂ ਹੋਇਆਂ ਬਹੁਤ ਭਾਰੀ ਜਿੱਥੇ ਸਿੱਖਾਂ ਦਾ ਜਾਨੀ ਨੁਕਸਾਨ ਹੋਇਆ, ਸਤਿਗੁਰਾਂ ਜੀ ਦੇ ਪਾਵਨ ਅਸਥਾਨ ਦੀ ਮਾਣ ਮਰਿਆਦਾ ਨੂੰ ਭੰਗ ਕੀਤਾ, ਬਹੁਤ ਭਾਰੀ ਬੇਅਦਬੀ ਕੀਤੀ। ਉਹ ਸ਼ਹੀਦਾਂ ਦਾ ਡੁੱਲਿਆ ਹੋਇਆ ਖੂਨ, ਜਿਨ੍ਹਾਂ ਨੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਮਾਣ ਮਰਿਆਦਾ ਵਾਸਤੇ, ਸਿੱਖੀ ਦੀ ਅਣਖ ਤੇ ਗੈਰਤ ਵਾਸਤੇ, ਸਵੈ ਮਾਣ ਨਾਲ ਜਿਉਣ ਵਾਸਤੇ ਆਪਣੇ ਸਰੀਰ ਦੀਆਂ ਆਹੂਤੀਆਂ ਦਿੱਤੀਆਂ। ਖਿੜੇ ਮੱਥੇ ਹੱਸਦਿਆਂ ਹੋਇਆਂ ਸ਼ਹਾਦਤ ਦੀ ਦੇਵੀ ਨੂੰ ਵਰਿਆ। ਉਹਨਾਂ ਮਰ ਜੀਵੜਿਆਂ ਦੀ ਇਹ ਦਿਹਾੜੇ ਸਾਨੂੰ ਯਾਦ ਦਿਵਾਉਂਦੇ ਹੈ। ਇਸ ਦੀ ਆਰੰਭਤਾ ਤਾਂ ਭਾਵੇਂ ਕਈ ਦਿਨ ਪਹਿਲਾਂ ਹੀ ਜ਼ਾਲਮ ਹਕੂਮਤ ਵੱਲੋਂ ਹੋ ਚੁੱਕੀ ਸੀ, ਪਰ 2 ਤੇ 3 ਜੂਨ ਦੀ ਦਰਮਿਆਨੀ ਰਾਤ ਨੂੰ ਫਿਰ ਜ਼ਬਰਦਸਤ ਹਮਲੇ ਜਿਹੜੇ ਸੀ ਉਹ ਆਰੰਭ ਹੋ ਗਏ ਸਨ। ਇਹ ਸਾਰੀ ਵਾਰਤਾ ਆਪਾਂ 6 ਜੂਨ ਤੱਕ ਹੌਲੀ ਹੌਲੀ ਸਰਵਣ ਕਰਾਂਗੇ। ਇਹ ਸਾਰੇ ਤੱਥ ਕਿਵੇਂ ਬਣੇ, ਕਿਉਂਕਿ ਬੜਾ ਅਫਸੋਸ ਹੈ ਅੱਜ ਵੀ ਸਿੱਖਾਂ ਦਾ ਚਿਹਰਾ ਜਿਹੜਾ ਨਾ ਉਹ ਵੱਖਵਾਦੀ ਤੇ ਅੱਤਵਾਦੀ ਕਹਿ ਕਰਕੇ ਸੰਸਾਰ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ, ਜਦੋਂ ਕਿ ਕੁਝ ਇਮਾਨਦਾਰ ਲੋਕਾਂ ਨੇ ਵੀ ਸਰਕਾਰ ਦੇ
ਚਿਹਰੇ ਨੂੰ ਨੰਗਿਆਂ ਕਰ ਦਿੱਤਾ। ਕੁਝ ਫੌਜ ਦੇ ਇਮਾਨਦਾਰ ਆਫੀਸਰਾਂ ਨੇ, ਜੋ ਕਿ ਸਾਧ ਸੰਗਤ ਜੀ ਉਹਨਾਂ ਦੀਆਂ ਕਿਤਾਬਾਂ ਵੀ ਲਿਖੀਆਂ ਜਾ ਚੁੱਕੀਆਂ, ਉਹਨਾਂ ਦੀਆਂ ਇੰਟਰਵਿਊ ਵਗੈਰਾ ਪਈਆਂ ਹੋਈਆਂ ਹਨ ਨੈਟ ਦੇ ਉੱਪਰ, ਭਾਵੇਂ ਉਹ ਸਰੀਰ ਕਰਕੇ ਅੱਜ ਸੰਸਾਰ ਵਿੱਚ ਨਹੀਂ ਹਨ, ਪਰ ਫਿਰ ਵੀ ਜੋ ਸੱਚ ਦੇ ਤੱਥ ਨੇ ਉਹਨਾਂ ਨੇ ਉਜਾਗਰ ਕਰਨ ਦਾ ਯਤਨ ਕੀਤਾ। ਪਰ ਇਹ ਉਜਾਗਰ ਕਿਉਂ ਨਹੀਂ ਏਡੇ ਵੱਡੇ ਪੱਧਰ ਤੇ ਹੁੰਦੇ? ਇੱਕ ਤਾਂ ਹਕੂਮਤ ਦਾ ਜ਼ੋਰ ਹੁੰਦਾ, ਕਿਉਂਕਿ ਹਕੂਮਤ ਅੱਜ ਵੀ ਨਹੀਂ ਚਾਹੁੰਦੀ ਕਿ ਜੂਨ 1984 ਦਾ ਸੱਚ ਸਾਹਮਣੇ ਆਵੇ, ਦੇਸ਼ ਦੇ ਆਵਾਮ ਦੇ ਸਾਹਮਣੇ ਆਵੇ। ਉਹ ਨਹੀਂ ਚਾਹੁੰਦੇ ਕਿ ਪਤਾ ਲੱਗੇ ਦੇਸ਼ ਦੇ ਵਾਸੀਆਂ ਨੂੰ ਕਿ ਇਹ ਸਰਕਾਰ ਨੇ ਕਿਉਂ ਕੀਤਾ, ਇਹਦੇ ਪਿੱਛੇ ਕਾਰਨ ਕੀ ਸੀਗੇ। ਹਾਲਾਂਕਿ ਇਹ ਵੀ ਦੱਸਦੇ ਹੈ ਕਿ ਇਹ ਇੰਟਰਨੈਸ਼ਨਲ ਕਾਨੂੰਨ ਬਣਿਆ ਹੋਇਆ ਹੈ ਕਿ ਜਿਸ ਵਾਕਿਆ ਨੂੰ 30 ਸਾਲ ਬਤੀਤ ਹੋ ਜਾਣ, ਉਸ ਦੇ ਤੱਥ ਜਿਹੜੇ ਆ ਉਹ ਇਤਿਹਾਸ ਸਹੀ ਰੂਪ ਵਿੱਚ ਬਣ ਸਕੇ, ਉਹ ਜਨਤਕ ਕਰ ਦੇਣੇ ਚਾਹੀਦੇ ਆ। ਉਸੇ ਹੀ ਕਾਨੂੰਨ ਦੇ ਤਹਿਤ ਜੋ ਇੰਗਲੈਂਡ ਦਾ ਕੋਈ ਅਧਿਕਾਰੀ ਸੀ, ਉਸਨੇ ਉਹ ਕੁਝ ਪੇਪਰ ਦਸਤਾਵੇਜ਼ ਜਿਹੜੇ ਸੀ ਉਹ ਉਜਾਗਰ ਕਰਨੇ ਚਾਹੇ, ਪਰ ਉਸ ਨੂੰ ਉੱਥੇ ਹੀ ਦਬਾ ਲਿਆ ਗਿਆ। ਅੱਜ ਵੀ ਸਿੱਖਾਂ ਦਾ ਚਿਹਰਾ ਜਿਹੜਾ ਹੈ ਉਹ ਦੇਸ਼ ਦੇ ਅੰਦਰ ਤੇ ਦੇਸ਼ ਤੋਂ ਬਾਹਰ ਦੁਨੀਆ ਦੇ ਸਾਹਮਣੇ ਹਕੂਮਤ ਵੱਲੋਂ ਇਹੀ ਪੇਸ਼ ਕੀਤਾ ਜਾਂਦਾ ਹੈ ਕਿ ਇਹ ਦੇਸ਼ ਦੀ ਅਖੰਡਤਾ ਨੂੰ ਖਤਰਾ ਹੈ, ਇਹਨਾਂ ਨੇ ਕਤਲੋਗਾਰਤ ਕੀਤੀ ਹੈ, ਇਹ ਆਤੰਕਵਾਦੀ ਲੋਕ ਹਨ, ਗਊ ਗਰੀਬ ਦਾ ਖੂਨ ਵਹਾਉਂਦੇ ਹੈ ਤੇ ਅਮਨ ਪਸੰਦ ਨਹੀਂ ਹਨ, ਜਰਾਇਮ ਪੇਸ਼ਾ ਲੋਕ ਹਨ। ਇਹ ਹਕੂਮਤ ਅੱਜ ਵੀ ਸਿੱਖਾਂ ਦਾ ਚਿਹਰਾ ਇਹੋ ਜਿਹਾ ਹੀ ਸਾਹਮਣੇ ਪੇਸ਼ ਕਰਦੀ ਹੈ। ਪਰ ਸਾਧ ਸੰਗਤ ਜੀ, ਜ਼ਰੂਰੀ ਹਨ ਇਹ ਗੱਲਾਂ ਕਿ ਅਸਲ ਵਿੱਚ ਇਹ ਸਾਰੇ ਤੱਥ ਕੀ ਸਨ। ਜਦੋਂ ਕਿ ਦੇਸ਼ ਦੇ ਉੱਚ ਅਹੁਦੇ ਤੇ, ਜ਼ਿੰਮੇਵਾਰੀ ਵਾਲੇ ਅਹੁਦੇ ਤੇ ਬੈਠਿਆਂ ਹੋਇਆਂ ਕੋਈ ਬਾਹਰਲਿਆਂ ਦੇਸ਼ਾਂ ਦੀਆਂ ਏਜੰਸੀਆਂ ਨਾਲ ਗੱਲਬਾਤ ਕਰਕੇ ਆਪਣੇ ਹੀ ਦੇਸ਼ ਦੇ ਇੱਕ ਫਿਰਕੇ ਨੂੰ ਨੁਕਸਾਨ ਪਹੁੰਚਾਉਣਾ ਚਾਹੇ ਉਹ ਮੌਕੇ ਦਾ ਪ੍ਰਧਾਨ ਮੰਤਰੀ ਹੀ ਕਿਉਂ ਨਾ ਹੋਵੇ, ਕਿ ਦੇਸ਼ ਨਾਲ ਉਹ ਗਦਾਰੀ ਨਹੀਂ ਕਰ ਰਿਹਾ? ਜਿਹੜਾ ਇਲਜ਼ਾਮ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਤੇ ਲਾਇਆ ਜਾਂਦਾ ਹੈ ਕਿ ਇਹਨਾਂ ਦੇ ਜੀ ਪਾਕਿਸਤਾਨ ਦੀ ASI ਏਜੰਸੀ ਦੇ ਨਾਲ ਸੰਬੰਧ ਸੀਗੇ, ਇਹਨਾਂ ਦੀ ਟਰਾਂਸਮੀਟਰ ਤੇ ਗੱਲ ਹੁੰਦੀ ਹੈ, ਬਹੁਤ ਕੁਝ ਇਹਨਾਂ ਨੇ ਉੱਥੇ ਛਾਣਬੀਣ ਕੀਤੀ, ਬਹੁਤ ਵਾਰੀ ਤਲਾਸ਼ੀ ਲਈ, ਕੁਝ ਜ਼ਿੰਮੇਵਾਰ ਅਧਿਕਾਰੀਆਂ ਨੇ ਵੀ ਜਾ ਕਰਕੇ ਜਿਹੜੀ ਸੀ ਆਪਣੀ ਤਸੱਲੀ ਕੀਤੀ, ਪਰ ਉੱਥੋਂ ਕੁਝ ਵੀ ਪ੍ਰਾਪਤ ਨਹੀਂ ਹੋਇਆ। ਇੱਕ ਵੀ ਇਹਨਾਂ ਨੂੰ ਕੋਈ ਇਹੋ ਜਿਹਾ ਸਬੂਤ ਨਹੀਂ ਮਿਲਿਆ ਜਿਹੜਾ ਕਿ ਇਹ ਦਾਅਵੇ ਨਾਲ ਕਹਿ ਸਕਣ ਕਿ ਮਹਾਂਪੁਰਖਾਂ ਦੇ ਕਿਸੇ ਬਾਹਰਲੀ ਦੇਸ਼ ਦੀ ਏਜੰਸੀ ਨਾਲ ਸੰਬੰਧ ਸਨ। ਪਰ ਮੌਕੇ ਦੀ ਪ੍ਰਧਾਨ ਮੰਤਰੀ ਦੇ ਬਾਹਰਲੀਆਂ ਏਜੰਸੀਆਂ ਨਾਲ ਸੰਬੰਧ ਹੋਣ ਦੇ ਤੱਥ ਕੁਝ ਜ਼ਿੰਮੇਵਾਰ ਵਿਅਕਤੀਆਂ ਨੇ ਪ੍ਰਗਟ ਕਰ ਦਿੱਤੇ ਹੈ ਕਿ ਉਹਨੇ ਜਿਹੜੇ ਦੇਸ਼ ਦੀ ਅਖੰਡਤਾ ਨੂੰ ਠੇਸ ਪਹੁੰਚਾਉਣਾ ਚਾਹੁੰਦੀਆਂ ਸੀ, ਜਿਹੜੀਆਂ ਤਾਕਤਾਂ ਧਰਮ ਨੂੰ ਨਹੀਂ ਸੀ ਪ੍ਰਫੁੱਲਤ ਹੋਣ ਦੇਣਾ ਚਾਹੁੰਦੀਆਂ, ਤੇ ਸਰਕਾਰ ਨੇ ਉਹਨਾਂ ਦੇ ਕਹੇ ਲੱਗ ਕਰਕੇ ਸਿੱਖਾਂ ਨੂੰ ਸਬਕ ਸਿਖਾਉਣ ਦਾ ਮਨ ਬਣਾਇਆ। ਤੇ ਜੇ ਇਹੋ ਜਿਹੇ, ਕਿਉਂਕਿ ਰੋਜ਼ ਮੈਂ ਜ਼ਰੂਰ ਬੇਨਤੀ ਕਰਾਂਗਾ ਕਿ ਉਹ ਤੱਥ ਜਿਹੜੇ ਹੈ ਉਹ ਸਾਨੂੰ ਪਤਾ ਲੱਗਣ। ਸਾਨੂੰ ਪਤਾ ਕਿਉਂ ਨਹੀਂ ਲੱਗਦੇ? ਕਿ ਤਾਂ ਅਸੀਂ ਅਵੇਸਲੇ ਹਾਂ, ਜਾਗਰੂਕ ਨਹੀਂ ਹਾਂ।
ਧਿਆਨ ਨਹੀਂ ਕਰਦੇ ਹਾਂ। ਤੇ ਦੂਸਰਾ ਸਾਧ ਸੰਗਤ ਜੀ ਵੱਡਾ ਕਾਰਨ ਹੁੰਦਾ ਜਦੋਂ ਹਕੂਮਤ ਹੀ ਨਾ ਚਾਹੇ ਕਿ ਕਿਸੇ ਨੂੰ ਪਤਾ ਲੱਗੇ, ਤਾਂ ਫਿਰ ਉਹਨਾਂ ਤੱਥਾਂ ਨੂੰ ਦਬਾ ਵੀ ਲਿਆ ਜਾਂਦਾ ਹੈ। ਸੰਸਾਰ ਉਦੋਂ ਹੀ ਕਿਸੇ ਚੀਜ਼ ਨੂੰ ਵੇਖਦਾ ਜਦੋਂ ਉਸ ਨੂੰ ਬਹੁਤ ਜ਼ਿਆਦਾ ਹਾਈਲਾਈਟ ਕੀਤਾ ਜਾਵੇ। ਜਿਹੜੇ ਦਾਨੇ ਪੁਰਸ਼ ਹੁੰਦੇ ਆ, ਸਿਆਣੇ ਹੁੰਦੇ ਆ, ਉਹ ਖੋਜ ਕੇ ਵੀ ਸੱਚ ਲੱਭ ਲੈਂਦੇ ਆ। ਉਹ ਵੇਖ ਲੈਂਦੇ ਆ ਤਰਾਜੂ ਵਿੱਚ ਤੋਲ ਕਰਕੇ ਕਿ ਸਮੇਂ ਦੀ ਸਥਿਤੀ ਕੀ ਸੀ, ਜਾਂ ਉਸ ਸਮੇਂ ਦੇ ਕੁਝ ਜਿਹੜੇ ਸੱਚ ਤੇ ਪਹਿਰਾ ਦੇਣ ਵਾਲੇ ਸਨ, ਜਾਂ ਜਿਨ੍ਹਾਂ ਦੀ ਥੋੜੀ ਬਹੁਤ ਜ਼ਮੀਰ ਸੀਗੀ ਅੰਦਰ, ਉਹਨਾਂ ਨੇ ਇਸ ਸਾਰੇ ਵਾਕਿਆ ਦਾ ਕੀ ਮੁਲਾਂਕਣ ਕੀਤਾ। ਕੇਵਲ ਇਹ ਨਹੀਂ ਸਾਧ ਸੰਗਤ ਜੀ ਕਿ ਸਿੱਖ ਰਾਈਟਰਾਂ ਨੇ ਕਿਹਾ ਜਾਂ ਸਿੱਖ ਆਫੀਸਰਾਂ ਨੇ ਕਿਹਾ, ਇਸ ਸਚਾਈ ਨੂੰ ਕਈ ਗੈਰ ਸਿੱਖਾਂ ਨੇ ਵੀ ਜਿਹੜਾ ਹੈ ਉਜਾਗਰ ਕੀਤਾ ਹੈ। ਕੱਲ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦਾ ਜਨਮ ਦਿਹਾੜਾ ਲੰਘਿਆ, ਜਿਨ੍ਹਾਂ ਨੇ ਇਹ ਸਾਧ ਸੰਗਤ ਜੀ ਪੰਥ ਦੇ ਸਵੈਮਾਨ ਵਾਸਤੇ ਇਹ ਮੋਰਚਾ ਲਾਇਆ, ਸਿੱਖੀ ਦੀ ਚੜ੍ਹਦੀ ਕਲਾ ਵਾਸਤੇ ਇਹ ਮੋਰਚਾ ਲਾਇਆ। ਮਹਾਂਪੁਰਖਾਂ ਦੇ ਸਰੂਪ ਨੂੰ ਧੁੰਦਲਾ ਕਰਨ ਲਈ, ਉਹਨਾਂ ਦੀ ਜਿਹੜੀ ਹਰਮਨ ਪਿਆਰਤਾ ਅੱਜ ਵੀ ਜੋ ਵੱਧ ਰਹੀ ਹੈ, ਉਸ ਨੂੰ ਵੀ ਕਈ ਤਰੀਕੇ ਨਾਲ ਰੋਕਣ ਲਈ ਅਜੋਕੇ ਸਮੇਂ ਵਿੱਚ ਵੀ ਬੜੀਆਂ ਕੋਸ਼ਿਸ਼ਾਂ ਤੇ ਯਤਨ ਕੀਤੇ ਗਏ। ਕਿਉਂਕਿ ਜਿਹੜੀ ਕੋਈ ਆਵਾਮ ਨੂੰ ਆਜ਼ਾਦੀ ਹੁੰਦੀ ਹੈ, ਸਿੱਖਾਂ ਲਈ ਉਹ ਆਜ਼ਾਦੀ ਵੀ ਸਾਧ ਸੰਗਤ ਜੀ ਜਿਹੜੀ ਸੀ ਨਹੀਂ ਸੀਗੀ। ਉਸ ਆਜ਼ਾਦੀ ਦਾ ਵੀ ਜਿਹੜਾ ਸੀ ਨਾ ਹੱਕ ਸਿੱਖਾਂ ਦਾ ਗਲਾ ਘੁੱਟਿਆ ਗਿਆ ਤੇ ਅੱਜ ਤੱਕ ਘੁੱਟਿਆ ਜਾ ਰਿਹਾ। ਜੇ ਇਹ ਕਹਿਣ ਕਿ ਜੂਨ 1984 ਦਾ ਘੱਲੂਘਾਰਾ ਵੀ ਨਹੀਂ ਮਨਾਉਣਾ ਚਾਹੀਦਾ, ਜਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਚੇਤੇ ਕਰਕੇ ਉਹ ਸਾਰੀ ਜਿਹੜੀ ਸੂਰਮਤਾਈ ਦੀ ਕਥਾ ਹੈ, ਉਹਨਾਂ ਦੀ ਕੁਰਬਾਨੀ ਹੈ, ਉਹ ਕਹਿਣੀ ਨਹੀਂ ਚਾਹੀਦੀ। ਇਹ ਤਾਂ ਸਾਧ ਸੰਗਤ ਜੀ ਫਿਰ ਜ਼ੁਲਮ ਦਾ ਹੋਰ ਕੀ ਸਰੂਪ ਹੁੰਦਾ ਹੈ। ਇੱਕ ਤਾਂ ਅਨਿਆਏ ਕੀਤਾ, ਬਹੁਤ ਭਾਰੀ ਜ਼ੁਲਮ ਢਾਹਿਆ, ਤੇ ਦੂਸਰਾ ਉਸ ਜ਼ੁਲਮ ਦੀ ਬਾਬਤ ਕਹਿਣਾ ਕਿ ਨਾਮ ਹੀ ਨਾ ਲਹੋ, ਜ਼ਿਕਰ ਵੀ ਨਾ ਕਰੋ। ਜੋ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਦੇਸ਼ ਦੇ ਅੰਦਰ ਅਮਨ ਤੇ ਕਾਨੂੰਨ ਨੂੰ ਬਹਾਲ ਰੱਖਣਾ, ਇਹ ਜ਼ਿੰਮੇਵਾਰੀ ਸਰਕਾਰ ਦੇ ਹੱਥ ਹੈ, ਪ੍ਰਸ਼ਾਸਨ ਦੇ ਹੱਥ ਹੈ। ਜੇ ਕੋਈ ਕਿਤੇ ਗਰੀਬ ਨਾਲ ਧੱਕਾ ਹੁੰਦਾ ਹੈ, ਕਿਸੇ ਦੀ ਬਹੂ ਬੇਟੀ ਦੀ ਇੱਜ਼ਤ ਨੂੰ ਕੋਈ ਹੱਥ ਪਾਉਂਦਾ ਹੈ, ਕਿ ਉਹਦਾ ਜਵਾਬ ਦੇਵ ਕੌਣ ਹੈ? ਪ੍ਰਸ਼ਾਸਨ ਹੈ ਕਿ ਹਕੂਮਤ ਹੈ? ਉਹ ਹਕੂਮਤ ਕਰ ਰਹੇ ਹੈ, ਉਹ ਜਨਤਾ ਨੂੰ ਜਵਾਬਦੇਹ ਹਨ। ਪਰ ਪੰਜਾਬ ਦੇ ਅੰਦਰ ਇਹ ਜੀ ਹਨੇਰੀ ਝੁੱਲੀ ਸੀ ਜ਼ੁਲਮ ਦੀ, ਉਹ ਵੀ ਖਾਸ ਕਰਕੇ ਸਿੱਖਾਂ ਦੇ ਉੱਪਰ। ਤੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਹੋਣੀ। ਮੈਂ ਇੱਕ ਦੋ ਤੱਥ ਕਹਿ ਕੇ ਅੱਜ ਲੜੀਵਾਰ ਕਥਾ ਆਰੰਭ ਕਰ ਦਿਆਂਗਾ, ਕਿਉਂਕਿ ਅੱਜ ਸ਼ਲੋਕ ਦੇ ਅਰਥ ਹੀ ਹੋਣਗੇ, ਪਰ ਸ਼ਲੋਕ ਵੀ ਵੱਡਾ ਹੈ। ਜੋ ਸਾਧ ਸੰਗਤ ਜੀ ਅਨਿਆਏ ਹੁੰਦਾ ਨਾ, ਜਿਹੜਾ ਆਮ ਸਧਾਰਨ ਜ਼ਿੰਦਗੀ ਜਿਉਣ ਵਾਲਾ ਹੈ, ਉਹਦੇ ਕੋਲੋਂ ਵੀ ਅਨਿਆਂ ਬਰਦਾਸ਼ਤ ਨਹੀਂ ਹੁੰਦਾ। ਭਾਵੇਂ ਉਹ ਕਰ ਕੁਝ ਨਹੀਂ ਸਕਦਾ, ਪਰ ਉਸ ਦੇ ਮਨ ਦੇ ਅੰਦਰ ਬਹੁਤ ਦੁੱਖ ਹੁੰਦਾ ਹੈ, ਤੇ ਸਮਾਜ ਤੋਂ ਉਹਨਾਂ ਦਾ ਮਨ ਭੰਗ ਹੋ ਜਾਂਦਾ ਹੈ, ਹਕੂਮਤ ਤੋਂ ਉਹਨਾਂ ਦਾ ਮਨ ਭੰਗ ਹੋ ਜਾਂਦਾ ਹੈ। ਪਰ ਜਿਹੜੀਆਂ ਰੂਹਾਂ ਵਿਸ਼ੇਸ਼ ਕਰਕੇ ਧਰਤੀ ਤੇ ਆਈਆਂ ਹੀ ਇਸੇ ਕਰਕੇ ਹੁੰਦੀਆਂ ਕਿ ਉਹਨਾਂ ਨੇ ਧਰਮ ਨੂੰ ਸਥਾਪਿਤ ਕਰਨਾ ਹੈ ਤੇ ਜ਼ੁਲਮ ਨੂੰ ਨਾਸ਼ ਕਰਨਾ ਹੈ, ਉਹ ਫਿਰ ਜ਼ੁਲਮ ਬਰਦਾਸ਼ਤ ਨਹੀਂ ਕਰਦੀਆਂ। ਉਹ ਜ਼ੁਲਮ ਸਹਿਣ ਨਾਲੋਂ ਮਰ ਜਾਣ ਨੂੰ ਤਰਜੀਹ ਦਿੰਦੇ ਹੈ। ਇਹੀ ਗੱਲ ਹੈ ਕਿ ਸਿੱਖ ਕੌਮ ਦੇ ਅੰਦਰ ਇਹ ਸਪਿਰਿਟ ਜ਼ਿਆਦੇ ਹੈ।
ਉਹਦਾ ਕਾਰਨ ਇਹ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਦਿੱਤੀ ਹੋਈ ਦਾਤ ਹੈ। ਸਤਿਗੁਰੂ ਜੀ ਨੇ ਆਖਿਆ ਕਿ ਜਿੱਲਤ ਦੀ ਜ਼ਿੰਦਗੀ ਜਿਉਣ ਨਾਲੋਂ ਅਣਖ ਦੀ ਮੌਤ ਮਰ ਜਾਣਾ, ਇਹੀ ਮੇਰੀ ਸਿੱਖੀ ਹੈ। ਸਿੱਖਾਂ ਨੇ ਇਸੇ ਕਰਕੇ ਸਦਾ ਵਾਸਤੇ ਇਸੇ ਰਾਹ ਨੂੰ ਅਪਣਾਇਆ ਕਿ ਅਸੀਂ ਜ਼ਿੱਲਤ ਦੀ ਜ਼ਿੰਦਗੀ ਨਹੀਂ ਜਿਉਣੀ, ਗੁਲਾਮਾਂ ਵਾਲੀ ਜ਼ਿੰਦਗੀ ਨਹੀਂ ਜਿਉਣੀ, ਐਸੀ ਅਪਮਾਨਜਨਕ ਜ਼ਿੰਦਗੀ ਨਹੀਂ ਜਿਉਣੀ ਜਿਸ ਜ਼ਿੰਦਗੀ ਦੇ ਅੰਦਰ ਸਿੱਖਾਂ ਦੀਆਂ ਧੀਆਂ ਭੈਣਾਂ ਨੂੰ ਨੰਗਿਆਂ ਕੀਤਾ ਜਾਂਦਾ ਹੋਵੇ ਅਤੇ ਇਹੋ ਜਿਹੀਆਂ ਹਰਕਤਾਂ ਹਕੂਮਤ ਵੱਲੋਂ ਕੀਤੀਆਂ ਜਾਂਦੀਆਂ ਹੋਣ ਤੇ ਉਹਨਾਂ ਅਧਿਕਾਰੀਆਂ ਨੂੰ ਕੋਈ ਸਜ਼ਾ ਨਾ ਸਰਕਾਰ ਦੇਵੇ, ਸਗੋਂ ਉਹਨਾਂ ਦੀਆਂ ਕੁਰਸੀਆਂ ਤੇ ਉਹਨਾਂ ਦੇ ਰੁਤਬੇ ਵਧਾ ਦੇਵੇ। ਇਹੋ ਜਿਹੀਆਂ ਬੇਅੰਤ ਘਟਨਾਵਾਂ ਨੇ, ਜਿਨ੍ਹਾਂ ਘਟਨਾਵਾਂ ਦਾ ਜ਼ਿਕਰ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਆਪਣੀਆਂ ਸਪੀਚਾਂ ਦੇ ਵਿੱਚ ਦਿੱਤਾ ਹੋਇਆ ਹੈ। ਉਹਦੇ ਤੱਥ ਮਹਾਂਪੁਰਖਾਂ ਨੇ ਪੇਸ਼ ਕੀਤੇ ਹੈ। ਜਿਹੜਾ ਕੋਤਵਾਲੀ ਹੁੰਦੀ ਹੈ, ਇਹ ਕਾਨੂੰਨ ਦੀ ਵਿਵਸਥਾ ਵਾਸਤੇ ਬਣਾਈਆਂ ਗਈਆਂ ਹੁੰਦੀਆਂ ਨਾ, ਤੇ ਅੱਜ ਵੀ ਜੇ ਵੇਖੀਏ ਤੇ ਸਿੱਖਾਂ ਦੇ ਮਨਾਂ ਦੇ ਅੰਦਰ ਥਾਣਿਆਂ ਦੀ ਕੀ ਤਸਵੀਰ ਹੈ, ਕੋਤਵਾਲੀਆਂ ਦੀ ਕੀ ਤਸਵੀਰ ਹੈ। ਹਰ ਕੋਈ ਇਮਾਨਦਾਰ ਬੰਦਾ ਉੱਥੇ ਜਾਣ ਤੋਂ ਝਿਜਕਦਾ ਹੈ, ਡਰ ਮਹਿਸੂਸ ਕਰਦਾ ਹੈ। ਤੇ ਇਹ ਦੋਸ਼ ਆਵਾਮ ਦਾ ਹੈ ਕਿ ਜਾਂ ਹਕੂਮਤ ਦਾ ਹੈ? ਅੱਜ ਵੀ ਜੋ ਕੁਝ ਹਾਲਾਤ ਹਨ, ਇਹ ਕੋਤਵਾਲੀਆਂ, ਇਹ ਥਾਣੇ ਕਾਹਦੇ ਲਈ ਬਣਾਏ ਜਾਂਦੇ ਆ? ਅਮਨ ਵਿਵਸਥਾ ਦੀ ਜਿਹੜੀ ਸਾਰੀ ਹਾਲਤ ਹੈ ਉਹਨੂੰ ਕਾਇਮ ਰੱਖਣ ਵਾਸਤੇ। ਪਰ ਅੱਜ ਵੀ ਸਿੱਖ ਇਹੀ ਮਹਿਸੂਸ ਕਰਦਾ ਹੈ ਕਿ ਮੇਰੀ ਇੱਜ਼ਤ ਜਿਹੜੀ ਆ ਉਹ ਥਾਣੇ ਵਿੱਚ ਲਾ ਦਿੱਤੀ ਜਾਵੇਗੀ। ਮਹਿਫੂਜ਼ ਨਹੀਂ ਆਪਣੇ ਆਪ ਨੂੰ ਮਹਿਸੂਸ ਕਰਦੇ। ਤੇ ਉਸ ਸਮੇਂ ਦੇ ਵਾਕਿਆ ਹਨ। ਸਿੱਖਾਂ ਦੀ ਲੜਕੀ ਕੱਲ ਖੁਰਦ ਥਾਣੇ ਦੀ ਇਹ ਮਹਾਂਪੁਰਖਾਂ ਨੇ ਬਾਤ ਕਹੀ ਹੈ। ਉਸ ਦੇ ਪਿਤਾ ਨੂੰ ਅਤੇ ਉਸ ਦੀ ਪੁੱਤਰੀ ਨੂੰ ਨੰਗਿਆਂ ਕਰਕੇ ਉਸ ਦੇ ਪਿਤਾ ਨੂੰ ਉਸ ਦੇ ਉੱਪਰ ਪਾਇਆ ਗਿਆ। ਦੱਸੋ, ਇਹ ਇਨਸਾਨੀਅਤ ਦੀਆਂ ਧੱਜੀਆਂ ਨਹੀਂ ਉਡਾਈਆਂ ਗਈਆਂ? ਇਸ ਤੋਂ ਵੱਧ ਹੈਵਾਨਪੁਣਾ ਜਿਹੜਾ ਉਹ ਕੀ ਹੋ ਸਕਦਾ ਹੈ? ਫਿਰ ਮੌਕੇ ਦੇ ਡੀਐਸਪੀ ਨੇ, ਅਫਸਰ ਨੇ, ਸਿੱਖਾਂ ਦੀ ਲੜਕੀ ਨੂੰ ਨਿਰਵਸਤਰ ਕਰਕੇ ਉਹਦੇ ਅਸਤਰਾਂ ਤੋਂ ਪਕੜ ਕਰਕੇ ਉਹਨੂੰ ਨੰਗਿਆਂ ਪਿੰਡ ਵਿੱਚ ਘੁਮਾਇਆ। ਤੇ ਕਿਸੇ ਨੇ ਉਸ ਸਮੇਂ ਇਸ ਗੱਲ ਦਾ ਜਵਾਬ ਨਹੀਂ ਦਿੱਤਾ। ਜੇ ਦਿੱਤਾ ਤੇ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਜਵਾਬ ਦਿੱਤਾ ਕਿ ਅਸੀਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਿੱਖ ਹਾਂ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਿੱਖ ਹਾਂ, ਮਰਦ ਸਤਿਗੁਰੂ ਦੇ ਸਿੱਖ ਹਾਂ। ਇਸ ਕਰਕੇ ਅਸੀਂ ਖੁਸਰੇ ਨਹੀਂ। ਇਹਨਾਂ ਕੀਤੀਆਂ ਹੋਈਆਂ ਕਾਰਵਾਈਆਂ ਦਾ ਸਰਕਾਰ ਨੂੰ ਜਵਾਬ ਜ਼ਰੂਰ ਦੇਵਾਂਗੇ। ਉਹਨਾਂ ਨੂੰ ਖਮਿਆਜਾ ਭੁਗਤਣਾ ਪਵੇਗਾ। ਜੇ ਵੇਖੋ ਸਰਕਾਰ ਦੀ ਨੀਅਤ ਠੀਕ ਹੁੰਦੀ ਤਾਂ ਫਿਰ ਇਹੋ ਜਿਹੀਆਂ ਕਾਰਵਾਈਆਂ ਨੂੰ ਕੀ ਠੱਲ ਨਹੀਂ ਸੀ ਪਾਈ ਜਾ ਸਕਦੀ। ਅੱਜ ਵੀ ਪਿਛਲਾ ਦੌਰ ਲੰਘਿਆ ਸੀ ਸਾਧ ਸੰਗਤ ਜੀ, ਸਾਰੇ ਸਿੱਖ ਹਿਰਦੇ ਵਲੂੰਦਰੇ ਗਏ ਸੀ। ਕਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬੇਅਦਬੀ ਹੋਈ ਤੇ ਕੀ ਉਹਨਾਂ ਦੋਸ਼ੀਆਂ ਨੂੰ ਸਜ਼ਾ ਮਿਲੀ? ਸਰਕਾਰ ਕਿਉਂ ਚੁਣਦੀ ਹੈ ਜਨਤਾ? ਹਕੂਮਤ ਦਾ ਕੀ ਕੰਮ ਹੁੰਦਾ ਹੈ? ਕੇਵਲ ਵੱਡੀਆਂ ਵੱਡੀਆਂ ਕਾਰਾਂ ਤੇ ਬੱਤੀਆਂ ਲਾ ਕਰਕੇ ਤੇ ਆਪਣੇ ਅੱਗੇ ਪਿੱਛੇ ਬਾਡੀਗਾਰਡਾਂ ਨੂੰ ਘੁਮਾ ਕਰਕੇ ਉਸੇ ਹੀ ਜਨਤਾ ਨੂੰ ਆਪ ਦਾ ਰੋਹਬ ਦਿਖਾ ਕਰਕੇ ਆਪਣੀ ਜਿਹੜੀ ਅਫਸਰਸ਼ਾਹੀ ਤੇ ਆਪਣੀ ਲੀਡਰੀ ਨੂੰ ਕਾਇਮ ਰੱਖਣਾ, ਇਹ ਹਕੂਮਤ ਹੁੰਦੀ ਹੈ? ਅੱਜ ਆਜ਼ਾਦ ਦੇਸ਼ਾਂ ਦੇ ਬਸ਼ਿੰਦੇ ਸਾਧ ਸੰਗਤ ਜੀ ਜਿਉਂਦੇ ਹੈ, ਆਜ਼ਾਦੀ ਦੀ ਸਾਂਸ ਲੈਂਦੇ ਹੈ। ਉਹਨਾਂ ਦੇਸ਼ਾਂ ਵਿੱਚ ਜਾਈਏ ਪਤਾ ਲੱਗਦਾ ਹੈ ਕਿ ਆਜ਼ਾਦੀ ਕੀ ਹੁੰਦੀ ਹੈ। ਅੱਜ ਵੀ ਇਹੋ ਜਿਹੇ ਹਾਲਾਤ ਹੈ ਜਿਨ੍ਹਾਂ ਨੂੰ ਅਸੀਂ ਆਪਣਾ ਇਸ਼ਟ ਦੇਵ ਮੰਨਦੇ ਹਾਂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਭਾਵੇਂ ਕਿ ਹਜ਼ੂਰ ਦੀ ਬੇਅਦਬੀ ਕੋਈ ਕਰ ਨਹੀਂ ਸਕਦਾ, ਪਰ ਫਿਰ ਵੀ ਅਸੀਂ ਗੁਰੂ ਮਹਾਰਾਜ ਸਾਹਿਬ ਜੀ ਨੂੰ ਪ੍ਰਗਟ ਗੁਰਾਂ ਕੀ ਦੇਹ ਮੰਨਦੇ ਹਾਂ ਨਾ।
सिख दी ये शरधा है, भावना है। इस करके असीं तां महाराज साहब दे शरीर नाल छोए हुए रुमाले साहब दा भी अदब करदे हां, भावें कि वो कपड़ा है पर साडे लई वो भी पूजनीक है। जिस पालकी विच भावें वो लकड़ दी पालकी है जां सोने दी पालकी है, साडे वास्ते वो भी सत्कारयोग है, क्योंकि गुरुदेव उस पलंगे ते प्रकाशमान हुंदे है। ते सतगुरु जी दा एडा अपमान किया गया। फिर ये कहा जाए कि सिखो तुसीं इस देश दे आजाद वासी हाँ, किवें सिख महसूस करन कि असीं इस देश दे आजाद बशिंदे हाँ। ते वो कारवाइयां लगातार बादस्तूर चल रही हैं। इहो जिहियां कई घटनावां दा महापुरखां ने जिक्र किया। किसे मंत्री दे लड़के ने एक सिखां दी नौजवान लड़की नूं उठाया ते अपने किसी फार्म हाउस ते शैलर दे उत्ते रख के 14 दिन उस दे नाल बलात्कार किया। ते उस गरीब पिता दी किसी थाणे विच सुनवाई नहीं हुई। ये लिखता ये तत्थ केवल महापुरखां दे कहे हुए नहीं, सरकारी दस्तावेज भी ने। ये नहीं कि महापुरखां ने किसी नूं भड़काउण लई कह दिता सीगा, सरकारी दस्तावेज ने बकायदा। ते जदों फिर ओदी सुनवाई किते नहीं हुई, कोई ओदी रिपोर्ट तक लिखण नूं तैयार नहीं। 14 दिन नौजवान लड़की नूं चुके नूं हो जाण ते कोई थाणा रिपोर्ट ना लिखे ते मुगल राज की सीगा। जिस हुकूमत नूं गुरु गोबिंद सिंह सच्चे पातशाह ने आपदे साहबजादियां दी कुर्बानी दे करके जड़ों पुट दिता, हुकूमत की सी। जे मुगल हुकूमत दा दौर पढ़ोगे तुहानू सारा कुछ यही मिलेगा। ते जिस वक्त महापुरखां दे कोल फिर उन्होंने पता लगा कि भाई हुण होर कोई थां नहीं है, मैनू तां गुरु घर रह गया। फिर वो श्रीमान संत बाबा जरनैल सिंह जी महाराज कोल आया ते उसने आपदी सारी विथ्या दसी कि महाराज आह कारण है, मेरी रिपोर्ट भी कोई नहीं लिखता। फिर साध संगत जी महापुरखा ने आपदे वसीलियां नाल ओ मंत्री दा लड़का पकड़ के उत्थे लियांदा ते फिर मंत्री झट आ गया अपने मुंडे नूं छडाउण वास्ते। फिर किवें आ गया, फिर उन्होंने किवें अकाल तख्त साहब दा राह पता लग गया। उन्हां दे लड़के हो जिहियां आप हुदरियां कारवाइयां करन ते गरीबां दी कोई सुनवाई नहीं। महापुरखां ने फिर जवाब दिता सी, भाई तेरे लड़के ने ना इस गरीब सिख दी लड़की नूं 14 दिन रखिया, हुण 14 दिन ही असीं रखांगे, फिर 15वें दिन आके लै जावीं। फिर लिजाण जोगा कित्थे सिंघां ने छड्डना सी, जिहड़ी फिर खालसे अपनियां रवायतां नाल सजावां दिंदे है। इहो जे हवश दे शिकारियां नूं वो फिर खालसे ने सजा दिती। ये न्याय महापुरखां ने जदों करने शुरू कीते ते हुकूमत ने महापुरखां दा चेहरा जिहड़ा सी ना वो पेश करना शुरू किया कि ये बहुत ज़्यादा खतरनाक हथियार रखते हैं, देश की एकता ते अखंडता नूं खतरा है, तबाह कर देणगे, बर्बाद हो जाएगा। ते बड़ी दुख की गल है कि जिस हिंदू कौम वास्ते सतगुरां जी ने आपदे शीश का बलिदान दिता, सिख कौम जिसकी सदा रखिया करती आई, वो भी बहु गिणती विच उन्होंने इस गल की सरकार की हमायत की। सच्चाई के तत्थां तो कोई हिंदू वीर जाणू होए ते उन्होंने सच बात कही कि संत जां सिख ये हिंदुआं दे वैरी नहीं हन। पर सच जिहड़ा साध संगत जी मैं पहला बेनती की है कि हुकूमत जिहड़ा वो सामने नहीं आउण देना चाहुंदी। अज भी जून 1984 दे साका नीला तारा दे जिहड़े दस्तावेज है उन्होंने जनतक नहीं किया जा रहा। ते ये श्री हरमंदर साहब जी दे उपर अटैक की योजना कदों तो सरकार ने बनाउणा शुरू की सी, जिहड़ा ये ब्लेम लाउंदे है कि संत बाबा जरनैल सिंह जी हथियार लैके अंदर प्रवेश कर गए सी तां मजबूरन सरकार नूं अटैक करना पिया। पर सरकारी कुछ नुमाइंदियां दियां ये पेश किए हुए तत्थ ने कि क्यों सरकार नूं जिहड़ा सी
ਉਹ ਉੱਥੇ ਉਹਨਾਂ ਨੇ ਕਿਵੇਂ ਮਨ ਬਣਾਇਆ ਸੀਗਾ ਤੇ ਬਹਾਨਾ ਲਾਇਆ ਮਹਾਂਪੁਰਖਾਂ ਦਾ ਕਿ ਉਹ ਹਥਿਆਰ ਲੈ ਕਰਕੇ ਅੰਦਰ ਪ੍ਰਵੇਸ਼ ਕਰ ਗਏ। ਇਸ ਕਰਕੇ ਸਰਕਾਰ ਨੂੰ ਮਜਬੂਰਨ ਅਟੈਕ ਕਰਨਾ ਪਿਆ। ਉਹ ਸਚਾਈਆਂ ਦੇ ਤੱਥ ਜਿਹੜੇ ਆ ਮੈਂ ਸਾਧ ਸੰਗਤ ਜੀ ਆਪ ਜੀ ਦੇ ਸਮਕਸ਼ ਭੇਟ ਕਰਾਂਗਾ। ਫਿਰ ਜਦੋਂ ਜੋ ਦੁਨੀਆ ਨੂੰ ਦਿਖਾਇਆ ਜਾਂਦਾ ਹੈ ਉਹਦੀ ਬਾਬਤ ਕਹਿ ਕੇ ਫਿਰ ਮੈਂ ਕਥਾ ਆਰੰਭ ਕਰਾਂ, ਕਿਉਂਕਿ ਅੱਜ ਕਥਾ ਦੇ ਸ਼ਲੋਕ ਵਧੀਕ ਹੈ, ਵੱਡਾ ਹੈ ਸ਼ਲੋਕ। ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਖਾਂ ਨੂੰ ਪੱਤਰਕਾਰ ਨੇ ਕਿਹਾ, ਜੇ ਤੁਸੀਂ ਕਹੀ ਜਾਂਦੇ ਹੋ ਸਿੱਖਾਂ ਨਾਲ ਬਹੁਤ ਧੱਕਾ ਹੋ ਰਿਹਾ ਹੈ, ਸਿੱਖਾਂ ਨੂੰ ਗੁਲਾਮ ਸਮਝਿਆ ਜਾ ਰਿਹਾ ਹੈ, ਦੂਜੇ ਨੰਬਰ ਦੇ ਸ਼ਹਿਰੀ ਸਮਝਿਆ ਜਾ ਰਿਹਾ ਹੈ, ਜਦੋਂ ਕਿ ਰਾਸ਼ਟਰਪਤੀ ਅਹੁਦੇ ਤੇ ਵੀ ਸਿੱਖ ਹੈ, ਫਿਰ ਪੰਜਾਬ ਦਾ ਮੁੱਖ ਮੰਤਰੀ ਵੀ ਸਿੱਖ ਹੈ ਤੇ ਫੌਜ ਦੇ ਉੱਚ ਜਿਹੜੇ ਅਫਸਰ ਹਨ ਉਹ ਵੀ ਸਿੱਖ ਹਨ। ਤੁਸੀਂ ਕਿਵੇਂ ਕਹਿ ਸਕਦੇ ਹੋ ਦਾਅਵੇ ਨਾਲ ਕਿ ਇਹ ਸਿੱਖਾਂ ਨਾਲ ਧੱਕਾ ਹੋ ਰਿਹਾ? ਮਹਾਂਪੁਰਖ ਕਹਿਣ ਲੱਗੇ, ਬਈ ਤੂੰ ਇਤਿਹਾਸ ਪੜ੍ਹਿਆ ਕਿ ਨਹੀਂ ਪੜ੍ਹਿਆ? ਕਹਿੰਦਾ, ਨਾ ਜੀ ਮੈਂ ਤਾਂ ਇਤਿਹਾਸ ਨਹੀਂ ਪੜ੍ਹਿਆ। ਮਹਾਂਪੁਰਖ ਕਹਿੰਦੇ, ਜਹਾਂਗੀਰ ਕੌਣ ਸੀ? ਕਹਿੰਦਾ ਜੀ ਮੁਸਲਮਾਨ। ਤੇ ਕਹਿੰਦੇ ਚੰਦੂ ਕੌਣ ਸੀ? ਕਹਿੰਦਾ ਜੀ ਉਹ ਤਾਂ ਹਿੰਦੂ ਸੀਗਾ। ਮਹਾਂਪੁਰਖ ਕਹਿੰਦੇ, ਤੈਨੂੰ ਉਹਦਾ ਅਹੁਦਾ ਪਤਾ ਹੈ? ਕਿਹੜਾ ਅਹੁਦਾ ਸੀ ਉਹਦੇ ਕੋਲ? ਕਹਿੰਦਾ ਜੀ ਨਹੀਂ ਪਤਾ। ਮਹਾਂਪੁਰਖ ਕਹਿੰਦੇ, ਦੀਵਾਨ ਸੀ ਉਹ ਜਹਾਂਗੀਰ ਦਾ। ਸਾਰੇ ਹਿੰਦੁਸਤਾਨ ਵਿੱਚ ਜਹਾਂਗੀਰ ਤੋਂ ਥੱਲੇ ਉਹਦਾ ਹੁਕਮ ਚੱਲਦਾ ਸੀ। ਤੇ ਪਰ ਉਸ ਸਮੇਂ ਹਿੰਦੂਆਂ ਦੀ ਕੀ ਦਸ਼ਾ ਸੀ ਤੈਨੂੰ ਪਤਾ ਹੈ? ਕਹਿੰਦਾ ਨਹੀਂ ਜੀ ਪਤਾ। ਮਹਾਂਪੁਰਖ ਕਹਿੰਦੇ, ਆਪਣੇ ਧਰਮ ਦੇ ਮੁਤਾਬਕ ਵਿਆਹ ਨਹੀਂ ਸੀ ਕਰ ਸਕਦੇ ਹਿੰਦੂ। ਉਹਨਾਂ ਨੇ ਧਾਰਮਿਕ ਅਸਥਾਨਾਂ ਦੇ ਉੱਤੇ ਜੇਜੀਆ ਟੈਕਸ ਠੋਕਿਆ ਹੋਇਆ ਸੀ। ਆਪਣੇ ਧਾਰਮਿਕ ਅਸਥਾਨ ਤੇ ਜਾ ਕਰਕੇ ਹਿੰਦੂ ਪੂਜਾ ਪਾਠ ਨਹੀਂ ਸੀ ਕਰ ਸਕਦੇ। ਤੇ ਦੀਵਾਨ ਕੌਣ ਸੀ? ਚੰਦੂ, ਜਿਹੜਾ ਆਪ ਹਿੰਦੂ ਹੈ। ਫਿਰ ਇੱਥੋਂ ਤੱਕ ਕਿ ਘੋੜੀ ਨਹੀਂ ਚੜ ਸਕਦੇ, ਲੋਹੇ ਦੇ ਬਰਤਨ ਵਿੱਚ ਖਾ ਨਹੀਂ ਸਕਦੇ, ਇੱਥੋਂ ਤੱਕ ਕਿ ਜੇ ਕੋਈ ਚੜ੍ਹਾਈ ਕਰ ਜਾਵੇ ਤੇ ਉਹਦਾ ਅੰਤਮ ਸੰਸਕਾਰ ਤੱਕ ਨਹੀਂ ਸੀ ਉਹਨਾਂ ਦੀ ਕਿਰਿਆ ਮੁਤਾਬਕ ਕਰਨ ਦਿੱਤਾ ਜਾਂਦਾ। ਇਹੋ ਜਿਹੇ ਸਖਤ ਹੁਕਮ ਸਨ ਇਸਲਾਮ ਦੇ। ਤੇ ਕੀ ਤੁਸੀਂ ਕਹਿ ਸਕਦੇ ਹੋ ਕਿ ਉਸ ਸਮੇਂ ਹਿੰਦੂਆਂ ਨਾਲ ਬੜਾ ਇਨਸਾਫ ਹੋ ਰਿਹਾ ਸੀ? ਕਹਿੰਦਾ ਨਹੀਂ ਜੀ, ਇਹ ਤਾਂ ਸਰਾਸਰ ਧੱਕਾ ਹੋ ਰਿਹਾ ਸੀ। ਤੇ ਮਹਾਂਪੁਰਖ ਕਹਿੰਦੇ, ਬਈ ਇੱਕ ਕੋਈ ਸਿੱਖ ਪਗੜੀ ਵਾਲਾ ਉਹਨੂੰ ਅਹੁਦਾ ਦੇ ਦਿਓ ਤੇ ਅੱਤ ਦਾ ਉਹ ਚਾਪਲੂਸ ਹੋਵੇ, ਤੇ ਕੀ ਇਹ ਬਾਕੀ ਸਿੱਖਾਂ ਦਾ ਗਲਾ ਘੁੱਟੀ ਜਾਓ, ਸਿੱਖੀ ਸਿਧਾਂਤਾਂ ਨੂੰ ਸਰਵਨਾਸ਼ ਕਰੀ ਜਾਓ ਤੇ ਕਹੋ ਕਿ ਸਿੱਖ ਬੜੇ ਖੁਸ਼ ਵੈ, ਸਿੱਖਾਂ ਨੂੰ ਬੜੇ ਉੱਚੇ ਅਹੁਦੇ ਦਿੱਤੇ ਹੋਏ ਆ? ਇਹ ਤਾਂ ਮਹਾਂਪੁਰਖ ਕਹਿੰਦੇ, ਭਾਈ ਤੇਰੇ ਸੋਚਣ ਦਾ ਨਜ਼ਰੀਆ ਹੈ, ਜਰਾ ਵੇਖ ਖਿਆਲ ਕਰ ਕਿ ਕਿੰਨਾ ਸਿੱਖੀ ਸਿਧਾਂਤਾਂ ਨੂੰ ਠੇਸ ਪਹੁੰਚਾਇਆ ਗਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਿੰਨੀ ਬੇਅਦਬੀ ਹੋਈ ਹੈ ਤੇ ਸਿੱਖ ਧੀਆਂ ਭੈਣਾਂ ਦਾ ਕਿੰਨਾ ਨਰਾਦਰ ਹੋਇਆ ਹੈ, ਕਿੰਨੇ ਬਦੋਸ਼ੇ ਨੌਜਵਾਨ ਉਹਨਾਂ ਦਾ ਖੂਨ ਡੋਲ ਦਿੱਤਾ ਗਿਆ ਹੈ। ਇਹਨਾਂ ਦਾ ਹੱਕ ਕੌਣ ਮੰਗੂਗਾ? ਉਹਨਾਂ ਦਾ ਕੀ ਦੋਸ਼ ਸੀ? ਇਹ ਮਹਾਂਪੁਰਖਾਂ ਨੇ ਸਾਧ ਸੰਗਤ ਜੀ ਸਮੇਂ ਦੇ ਮੁਤਾਬਕ ਫਿਰ ਹੱਕਾਂ ਲਈ ਆਵਾਜ਼ ਉਠਾਈ ਸੀ ਕਿ ਅਸੀਂ ਇਸ ਦੇਸ਼ ਦੀ ਆਜ਼ਾਦੀ ਲਈ 90% ਸਿਰ ਦਿੱਤੇ ਹੈ ਤੇ ਅੱਜ ਵੀ ਸਿੱਖ ਆਪਣੇ ਆਪ ਨੂੰ ਇਸ ਦੇਸ਼ ਦੇ ਅੰਦਰ ਗੁਲਾਮ ਮਹਿਸੂਸ ਕਰਨ। ਅਸੀਂ ਆਜ਼ਾਦੀ ਨਾਲ ਜਿਉਣਾ ਚਾਹੁੰਦੇ ਹਾਂ। ਭਾਵੇਂ ਕਿ ਮਹਾਂਪੁਰਖਾਂ ਦੇ ਇਹ ਵਾਕ ਸੀਗੇ ਕਿ ਅਸੀਂ ਖਾਲਿਸਤਾਨ ਦੀ ਮੰਗ ਨਹੀਂ ਕਰਦੇ, ਅਸੀਂ ਇਸ ਦੇਸ਼ ਦੇ ਅੰਦਰ ਜਿਹੜੇ ਹੈ ਉਹ ਬਰਾਬਰ ਦੇ ਸ਼ਹਿਰੀ ਬਣ ਕਰਕੇ ਜਿਉਣਾ ਚਾਹੁੰਦੇ ਹਾਂ। ਪਰ ਜੇ ਸਰਕਾਰ ਹੀ ਦੇਣਾ ਚਾਹੁੰਦੀ ਹੈ ਖਾਲਿਸਤਾਨ ਤਾਂ ਫਿਰ ਸਾਡੇ ਵੱਲੋਂ ਕੋਈ ਨਾ ਨਹੀਂ। ਕਿਉਂਕਿ ਉਹਨਾਂ ਨੂੰ ਪੱਤਰਕਾਰ ਪੁੱਛਦੇ ਸੀ ਕਿ ਤੁਸੀਂ ਖਾਲਿਸਤਾਨ ਦੀ ਮੰਗ ਕਰਦੇ ਹੋ? ਮਹਾਂਪੁਰਖ ਕਹਿੰਦੇ, ਬਈ ਅਸੀਂ ਤਾਂ ਕੋਈ ਖਾਲਿਸਤਾਨ ਦੀ ਮੰਗ ਨਹੀਂ ਕੀਤੀ, ਪਰ ਜੇ ਉਹ ਦੇ ਦੇਣਗੇ ਤੇ ਸਾਡੇ ਵੱਲੋਂ ਕੋਈ ਇਨਕਾਰ ਨਹੀਂ ਹੈ। ਫਿਰ ਅਸੀਂ ਕਿਉਂ ਕਹੀਏ ਕਿ ਨਹੀਂ ਲੈਣਾ? ਪਰ ਇਹ ਹੁਣ ਦੱਸਣ ਇਹ ਮੇਰੀ ਜ਼ਿੰਮੇਵਾਰੀ ਨਹੀਂ ਹੈ, ਇਹ ਉਹਨਾਂ ਦੀ ਜ਼ਿੰਮੇਵਾਰੀ ਹੈ। ਸਾਨੂੰ ਸਿੱਖਾਂ ਨੂੰ ਨਾਲ ਰੱਖਣਾ ਜਾਂ ਨਹੀਂ ਰੱਖਣਾ ਇਹ ਉਹ ਦੱਸਣ। ਅਸੀਂ ਥੋੜਾ ਉਹਨਾਂ ਦੀ ਗੱਲ ਦਾ ਜਵਾਬ, ਉਹਨਾਂ ਦਾ ਪ੍ਰਸ਼ਨ ਹਕੂਮਤ ਦਾ, ਤੇ ਉਹਦਾ ਉੱਤਰ ਅਸੀਂ ਕਿਵੇਂ ਦਈਏ? ਇਹ ਮਹਾਂਪੁਰਖਾਂ ਦੇ ਹੂ ਬਹੂ ਕਹੇ ਹੋਏ ਬੋਲ ਸਾਧ ਸੰਗਤ ਜੀ ਪ੍ਰੈਸ ਵਿੱਚ ਵੀ ਛਪੇ, ਉਹਨਾਂ ਦੀਆਂ ਟੇਪ ਰਿਕਾਰਡਾਂ ਵੀ ਹਨ ਤੇ ਬਹੁਤ ਸਾਰੇ ਤੱਥ ਅੱਜ ਉਜਾਗਰ ਹੋ ਚੁੱਕੇ ਹੈ। ਜਿਹੜੇ ਤੱਥ ਸਾਫ਼ ਦੱਸ ਰਹੇ ਹੈ, ਉਹ ਨਹੀਂ ਕਿ ਮੈਂ ਬੋਲ ਰਿਹਾ ਤੇ ਮੇਰੇ ਬੋਲਣ ਕਰਕੇ ਨਹੀਂ, ਜ਼ਿੰਮੇਵਾਰ ਵਿਅਕਤੀਆਂ ਨੇ ਕਿਤਾਬਾਂ ਲਿਖ ਦਿੱਤੀਆਂ
ਜ਼ਿੰਮੇਵਾਰ ਵਿਅਕਤੀਆਂ ਦੀਆਂ ਇੰਟਰਵਿਊ ਵਗੈਰਾ ਪਈਆਂ ਹੋਈਆਂ ਨੇ ਜਿਹੜੇ ਤੱਥ ਦੱਸਦੇ ਐ, ਕਿਉਂਕਿ ਉਹ ਉਸ ਸਮੇਂ ਮੇਨ ਅਹੁਦਿਆਂ ਤੇ ਸੀਗੇ ਤੇ ਸਰਕਾਰ ਦੀ ਨੀਅਤ ਨੂੰ ਉਹਨਾਂ ਨੇ ਪ੍ਰਗਟ ਕਰ ਦਿੱਤਾ। ਜੇ ਥੋੜੀ ਬਹੁਤੀ ਮਨ 'ਚ ਸਚਾਈ ਸੀਗੀ ਤੇ ਸਾਨੂੰ ਅੱਜ ਉਹ ਤੱਥ ਵੇਖਣੇ ਚਾਹੀਦੇ ਆ। ਅਫਸੋਸ ਕਿ ਸਿੱਖਾਂ ਦੇ ਘਰੇ ਜਨਮ ਲੈ ਕਰਕੇ ਵੀ ਜਿਹੜਾ ਨਾ ਉਹ ਸਮਝਦੇ ਆ ਕਿ ਸੰਤ ਜਰਨੈਲ ਸਿੰਘ ਜੀ ਅੱਤਵਾਦੀ ਸੀ ਤੇ ਉਹਨਾਂ ਨੇ ਦੇਸ਼ ਦੇ ਅੰਦਰ ਪਵਾੜਾ ਪਾਇਆ ਤੇ ਸਿੱਖਾਂ ਦੀ ਇੱਜ਼ਤ ਨੂੰ ਜਿਹੜਾ ਸੀ ਉਹ ਖਰਾਬ ਕੀਤਾ। ਸਿੱਖਾਂ ਦੇ ਘਰੇ ਜਨਮ ਲੈ ਕਰਕੇ ਇਹੋ ਜੀਆਂ ਗੱਲਾਂ ਸੋਚਦੇ ਆ। ਸਚਾਈ ਦੇ ਤੱਥ ਉਹਨਾਂ ਨੂੰ ਬਿਲਕੁਲ ਨਹੀਂ ਪਤਾ ਤੇ ਜਿਹੜੇ ਸਿੱਖ ਵਿਰੋਧੀ ਤਾਕਤਾਂ ਉਹ ਚਾਹੁੰਦੀਆਂ ਵੀ ਇਹ ਹੈ ਕਿ ਉਹਨਾਂ ਨੂੰ ਸਹੀ ਚਿਹਰਾ ਸਿੱਖਾਂ ਦਾ ਜਾਂ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਖਾਂ ਦਾ ਪਤਾ ਹੀ ਨਾ ਚੱਲੇ, ਧੁੰਦਲਾ ਕਰ ਦਿੱਤਾ ਜਾਵੇ। ਤੋ ਜਿਵੇਂ ਸਾਧ ਸੰਗਤ ਜੀ ਇਹ ਹਮਲਾ ਹੁੰਦਾ ਹੈ ਉਹਦੇ ਕਾਰਨ ਕੀ ਬਣੇ ਤੇ ਸਰਕਾਰ ਦੀ ਨੀਅਤ ਕੀ ਸੀਗੀ, ਉਹ ਜੋ ਤੱਥ ਅੱਜ ਉਜਾਗਰ ਹੋ ਚੁੱਕੇ ਹੈ ਉਹਨਾਂ ਤੱਥਾਂ ਦੇ ਆਧਾਰ ਤੇ ਮੈਂ ਬੇਨਤੀਆਂ ਕਰਾਂਗਾ। ਕੁਝ ਤਾਂ ਇਹੋ ਜਿਹੇ ਵੀ ਰਾਈਟਰਾਂ ਨੇ ਕਿਤਾਬਾਂ ਲਿਖੀਆਂ ਨੇ ਜਿਹੜੇ ਕਦੇ ਹਰਿਮੰਦਰ ਸਾਹਿਬ ਭਾਵੇਂ ਆਏ ਵੀ ਨਾ ਹੋਣ ਤੇ ਉਹਨਾਂ ਨੇ ਵੀ 2-4 ਕਿਤਾਬਾਂ ਇਕੱਠੀਆਂ ਕਰਕੇ ਉਹਨਾਂ ਦੇ ਹਵਾਲੇ ਲੈ ਲੈ ਕੇ ਤੇ ਆਪਣੇ ਨਾਂ ਥੱਲੇ ਕਿਤਾਬ ਲਿਖ ਦਿੱਤੀ ਹੈ। ਮੈਂ ਉਹਨਾਂ ਕਿਤਾਬਾਂ ਦੇ ਹਵਾਲਿਆਂ ਨਾਲ ਆਪ ਜੀ ਨੂੰ ਨਹੀਂ ਕਹਿਣਾ, ਪਰ ਜਿਹੜੇ ਕੋਈ ਜ਼ਿੰਮੇਵਾਰ ਵਿਅਕਤੀਆਂ ਨੇ ਜਿਹੜੇ ਉਸ ਸਮੇਂ ਤੀਜੀ ਧਿਰ ਵਜੋਂ ਵੇਖ ਰਹੇ ਸਨ ਕਿ ਇਹ ਸਾਰਾ ਘਟਨਾਕ੍ਰਮ ਕੀ ਹੈ, ਜਿਨ੍ਹਾਂ ਨੂੰ ਅਹੁਦਿਆਂ ਤੋਂ ਬਰਖਾਸਤ ਕੀਤਾ ਗਿਆ ਕਿ ਇਹਨਾਂ ਨੇ ਸਿੱਖਾਂ ਦਾ ਗਲਾ ਘੁੱਟਣ ਵਿੱਚ ਸਾਡੀ ਮਦਦ ਨਹੀਂ ਕਰਨੀ ਤੇ ਉੱਚ ਅਹੁਦਿਆਂ ਤੇ ਬੈਠਿਆਂ ਹੋਇਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਬਿਨਾਂ ਕਿਸੇ ਰੀਜਨ ਤੋਂ, ਬਿਨਾਂ ਕਿਸੇ ਕਾਰਨ ਤੋਂ। ਉਹਨਾਂ ਨੇ ਫਿਰ ਇਹ ਚੀਜ਼ਾਂ ਉਜਾਗਰ ਕੀਤੀਆਂ ਤੇ ਜਿਵੇਂ ਜਿਵੇਂ ਇਹ 4 ਕੁ ਦਿਨ ਹਨ, ਅੱਜ ਦਾ ਦਿਨ ਕੱਢ ਕੇ ਤਾਂ 3 ਦਿਨ ਹੀ ਹੈ ਤੇ ਮਹਾਰਾਜ ਸਾਹਿਬ ਜੀ ਕਿਰਪਾ ਕਰਨ ਸਾਨੂੰ ਆਪਣਾ ਇਤਿਹਾਸ ਜ਼ਰੂਰ ਫਲੋਲਣਾ ਚਾਹੀਦਾ। ਇਹ ਤਾਂ ਕੱਲ ਦੀਆਂ ਗੱਲਾਂ ਨੇ ਸਾਧ ਸੰਗਤ ਜੀ। ਬਹੁਤ ਵੱਡਾ ਖੂਨ ਖਰਾਬਾ ਹੋਇਆ, ਕਤਲੋ ਗਾਰਤ ਹੋਈ, ਹਰੇਕ ਸਿੱਖ ਹਿਰਦਾ ਵਿੰਨਿਆ ਗਿਆ ਸੀ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਸਾਰਾ ਸਰੋਵਰ ਲਹੂ ਨਾਲ ਭਰਿਆ ਹੋਇਆ ਸੀ ਤੇ ਪ੍ਰਕਰਮਾਂ ਦੇ ਅੰਦਰ ਲੋਥਾਂ ਹੀ ਲੋਥਾਂ ਖਿਲ ਰਹੀਆਂ ਸਨ। ਐਸਾ ਸਾਡਾ ਮੁਕੱਦਸ ਅਸਥਾਨ, ਪਵਿੱਤਰ ਅਸਥਾਨ, ਉਸ ਦੀ ਮਰਿਆਦਾ ਦੇ ਅੰਦਰ ਵੀ ਖਲਲ ਪਾਇਆ ਗਿਆ। ਆਪ ਬਹੁਤ ਸਰੀਰ ਉਸ ਸਮੇਂ ਸਾਧ ਸੰਗਤ ਜੀ ਜਿਹੜੇ ਬਚਪਨ ਸੀ ਭਾਵੇਂ, ਪਰ ਇਸ ਘਟਨਾਕ੍ਰਮ ਨੂੰ ਅਖਬਾਰਾਂ ਰਾਹੀਂ, ਰੇਡੀਓ ਰਾਹੀਂ ਜਿਹੜਾ ਸੀ ਉਹ ਸੁਣਿਆ। ਉਸ ਸਮੇਂ ਕਿਹੋ ਜਿਹਾ ਚਿਹਰਾ ਸਿੱਖਾਂ ਦਾ ਪੇਸ਼ ਕੀਤਾ ਜਾਂਦਾ ਸੀ ਤੇ ਅੱਜ ਉਹ ਹਾਲਾਤ ਜੇ ਉਹਨਾਂ ਹਾਲਾਤਾਂ ਨੂੰ, ਉਹਨਾਂ ਖਬਰਾਂ ਨੂੰ ਸਾਹਮਣੇ ਰੱਖ ਕੇ ਵੇਖੀਏ ਤੇ ਤੁਹਾਨੂੰ ਮਹਿਸੂਸ ਹੋਵੇਗਾ ਕਿ ਸਰਕਾਰ ਦੀ ਕੀ ਮਨਸ਼ਾ ਸੀਗੀ। ਇਹ ਸਭ ਕੁਝ ਜੇ ਅੱਜ ਦੇ ਦਿਨ ਨਾਲ ਤੁਸੀਂ ਆਨੰਦਪੁਰ ਸਾਹਿਬ ਦਾ ਮਤਾ ਕੰਪੇਅਰ ਕਰੋ ਤੇ ਉਹ ਮੰਗਾਂ ਤੁਹਾਨੂੰ ਜਾਪਣਗੀਆਂ ਕਿ ਕੁਛ ਵੀ ਨਹੀਂ, ਪਰ ਇੱਕ ਕੇਵਲ ਸਿੱਖਾਂ ਨੂੰ ਦਬਾਉਣ ਦੀ ਗੱਲ। ਜਿਵੇਂ ਜਿਵੇਂ ਆਪਾਂ ਨੂੰ ਸਮਾਂ ਮਿਲਿਆ ਮੈਂ ਜ਼ਿਕਰ ਕਰਾਂਗਾ, ਕਿਉਂਕਿ ਸਮਾਂ ਹੁਣ ਆਗਿਆ ਨਹੀਂ ਦਿੰਦਾ। ਸਤਿਗੁਰੂ ਜੀ ਦੇ ਸ਼ਬਦ ਨਾਲ ਆਪਾਂ ਜੁੜੀਏ। ਜਿਹੜਾ ਸ਼ਬਦ ਸਾਡੀ ਰੂਹ ਹੈ, ਜਿਸ ਸ਼ਬਦ ਨਾਲ ਸਿੱਖ ਸ਼ਾਨਾ ਮਤਾ ਇਤਿਹਾਸ ਸਿਰਜਦੇ ਹੈ, ਜਿਸ ਸ਼ਬਦ ਦੇ ਆਸਰੇ ਤੇ ਦੁੱਖ ਸੁੱਖ ਦੇ ਵਿੱਚ ਸਿੱਖ ਇੱਕ ਰਹਿ ਜਾਂਦੇ ਹੈ, ਨਾ ਉਹਨਾਂ ਨੂੰ ਸੁੱਖ ਵਿੱਚ ਬਿਰਤੀ ਜਿਹੜੀ ਹੈ ਪ੍ਰਭੂ ਤੋਂ ਨਿਖੜਦੀ ਹੈ, ਨਾ ਦੁੱਖ ਵਿੱਚ ਪ੍ਰਭੂ ਨਾਲੋਂ ਟੁੱਟਦੇ ਹੈ। ਇਹ ਸ਼ਬਦ ਦੀ ਤਾਕਤ ਹੈ ਸਾਧ ਸੰਗਤ ਜੀ। ਇਹ ਮਹਾਰਾਜ ਜੀ ਦੀ ਬਾਣੀ ਦੀ ਪ੍ਰੀਤ ਸੀ। ਜਿੰਨਾ ਮਰ ਜੀਵੜਿਆਂ ਨੇ ਜਦੋਂ ਗੋਲੀ ਵੀ ਵੱਜਦੀ ਹੈ ਤੇ ਨਾਲ ਦਾ ਸਿੰਘ ਪੁੱਛਦਾ ਹੈ ਕੀ ਹਾਲ ਹੈ, ਕਹਿੰਦਾ ਚੜ੍ਹਦੀ ਕਲਾ ਹੋ ਗਈ। ਅਖੀਰਲੇ ਸਵਾਸ ਨਿਕਲਦਿਆਂ ਹੋਇਆ ਇਹ ਬਚਨ ਕਹਿਣੇ ਕਿ ਚੜ੍ਹਦੀ ਕਲਾ ਹੋ ਗਈ। ਮਹਾਰਾਜ ਨੇ ਕਿਰਪਾ ਕਰਤੀ ਕਿ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਵਿੱਚ ਲੜਦਿਆਂ ਹੋਇਆ ਮੈਨੂੰ ਸ਼ਹਾਦਤ ਦਾ ਬਾਟਾ ਛਕਣ ਨੂੰ ਪ੍ਰਾਪਤ ਹੋ ਗਿਆ। ਇਹ ਸ਼ਬਦ ਦੀ ਤਾਕਤ ਹੈ ਸਾਧ ਸੰਗਤ ਜੀ। ਇਹ ਨਾਮ ਦੀ ਬਰਕਤ ਹੈ ਕਿ ਹੱਸ ਕੇ ਗੋਲੀ ਖਾ ਕੇ ਵੀ ਇਹ ਗੱਲ ਕਹਿਣੀ ਕਿ ਚੜ੍ਹਦੀ ਕਲਾ ਹੋ ਗਈ। ਇਹ ਉਹਨਾਂ ਮਰ ਜੀਵੜਿਆਂ ਦੀਆਂ ਕਹਾਣੀਆਂ। ਜੇ ਮੈਂ ਕਹਾਂ ਇੱਕ ਇੱਕ ਸਿੰਘ ਦੀ ਵਾਰਤਾ ਕਹਾਂ ਤਾਂ ਉਹ ਤਾਂ ਸਾਰੀ ਜ਼ਿੰਦਗੀ ਨਹੀਂ ਮੁੱਕਣ ਵਾਲੀ।
ਪਰ ਮੈਂ ਕੁਝ ਚੋਣਵੇਂ ਬਚਨ ਜ਼ਰੂਰ ਆਪ ਜੀ ਨਾਲ ਸਾਂਝ ਪਾਵਾਂਗਾ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜੋ ਸਾਡੇ ਤੇ ਬਖਸ਼ਿਸ਼ ਕਰ ਰਹੇ ਹੈ, ਆਓ ਮਨ ਬਿਰਤੀ ਇਕਾਗਰ ਕਰਕੇ ਸਰਵਣ ਕਰੀਏ। ਮਾਝ ਰਾਗ ਦੀ ਵਾਰ ਹੈ, 2 ਸ਼ਬਦ ਨੇ, ਫਿਰ ਵਾਰ ਦੀ ਸਮਾਪਤੀ ਹੋਵੇਗੀ। ਸੱਚੇ ਪਾਤਸ਼ਾਹ ਜੀ ਮਹਾਰਾਜ ਜਿਵੇਂ ਰਹਿਮਤ ਕਰਦੇ ਹਨ, ਪਿਆਰ ਨਾਲ ਸਰਵਣ ਕਰੀਏ। ਹਜੂਰ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਲੋਕ ਮਹਲਾ ਪਹਿਲਾ। ਗਰੀਬ ਨਵਾਜ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਆਪਣੇ ਸ਼੍ਰੀ ਕੰਠ ਤੋਂ ਸ਼ਲੋਕ ਉਚਾਰਨ ਕਰਦੇ ਹਨ। ਸਿਰ ਖੁਹਾਏ ਪਿਅਹ ਮਲਵਾਣੇ। ਸਾਧ ਸੰਗਤ ਜੀ, ਪਿੱਛੇ ਮਹਾਰਾਜ ਜੀ ਦਾ ਸ਼ਬਦ ਆਇਆ ਸੀ, ਮੱਛੀ ਤਾਰੂ ਕਿਆ ਕਰੇ, ਪੰਛੀ ਕਿਆ ਆਕਾਸ਼। ਇਹ ਉਥਾਨਕਾ ਉੱਥੇ ਆਈ ਸੀ ਜਿਹੜੀ ਇਸ ਸ਼ਬਦ ਨਾਲ ਉਥਾਨਕਾ ਆ ਰਹੀ ਹੈ ਨਾ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਸਰੇਵੜਿਆਂ ਦੇ ਮੁਨਾਫਿਕ ਦੇਸ਼ ਵਿੱਚ ਮਹਾਰਾਜ ਗਏ, ਉੱਥੇ ਮੀਂਹ ਨਹੀਂ ਸੀ ਪੈ ਰਿਹਾ, ਬਹੁਤ ਔੜ ਲੱਗੀ ਹੋਈ ਸੀ, ਤੇ ਇੱਕ ਕਿਰਸਾਨ ਮਹਾਰਾਜ ਦਾ ਦਰਸ਼ਨ ਕੀਤਾ। ਉਹਦੇ ਚਿੱਤ ਨੂੰ ਬੜਾ ਠੰਡ ਪਈ ਮਹਾਰਾਜ ਦੇ ਦਰਸ਼ਨ ਕਰਕੇ। ਵੇਖਿਆ ਕਿ ਕੋਈ ਸਾਧੂ ਮਹਾਂਪੁਰਸ਼ ਨੇ ਮਹਾਰਾਜ ਦੀ ਸ਼ਰਨ 'ਚ ਆ ਗਿਆ। ਸਤਿਗੁਰੂ ਜੀ ਨੂੰ ਕਹਿੰਦਾ, ਮਹਾਰਾਜ ਕਿਰਪਾ ਕਰੋ, ਬਹੁਤ ਔੜ ਲੱਗ ਗਈ ਹੈ, ਤੇ ਫਸਲਵਾੜੀ ਮਹਾਰਾਜ ਸਾਰੀ ਜਿਹੜੀ ਆ ਉਹ ਤਾਂ ਮੀਂਹ ਦੇ ਹੀ ਆਸਰੇ ਤੇ ਆ ਨਾ, ਤੇ ਜੇ ਫਸਲ ਨਾ ਹੋਈ ਤੇ ਪਰਿਵਾਰ ਦਾ ਨਿਰਵਾਹ ਕਿਵੇਂ ਹੋਵੇਗਾ। ਆਪ ਸਾਧੂ ਹੋ, ਕੋਈ ਮਹਾਰਾਜ ਕੋਈ ਕਿਰਪਾ ਕਰੋ, ਸਾਡੇ ਬਰਖਾ ਪੈ ਜਾਵੇ। ਮਹਾਰਾਜ ਕਹਿੰਦੇ, ਬਈ ਅੱਗੇ ਬਰਖਾ ਕਿਵੇਂ ਹੁੰਦੀ ਸੀ। ਉੱਥੇ ਸਾਧ ਸੰਗਤ ਜੀ ਸਰੇਵੜਿਆਂ ਦਾ ਉਦੇਸ਼ ਹੋਣੇ ਕਰਕੇ ਉਹ ਰਾਜਾ ਵੀ ਸਰੇਵੜਿਆਂ ਦਾ ਉਪਾਸ਼ਕ ਸੀਗਾ, ਤੇ ਉੱਥੇ ਸਰੇਵੜਿਆਂ ਦਾ ਇੱਕ ਮੁਖੀ ਸੀ। ਕਹਿਣ ਲੱਗਾ, ਮਹਾਰਾਜ ਅਸੀਂ ਉਹਦੇ ਸੇਵਾਦਾਰ ਆ। ਅੱਗੇ ਤਾਂ ਮੰਤਰ ਜੰਤਰ ਪੜ੍ਹ ਕੇ ਉਹ ਮੀਂਹ ਪਵਾ ਦਿੰਦਾ ਸੀ, ਪਰ ਐਰਕਾਂ ਉਹਦੀ ਕੋਸ਼ਿਸ਼ ਵੀ ਕੋਈ ਨਹੀਂ ਚੱਲੀ ਤੇ ਮੀਂਹ ਨਹੀਂ ਪਿਆ। ਮਹਾਰਾਜ ਕਹਿਣ ਲੱਗੇ, ਭਾਈ ਕਰਤਾਰ ਦੀ ਪੂਜਾ ਕਰਿਆ ਕਰੋ, ਨਿਰੰਕਾਰ ਦਾ ਸੇਵਨ ਕਰਿਆ ਕਰੋ, ਫਿਰ ਆਪੇ ਮੀਂਹ ਪੈ ਜਾਵੇਗਾ। ਉਹ ਕਹਿੰਦਾ, ਜੀ ਕਰਤਾਰ ਨੂੰ ਤਾਂ ਅਸੀਂ ਪਛਾਣਦੇ ਨਹੀਂ, ਕਰਤਾਰ ਕੌਣ ਹੈ। ਮਹਾਰਾਜ ਕਹਿੰਦੇ, ਕੁਦਰਤ ਕਰਕੇ ਪਹਿਚਾਣਿਆ ਜਾਂਦਾ ਹੈ। ਕਹਿੰਦੇ, ਜੀ ਮਹਾਰਾਜ ਕੁਦਰਤ ਵੀ ਸਾਨੂੰ ਪਤਾ ਨਹੀਂ, ਕੁਦਰਤ ਕਿਹਨੂੰ ਕਹਿੰਦੇ ਆ। ਸਤਿਗੁਰੂ ਜੀ ਕਹਿੰਦੇ, ਬਈ ਤੂੰ ਐਂ ਕਰ, ਕੁਦਰਤ ਸ਼ਕਤੀ ਨੂੰ ਕਹਿੰਦੇ ਆ, ਤੈਨੂੰ ਪਰਮੇਸ਼ਰ ਦੀ ਸ਼ਕਤੀ ਕੁਦਰਤ ਦਿਖਾਉਨੇ ਆ। ਫਿਰ ਜਾਂ ਤੂੰ ਘਰੋਂ ਜਿਹੜੀ ਹੈ ਉਹ ਹਲ ਜੋੜ ਲਿਆ, ਪੰਜਾਲੀ ਲੈ ਆ, ਤੇ ਨਾਲ ਛਟਾ ਦੇਣ ਲਈ ਦਾਣੇ ਵੀ ਲੈ ਆ। ਉਹ ਬਚਨ ਮੰਨ ਕੇ ਜਦੋਂ ਲੈਣ ਵਾਸਤੇ ਘਰੋਂ ਫਿਰ ਲੈ ਕੇ ਤੁਰਿਆ, ਸੱਥ ਵਿੱਚ ਬੈਠੇ ਲੋਕ ਉਹਨੂੰ ਕਹਿੰਦੇ, ਕਿੱਧਰ ਚੱਲਿਆ। ਕਹਿੰਦਾ, ਬੀਜ ਬੀਜਣ ਚੱਲਿਆ। ਉਹ ਹੱਸ ਕੇ ਮਖੌਲ ਕਰਕੇ ਕਹਿੰਦੇ, ਜਿਹੜੇ ਪੱਲੇ 'ਚ ਬੀਜ ਹੈ ਵੀ ਖਰਾਬ ਕਰਨੇ ਆ, ਤੈਂ ਕਿਵੇਂ ਉੱਗ ਜਾਣਗੇ, ਬਾਹਰ ਤਾਂ ਬੜੀ ਔੜ ਲੱਗੀ ਪਈ ਹੈ। ਉਹ ਕਹਿੰਦਾ, ਭਾਈ ਮੈਂ ਭਰੋਸਾ ਕਰਕੇ ਚਲੇ ਗਿਆ। ਮਹਾਰਾਜ ਦੀ ਆਗਿਆ ਮੰਨ ਕੇ ਜਿੰਨੀ ਕੁ ਵਖੀ ਵਾਹ ਕੇ ਤੇ ਉਹਨੇ ਛਟਾ ਦੇਤਾ। ਮਹਾਰਾਜ ਕਹਿੰਦੇ, ਹੁਣ ਕੱਲ ਨੂੰ ਆਵੇਂ। ਜਦੋਂ ਕੱਲ ਨੂੰ ਆਇਆ, ਦੰਗ ਰਹਿ ਗਿਆ, ਖੇਤੀ ਹਰੀ ਭਰੀ ਉੱਥੇ ਵੇਖੀ। ਮਹਾਰਾਜ ਕਹਿੰਦੇ, ਹੋਰ ਕੁਦਰਤ ਦਿਖਾਈਏ। ਮਹਾਰਾਜ ਨੇ ਕਿਹਾ, ਬੂਟਾ ਪੁੱਟ। ਜਦੋਂ ਬੂਟਾ ਪੁੱਟਿਆ, ਥੱਲੇ ਭਖਦਾ ਅੰਗਿਆਰ। ਸਾਧ ਸੰਗਤ ਜੀ ਵੇਖ ਕੇ ਹੈਰਾਨ ਹੋ ਗਿਆ। ਦੂਜਾ ਪੁੱਟਿਆ, ਭਖਦਾ ਅੰਗਿਆਰ ਥੱਲੇ। ਕਹਿੰਦਾ, ਮਹਾਰਾਜ ਤਾਂ ਥੱਲੇ ਅੰਗਿਆਰ ਭਖ ਰਹੇ ਐ। ਹਜੂਰ ਕਹਿੰਦੇ, ਇਹੀ ਕੁਦਰਤ ਵੈ। ਜੇ ਪਰਮੇਸ਼ਰ ਰੱਖਣਾ ਚਾਹੇ ਨਾ, ਫਿਰ ਭਖਦੇ ਅੰਗਿਆਰਾਂ ਤੇ ਵੀ ਨਹੀਂ ਸਾੜ ਕੋਈ ਸਕਦਾ। ਸਤਿਗੁਰੂ ਜੀ ਨੇ ਜਦੋਂ ਇਹ ਸਿੱਖਿਆ ਦਿੱਤੀ, ਫਿਰ ਹਜੂਰ ਦੀ ਕਿਰਪਾ ਨਾਲ ਮੀਂਹ ਪਿਆ।
ਰਾਜਾ ਵੀ ਸਤਿਗੁਰਾਂ ਦਾ ਸਿੱਖ ਹੋ ਗਿਆ। ਸਾਰੇ ਦੇਸ਼ ਨੇ ਜਿਹੜਾ ਸੀ ਮਹਾਰਾਜ ਦੀ ਸਿੱਖੀ ਧਾਰਨ ਕੀਤੀ, ਤੇ ਉਹ ਸਰੇਵੜਾ ਜਿਹੜਾ ਸੀ ਬੜਾ ਫਿਰ ਉਹ ਦੁਖੀ ਹੋਇਆ ਕਿ ਬਈ ਸਾਡੀ ਤਾਂ ਪੂਜਾ ਹੀ ਹਟ ਗਈ। ਉਹ ਮਹਾਰਾਜ ਨਾਲ ਚਰਚਾ ਕਰਨ ਆਇਆ। ਜਨਮ ਸਾਖੀ ਵਿੱਚ ਜ਼ਿਕਰ ਹੈ ਕਿ ਪਹਿਲਾਂ ਤਾਂ ਹਾਰ ਖਿਆ ਸੀਗਾ, ਹਾਰ ਖਾ ਕੇ ਉੱਠ ਗਿਆ ਤੇ ਮੂੰਹ ਤੋਂ ਬੜਾ ਮੰਤਰ ਜੰਤਰ ਜੇ ਬੋਲਣ ਲੱਗਾ। ਤੇ ਉਹ ਦੇਸ਼ ਵਾਸੀ ਜਿਹੜੇ ਸਿੱਖ ਬਣੇ ਸੀ ਕਹਿੰਦੇ ਮਹਾਰਾਜ ਬੜਾ ਜੰਤਰ ਮੰਤਰ ਕਰਦਾ ਹੈ, ਕਿਤੇ ਆਪ ਦਾ ਨੁਕਸਾਨ ਨਾ ਕਰੇ। ਤੇ ਫਿਰ ਹਜੂਰ ਨੇ ਕਿਹਾ ਸੀਗਾ ਕਿ ਜਿਵੇਂ ਜਿਹੜੀ ਹੈ ਉਹ ਮੱਛੀ ਤਾਰੂ ਕੇ ਕਰੇ। ਮਹਾਰਾਜ ਕਹਿੰਦੇ ਭਾਈ ਜਿਹੜੀ ਮੱਛੀ ਹੈ ਉਹਦਾ ਪ੍ਰਮਾਣਾ ਸਹਿਤ ਅਨਵੇਂ ਅਰਥ ਵੀ ਉਸ ਅਰਥ ਸ਼ਬਦ ਦੇ ਸਰਵਣ ਕੀਤੇ ਸੀਗੇ, ਪਰ ਅੱਜ ਮੈਂ ਸਿੱਧੇ ਹੀ ਸੂਖਸ਼ਮ ਰੂਪ ਵਿੱਚ ਬੇਨਤੀ ਕਰਨ ਲੱਗਿਆ। ਮਹਾਰਾਜ ਨੇ ਆਖਿਆ ਸੀ ਕਿ ਮੱਛੀ ਤਾਰੀਆਂ ਤਾਂ ਲਾ ਸਕਦੀ ਹੈ ਪਰ ਸਮੁੰਦਰ ਦੀ ਡੂੰਘਾਈ ਨਹੀਂ ਨਾ ਨਾਪ ਸਕਦੀ। ਪੰਛੀ ਉਡਾਰੀਆਂ ਤਾਂ ਲਾ ਸਕਦਾ ਪਰ ਆਕਾਸ਼ ਦੀ ਉਚਾਈ ਤਾਂ ਨਹੀਂ ਨਾ ਨਾਪ ਸਕਦਾ। ਮਹਾਰਾਜ ਕਹਿੰਦੇ ਥੋੜੀਆਂ ਬਹੁਤੀਆਂ ਸ਼ਕਤੀਆਂ ਨੇ ਸਿੱਖੋ, ਸਾਡਾ ਕੀ ਵਿਗਾੜ ਸਕਦਾ ਹੈ। ਜਿਵੇਂ ਪਾਲਾ ਜਿਹੜਾ ਹੈ ਉਹ ਠੰਡ ਪੱਥਰ ਦਾ ਕੀ ਵਿਗਾੜ ਸਕਦੀ ਹੈ। ਜਿਨ੍ਹਾਂ ਦੇ ਚਿੱਤ ਮਹਾਰਾਜ ਕਹਿੰਦੇ ਅਚਲ ਨੇ ਪੱਥਰ ਵਾਂਗੂ ਟਿਕੇ ਹੋਏ ਆ ਵਾਹਿਗੁਰੂ ਦੇ ਅੰਦਰ, ਉਹਨਾਂ ਨੂੰ ਇਹੋ ਜਿਹੇ ਮਹਾਰਾਜ ਕਹਿੰਦੇ ਭਾਈ ਥੋੜੀ ਬਹੁਤੀ ਕਰਾਮਾਤ ਰੂਪੀ ਜਿਹੜੀ ਇਹਨਾਂ ਕੋਲ ਠੰਡ ਦੀ ਸ਼ਕਤੀ ਹੈ ਉਹ ਸਾਡਾ ਕੀ ਵਿਗਾੜ ਸਕਦੇ ਆ। ਸਿੱਖੋ ਇਹ ਨਹੀਂ ਸਾਡਾ ਕੁਝ ਵੀ ਵਿਗਾੜ ਸਕਦਾ। ਫਿਰ ਸਤਿਗੁਰੂ ਜੀ ਦਾ ਪ੍ਰਤਾਪ ਵੇਖ ਕਰਕੇ ਜਨਮ ਸਾਖੀ ਵਿੱਚ ਜ਼ਿਕਰ ਹੈ ਕਿ ਮਹਾਰਾਜ ਦੇ ਇਹ ਸ਼ਰਨੀ ਆ ਕੇ ਪੈ ਗਿਆ ਸੀ। ਸਤਿਗੁਰੂ ਜੀ ਕੋਲੋਂ ਇਹਨੇ ਸਿੱਖੀ ਦੀ ਦਾਤ ਮੰਗੀ ਸੀ। ਮਹਾਰਾਜ ਨੇ ਫਿਰ ਇਸ ਨੂੰ ਉਸ ਇਲਾਕੇ ਦਾ ਸਾਧ ਸੰਗਤ ਜੀ ਜਿਹੜਾ ਸੀ ਪ੍ਰਚਾਰਕ ਥਾਪਤਾ ਸੀ ਬਖਸ਼ਿਸ਼ ਕਰਕੇ, ਸਿੱਖੀ ਦੇ ਕਰਕੇ। ਵੇਖੋ ਮਹਾਰਾਜ ਦੀ ਮੌਜ ਹੀ ਹੈ ਨਾ, ਕਿੱਥੋਂ ਸਤਿਗੁਰ ਖੋਟਿਓਂ ਖਰੇ ਕਰੇ। ਮਹਾਰਾਜ ਨੇ ਐਡਾ ਖੋਟਾ ਸੀ ਉਹ ਸਰੇਵੜਿਆਂ ਦੇ ਪੰਥ ਦਾ ਮਹਾਰਾਜ ਇਹ ਸ਼ਬਦ ਦੇ ਅੰਦਰ ਜ਼ਿਕਰ ਸਤਿਗੁਰਾਂ ਜੀ ਨੇ ਕੀਤਾ ਹੈ। ਭਾਈ ਮਰਦਾਨਾ ਜੀ ਨੇ ਫਿਰ ਪੁੱਛਿਆ ਮਹਾਰਾਜ ਇਹ ਅਸਲ ਵਿੱਚ ਸਰੇਵੜੇ ਹੁੰਦੇ ਕੌਣ ਹੈ, ਇਹ ਕੀ ਕਰਦੇ, ਇਹਨਾਂ ਦੇ ਲੱਛਣ ਕੀ ਹੁੰਦੇ ਹੈ। ਆਪਾਂ ਵਿੱਚ ਵੀ ਨਹੀਂ ਪਤਾ ਹੁੰਦਾ ਕਈਆਂ ਨੂੰ, ਕਿਉਂਕਿ ਇਹਨਾਂ ਦਾ ਪੰਥ ਹੈ ਤਾਂ ਸਹੀ ਪਰ ਬਹੁਤ ਥੋੜੇ ਹੈ। ਹੁਣ ਇਹਨਾਂ ਦੇ ਆਸ਼ਰਮ ਹੁੰਦੇ ਆ ਕਿਤੇ ਕਿਤੇ, ਵੱਡੇ ਵੱਡੇ ਸ਼ਹਿਰਾਂ 'ਚ ਇਹਨਾਂ ਦੇ ਆਸ਼ਰਮ ਹਨ। ਇਹ ਸਾਧ ਸੰਗਤ ਜੀ ਕਿਹੋ ਜਿਹਾ ਜਨ ਜੀਵਨ ਬਤੀਤ ਕਰਦੇ ਐ ਤੇ ਇਹ ਦੱਸਿਆ ਕਿਉਂ ਹੈ। ਮਹਾਰਾਜ ਨੇ ਦੱਸਿਆ ਇਸ ਕਰਕੇ ਹੈ ਕਿ ਸਾਨੂੰ ਪਤਾ ਲੱਗ ਜਾਵੇ ਕਿ ਗੁਰੂ ਨਾਨਕ ਸਾਹਿਬ ਨੇ ਸਾਨੂੰ ਕਿੰਨੀ ਸਿੱਖੀ ਅਮੀਰ ਦਿੱਤੀ ਹੈ, ਕਿੰਨਾ ਅਮੀਰ ਵਿਰਸਾ ਹੈ ਸਾਡਾ। ਤੇ ਲੋਕ ਕਿਹੋ ਜੇ ਅੰਧ ਵਿਸ਼ਵਾਸੀ ਸਾਧ ਸੰਗਤ ਜੀ ਭਰਮਾਂ 'ਚ ਪੈ ਕਰਕੇ ਕਿਵੇਂ ਭਟਕਦੇ ਹੋਏ ਫਿਰ ਵੀ ਇਹ ਸੋਚਦੇ ਆ ਕਿ ਅਸੀਂ ਪਰਮਾਰਥ ਤੇ ਰਾਹ ਤੇ ਚੱਲ ਰਹੇ ਹਾਂ, ਫਿਰ ਵੀ ਇਹ ਸੋਚਦੇ ਆ ਕਿ ਸਾਡੀ ਮੁਕਤ ਹੋ ਜਾਵੇਗੀ। ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਤਸਵੀਰ ਬਾਣੀ ਰਾਹੀਂ ਸਾਡੇ ਸਾਹਮਣੇ ਪੇਸ਼ ਕੀਤੀ ਹੈ ਕਿ ਭਾਈ ਇਹਨਾਂ ਨੂੰ ਮੁਕਤ ਨਹੀਂ ਲੱਭਦੀ, ਜੀਵਨ ਦੇ ਅਸਲੀ ਸਿਧਾਂਤਾਂ ਤੋਂ ਵੀ ਇਹ ਗਿਰ ਜਾਂਦੇ ਹੈ ਤਾਂ ਮੁਕਤ ਇਹਨਾਂ ਨੂੰ ਕੀ ਪ੍ਰਾਪਤ ਹੋਣੀ ਹੈ। ਸਰੇਵੜਿਆਂ ਦਾ ਸਾਰਾ ਜੋ ਸਾਧ ਸੰਗਤ ਜੀ ਕਿਰਿਆ ਕਰਮ ਹੈ, ਉਹਨਾਂ ਦਾ ਜਨ ਜੀਵਨ ਕਿਹੋ ਜਿਹਾ ਹੈ, ਕਿਵੇਂ ਉਹ ਧਰਮ ਸਮਝਦੇ ਹੈ, ਕਿਵੇਂ ਸਰੇਵੜਿਆਂ ਦੇ ਵਿੱਚ ਭਰਤੀ ਕੀਤਾ ਜਾਂਦਾ ਹੈ, ਉਹ ਸਾਰਾ ਸਤਿਗੁਰੂ ਜੀ ਇਸ ਸ਼ਬਦ ਦੇ ਅੰਦਰ ਭਾਈ ਮਰਦਾਨਾ ਜੀ ਦੇ ਪੁੱਛਣ ਤੋਂ ਮਹਾਰਾਜ ਜ਼ਿਕਰ ਕਰ ਰਹੇ ਹੈ। ਤੇ ਆਪਾਂ ਵੀ ਸਮਝ ਲਈਏ ਧਿਆਨ ਨਾਲ, ਫਿਰ ਸਾਨੂੰ ਪਤਾ ਲੱਗ ਜਾਏਗਾ ਭਾਈ ਸਰੇਵੜੇ ਇਹਨਾਂ ਨੂੰ ਕਹਿੰਦੇ ਆ। ਤੇ ਫਿਰ ਸਾਨੂੰ ਉਹਨਾਂ ਵੱਲ ਵੇਖ ਕੇ ਮਾਣ ਮਹਿਸੂਸ ਹੋਵੇਗਾ ਕਿ ਸਾਨੂੰ ਕਲਗੀਧਰ ਪਾਤਸ਼ਾਹ ਜੀ ਨੇ ਕਿੱਡੀ ਵਡਮੁੱਲੀ ਅੰਮ੍ਰਿਤ ਦੀ ਦਾਤ ਦਿੱਤੀ ਹੈ। ਸਾਧ ਸੰਗਤ ਜੀ ਕਿਸੇ ਪੀਰ ਪੈਗੰਬਰ ਨੇ ਆਪਣੀ ਉਮਤ ਨੂੰ ਆਪਣਾ ਸਰੂਪ ਨਹੀਂ ਦਿੱਤਾ ਹੈ। ਜੇ ਸ਼ਿਵ ਜੀ ਦੇ ਉਪਾਸ਼ਕ ਹਨ ਤਾਂ ਉਹਨਾਂ ਨੂੰ ਫਿਰ ਸੱਪ ਗਲ 'ਚ ਪਾਉਣਾ ਚਾਹੀਦਾ ਨਾ, ਤੇ ਫਿਰ ਜਿਹੜਾ ਹੈ ਅੱਕ ਧਤੂਰਾ ਉਹ ਖਾਣਾ ਚਾਹੀਦਾ ਹੈ, ਸਵਾਹ ਪਿੰਡੇ ਤੇ ਮਲਣੀ ਚਾਹੀਦੀ ਹੈ। ਸ਼ਿਵਾ ਨੇ ਆਪ ਦਾ ਸਰੂਪ ਦਿੱਤਾ ਹੀ ਨਹੀਂ। ਫਿਰ ਜਾਂ ਕ੍ਰਿਸ਼ਨ ਜੀ ਵਾਲਾ ਸਰੂਪ ਨਹੀਂ ਹੈ ਪੰਡਤਾਂ ਦੇ ਕੋਲ, ਸ਼੍ਰੀ ਰਾਮ ਚੰਦਰ ਜੀ ਵਾਲਾ ਸਰੂਪ ਨਹੀਂ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪਣਾ ਸਰੂਪ ਬਖਸ਼ ਕਰਕੇ ਕਿਹਾ ਕਿ ਇਹ ਖਾਲਸਾ ਮੇਰਾ ਰੂਪ ਹੈ। ਸਤਿਗੁਰਾਂ ਜੀ ਨੇ ਆਪ ਦਾ ਸਰੂਪ ਦੇ ਕਰਕੇ ਫਿਰ ਇਹ ਬਖਸ਼ਿਸ਼ ਕਹੀ ਸੀ ਕਿ ਖਾਲਸਾ ਜੀ ਅਸੀਂ ਤੁਹਾਡੇ ਸੇਵਕ ਹਾਂ ਤੇ ਤੁਸੀਂ ਸਾਡੇ ਗੁਰੂ ਹੋ। ਇਹ ਮਾਣ ਸਾਧ ਸੰਗਤ ਜੀ ਸੰਸਾਰ ਦੇ ਉੱਤੇ ਜੇ ਉਮਤ ਨੂੰ ਆਪਣੀ ਨੂੰ ਦਿੱਤਾ ਹੈ ਤੇ ਬਾਜਾਂ ਵਾਲੇ ਸਤਿਗੁਰਾਂ ਜੀ ਨੇ ਦਿੱਤਾ ਹੈ, ਕਿਸੇ ਹੋਰ ਪੀਰ ਪੈਗੰਬਰ ਦੇ ਇਹ ਹਿੱਸੇ ਨਹੀਂ ਆਇਆ। ਸਤਿਗੁਰਾਂ ਜੀ ਦੇ ਇਹ ਉਪਦੇਸ਼ ਰਾਹੀਂ ਸਾਨੂੰ ਪਤਾ ਚੱਲੇਗਾ ਕਿ ਸਾਡਾ ਧਰਮ ਕਿੰਨਾ ਅਮੀਰ ਹੈ।
ਅਸੀਂ ਕਿੱਡੇ ਵਿਸ਼ਾਲ ਤੇ ਉੱਚੇ ਸੁੱਚੇ ਵਿਰਸੇ ਦੇ ਮਾਲਕ ਵਾਂ। ਇਹ ਮੁਲਾਂਕਣ ਸਾਧ ਸੰਗਤ ਜੀ ਜਦੋਂ ਗੁਰਸਿੱਖ ਮਹਾਰਾਜ ਦੇ ਉਪਦੇਸ਼ ਨਾਲ ਕਰਦੇ ਆ ਤੇ ਫਿਰ ਧੰਨਵਾਦ ਕਰਦੇ ਆ 10 ਪਾਤਸ਼ਾਹੀਆਂ ਦਾ, ਮਹਾਰਾਜ ਤੁਸੀਂ ਕਿੱਥੋਂ ਸਾਨੂੰ ਗਲੀਚ ਭਰੀ ਜ਼ਿੰਦਗੀ ਚੋਂ ਕੱਢ ਕਰਕੇ ਮਹਾਰਾਜ ਪਰਮੇਸ਼ਰ ਦੇ ਪਿਆਰ ਵਾਲਾ ਰਾਹ ਵਿਖਾ ਕਰਕੇ ਜ਼ਿੰਦਗੀ ਸਫਲ ਕੀਤੀ ਹੈ। ਉਹ ਫਿਰ ਹਿਰਦੇ ਸ਼ੁਕਰਾਨਾ ਕਰਦੇ ਆ ਗੁਰੂ ਨਾਨਕ ਸਾਹਿਬ ਜੀ ਦਾ। ਸੱਚੇ ਪਾਤਸ਼ਾਹ ਨੇ ਬਾਣੀ ਦੇ ਰੂਪ ਵਿੱਚ ਜੋ ਸਾਨੂੰ ਖਜ਼ਾਨਾ ਬਖਸ਼ਿਸ਼ ਕੀਤਾ ਹੈ ਸਾਧ ਸੰਗਤ ਜੀ, ਬਹੁਤ ਵੱਡਮੁੱਲਾ ਹੈ। ਸਤਿਗੁਰਾਂ ਜੀ ਨੇ ਇਸੇ ਕਰਕੇ ਆਪਣੀ ਗੁਰਿਆਈ ਜਿਹੜੀ ਸੀ ਨਾ, ਉਹ ਫਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਇੱਥੇ ਇਸ ਧਰਤੀ ਦੇ ਉੱਤੇ ਇਸੇ ਸਥਾਨ ਤੇ ਬਖਸ਼ਿਸ਼ ਕੀਤੀ ਜਿੱਥੇ ਆਪ ਸਜੇ ਬੈਠੇ ਹੋ, ਕਿ ਜਿਵੇਂ ਗੁਰਸਿੱਖੋ ਤੁਸੀਂ ਸਾਡੇ ਕੋਲੋਂ ਦਰਸ਼ਨ ਕਰਕੇ ਸ਼ਾਂਤੀ ਤੇ ਠੰਡਕ ਪਾਉਂਦੇ ਹੋ, ਇਵੇਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੋਂ ਸ਼ਾਂਤੀ ਤੇ ਠੰਡਕ ਸਦਾ ਲਈ ਪਾਉਂਦੇ ਰਹੋਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਮੇਰਾ ਅਸਲੀ ਸਰੂਪ ਹੈ। ਇਹ ਸਤਿਗੁਰਾਂ ਜੀ ਨੇ ਵਾਕ ਕੇ ਇੱਥੇ ਕਹੇ ਸੀਗੇ। ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਦੇ ਪੁੱਛਣ ਤੋਂ ਹਜੂਰ ਜਿਵੇਂ ਬਖਸ਼ਿਸ਼ ਕਰਦੇ ਆ ਸਾਨੂੰ ਸਰੇਵੜਿਆਂ ਦੀ ਬਾਬਤ ਜੋ ਮਹਾਰਾਜ ਦੱਸ ਰਹੇ ਆ, ਪਿਆਰ ਨਾਲ ਸਰਵਣ ਕਰੋ। ਸਿਰ ਖੋਹਾਏ ਪਿਆਹ ਮਲਵਾਣੇ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਸਿਰ ਖੋਹਾਏ, ਜਿਹੜੇ ਸਿਰ ਦੇ ਕੇਸ ਹੁੰਦੇ ਆ ਨਾ ਸਾਧ ਸੰਗਤ ਜੀ, ਉਹਨਾਂ ਨੂੰ ਖੁਹਾ ਲੈਂਦੇ ਆ, ਭਾਵ ਪਟਾ ਲੈਂਦੇ ਆ ਸਾਰੇ ਹੀ ਜਿਹੜੇ ਸਿਰ ਦੇ ਕੇਸ ਹਨ। ਇਹ ਜਦੋਂ ਸਰੇਵੜਾ ਬਣਾਉਂਦੇ ਆ ਨਾ, ਕੀ ਕਰਦੇ ਆ, ਇਹਨਾਂ ਦਾ ਜਿਹੜਾ ਗੁਰੂ ਹੁੰਦਾ ਹੈ, ਜਿਹਨੂੰ ਗੁਰੂ ਧਾਰਨ ਕਰਦੇ ਆ, ਉਹਨੇ ਸਾਧ ਸੰਗਤ ਜੀ ਉਹ ਹੱਥ ਦੇ ਅੰਦਰ ਨਾ ਚੁਟਕੀ ਦੇ ਵਿੱਚ ਕੇਸ ਲੈ ਕਰਕੇ ਤੇ ਖਿੱਚਦਾ ਕੇਸ, ਜਦੋਂ ਜ਼ੋਰ ਨਾਲ ਪੱਟਦਾ ਤੇ ਉਹ ਪਹਿਲੋਂ ਕਹਿ ਦਿੰਦੇ ਆ ਵੀ ਜੇ ਤੂੰ ਹਾਏ ਕਿਹਾ ਤਾਂ ਫਿਰ ਨਹੀਂ ਤੈਨੂੰ ਚੇਲਾ ਬਣਾਉਣਾ, ਤੂੰ ਹਾਏ ਨਹੀਂ ਮੂੰਹ ਤੋਂ ਕਹਿਣਾ। ਉਹ ਕੀ ਮੂੰਹ ਤੋਂ ਬੋਲਦਾ ਹੈ ਜਦੋਂ ਚੁਟਕੀ ਨਾਲ ਕੇਸ ਪੁੱਟਦਾ ਨਾ, ਨਾਲ ਪੁੱਟਦਾ ਹੋਇਆ ਕੇਸ ਕਹਿੰਦਾ ਰਾਮ ਚਟਾਕਾ, ਉਹਨੂੰ ਕਹਿੰਦਾ ਤੂੰ ਹੁਣ ਬੋਲ ਅਬ ਸੁਖ ਜਾਤਾ। ਉਹ ਜਦੋਂ ਚੁਟਕੀ ਨਾਲ ਕੇਸ ਪੁੱਟਦਾ ਤੇ ਉਹ ਕਹਿੰਦਾ ਰਾਮ ਚਟਾਕਾ, ਉਹ ਅੱਗੋਂ ਥੱਲੋਂ ਬੈਠਾ ਬੋਲਦਾ ਹੈ ਅਬ ਸੁਖ ਜਾਤਾ, ਕਹਿੰਦਾ ਹੁਣ ਸੁਖ ਜਾਣਿਆ ਮੈਂ। ਤੇ ਜੇ ਕਹਦੇ ਹਾਏ, ਕਹਿੰਦੇ ਚੱਲ ਤੂੰ ਨਹੀਂ ਬਣ ਸਕਦਾ ਸਾਡਾ ਸਿੱਖ। ਇਉਂ ਸਿਰ ਦੇ ਜਿਹੜੇ ਕੇਸ ਹੈ ਨਾ ਉਹ ਖੋਹ ਦਿੰਦੇ ਆ, ਕੱਟਦੇ ਨਹੀਂ ਹਨ, ਖੋਂਦੇ ਆ, ਭਾਵ ਖਿੱਚਦੇ ਆ ਚੁਟਕੀਆਂ ਦੇ ਨਾਲ। ਸਿਰ ਖੋਹਾਏ ਪੀਹ ਮਲਵਾਣੀ। ਤੇ ਜਿਹੜਾ ਸਾਧ ਸੰਗਤ ਜੀ ਮੈਲ ਵਾਲਾ ਪਾਣੀ ਹੈ ਨਾ ਉਹ ਪੀਂਦੇ ਆ। ਜਿਹੜਾ ਆਟੇ ਦਾ ਧੋਣ ਹੁੰਦਾ ਨਾ, ਜਿਵੇਂ ਪਰਾਤ ਵਿੱਚ ਆਟਾ ਗੁੰਨਿਆ ਜਾਵੇ ਤੇ ਜਿਸ ਪਰਾਤ ਵਿੱਚ ਆਟਾ ਗੁੰਨਦੀਆਂ ਮਾਤਾਵਾਂ ਬੀਬੀਆਂ, ਉਹਦੇ ਵਿੱਚੋਂ ਆਟਾ ਕੱਢ ਕੇ ਫਿਰ ਉਹ ਪਰਾਤ ਨੂੰ ਧੋਂਦੀਆਂ ਨੇ, ਤੇ ਜਿਹੜਾ ਉਹ ਧੋਤਾ ਹੋਇਆ ਆਟੇ ਵਾਲਾ ਪਾਣੀ ਹੁੰਦਾ ਨਾ, ਉਹ ਸਾਧ ਸੰਗਤ ਜੀ ਇਹ ਆਟੇ ਦਾ ਧੋਣ ਜਿਹੜਾ ਹੈ ਉਹ ਪੀਂਦੇ ਹਨ। ਝੂਠਾ ਮੰਗ ਮੰਗ ਖਾਹੇ। ਤੇ ਝੂਠਾ ਭੋਜਨ ਮੰਗ ਮੰਗ ਕਰਕੇ ਖਾਂਦੇ ਐ। ਉਹਦਾ ਕਾਰਨ ਕੀ ਹੈ? ਇਹ ਉਹ ਆਟੇ ਦਾ ਧੋਣ ਕਿਉਂ ਪੀਂਦੇ ਐ? ਇਹ ਕਹਿੰਦੇ ਐ ਕਿ ਆਟਾ ਗੁੰਨਣ ਲੱਗਿਆਂ ਜਿਹੜੇ ਜੀਵ ਮਰੇ ਐ ਉਹ ਪਾਪ ਸਾਨੂੰ ਨਾ ਲੱਗੇ ਤੇ ਉਹਨੂੰ ਹੀ ਲੱਗੇ ਜਿਹਨੇ ਆਟਾ ਗੁੰਨਿਆ, ਤੇ ਆਪ ਅਸੀਂ ਜਿਹੜੇ ਜੀਵ ਹੁਣ ਮਰ ਚੁੱਕੇ ਐ ਧੌਣ ਜਿਹੜਾ ਹੈ ਉਹ ਪੀ ਲੈਂਦੇ ਆ ਫਿਰ ਕਿ ਸਾਨੂੰ ਹੁਣ ਪਾਪ ਨਹੀਂ ਲੱਗਣ ਲੱਗਾ। ਫਿਰ ਝੂਠਾ ਮੰਗ ਮੰਗ ਖਾਹੀ, ਜਿਹੜਾ ਝੂਠਾ ਭੋਜਨ ਹੁੰਦਾ ਨਾ ਉਹ ਇਹਨਾਂ ਨੂੰ ਪਤਾ ਹੈ ਕਿ ਪਕਾਉਣ ਲੱਗਿਆਂ ਆਖੇ ਜੀ ਹੁਣ ਜਿਹੜੇ ਜੀਵ ਮਰਨੇ ਸੀ ਮਰ ਗਏ, ਉਹਦਾ ਪਾਪ ਸਾਨੂੰ ਨਹੀਂ ਲੱਗਿਆ, ਤੇ ਉਹ ਕਹਿੰਦੇ ਆ ਬਚਿਆ ਜਿਹੜਾ ਭੋਜਨ ਹੈ ਉਹ ਸਾਨੂੰ ਦੇ ਦਿਓ। ਉਹ ਮੰਗ ਮੰਗ ਕਰਕੇ ਸਾਧ ਸੰਗਤ ਜੀ ਇਹ ਖਾਂਦੇ ਆ। ਇਹ ਸਰੇਵੜਿਆਂ ਦਾ ਜੋ ਰਹਿਣ ਸਹਿਣ ਹੈ, ਇਹ ਮਹਾਰਾਜ ਸਾਹਿਬ ਜੀ ਉਹਨਾਂ ਦੀ ਨਿੰਦਾ ਨਹੀਂ ਕਰ ਰਹੇ, ਇਹ ਨਾ ਸਮਝਣਾ। ਉਹ ਉਹਨਾਂ ਦੇ ਅਸੂਲ ਨੇ, ਜਿੱਦਾਂ ਦਾ ਜ਼ਿੰਦਗੀ ਜਿਉਂਦੇ ਆ ਮਹਾਰਾਜ ਉਹ ਦੱਸ ਰਹੇ ਆ ਵੀ ਇਸ ਤਰ੍ਹਾਂ ਦੀ ਜ਼ਿੰਦਗੀ ਭਾਈ ਮਰਦਾਨਿਆਂ ਸਰੇਵੜੇ ਜਿਉਂਦੇ ਆ। ਸਰੇਵੜਿਆਂ ਦੀ ਬਾਬਤ ਮਹਾਰਾਜ ਦੇ ਸਿੱਖ ਨੇ ਪੁੱਛਿਆ ਭਾਈ ਮਰਦਾਨਾ ਜੀ ਨੇ, ਤੇ ਹਜੂਰ ਦੱਸ ਰਹੇ ਆ ਕਿ ਸਿਰ ਖੋਹਾਏ, ਇਹ ਸਿਰ ਦੇ ਵਾਲ ਜਿਹੜੇ ਕੇਸ ਹੈ ਨਾ, ਆਪਾਂ ਕੇਸ ਕਹਿੰਦੇ ਆ, ਜਿਹੜਾ ਰਹਿਤਨਾਮੇ ਉਹਦੇ ਚ ਲਿਖਿਆ ਕਿ ਕੇਸਾਂ ਨੂੰ ਵਾਲ ਕਹਿਣਾ ਸੋ ਤਨਖਾਹੀਆ, ਇਹ ਵੀ ਬਚਨ ਕਹੇ, ਤੇ ਪਰ ਇਹ ਤਾਂ ਸਾਰੇ ਉਵੇਂ ਵਾਲ ਹੀ ਕਹਿੰਦੇ ਆ ਨਾ, ਤੇ ਇਸ ਤਰ੍ਹਾਂ ਆਪਾਂ ਕੇਸ ਕਹਿੰਦੇ ਆ, ਤੇ ਕੇਸਾਂ ਦੀ ਆਪਾਂ ਸੰਭਾਲ ਵੀ ਕਿੰਨੀ ਕਰਦੇ ਆ। ਮਹਾਰਾਜ ਸਾਹਿਬ ਜੀ ਨੇ ਕਿੰਨਾ ਸਾਨੂੰ ਬਖਸ਼ਿਸ਼ ਕੀਤੀ ਹੈ ਕਿ ਕੰਗਾ ਦੋਨੋਂ ਵਕਤ ਕਰ ਪਾਗ ਚੁੰਨੀ ਕਰ ਬੰਧਈ, ਦਾਤਨ ਨੀਤ ਕਰੈ ਨਾ ਦੁਖ ਪਾਵੈ ਲਾਲ ਜੀ। ਇਹ ਸਤਿਗੁਰਾਂ ਜੀ ਨੇ ਸਾਨੂੰ ਕਿੱਡੇ ਉੱਚੇ ਅਸੂਲ ਦਿੱਤੇ ਆ। ਤੇ ਸਰੇਵੜਿਆਂ ਦੀ ਬਾਬਤ ਸਤਿਗੁਰੂ ਜੀ ਦੱਸਦੇ, ਅੱਜ ਕੇਵਲ ਮੈਂ ਜਿਹੜੇ ਹੈ ਉਹ ਸਿੱਧੇ ਸਿੱਧੇ ਅਰਥ ਕਰਨੇ ਹਨ, ਕਿਉਂਕਿ
ਸ਼ਬਦ ਵੱਡਾ, ਸ਼ਬਦ ਦੀ ਸੰਪੂਰਨਤਾ ਕਰਾਂਗੇ ਸ਼ਲੋਕ ਦੀ। ਮਹਾਰਾਜ ਕਹਿੰਦੇ ਇਹ ਸਿਰ ਦੇ ਜਿਹੜੇ ਕੇਸ ਹੈ ਨਾ ਭਾਈ ਮਰਦਾਨਿਆਂ, ਇਹ ਖੁਆ ਲੈਂਦੇ ਆ, ਜਿਹੜੇ ਇਹਨਾਂ ਦੇ ਉਹ ਵਾਲ ਹੈ ਉਹ ਪੁੱਟੇ ਜਾਂਦੇ ਆ, ਚਟਾਕਾ ਦੇ ਦੇ ਕਰਕੇ, ਚੁਟਕੀਆਂ ਦੇ ਦੇ ਕੇ ਪੁੱਟਦੇ ਆ, ਤੇ ਆਟੇ ਦਾ ਧੌਣ ਜਿਹੜਾ ਮੈਲਾ ਪਾਣੀ ਹੈ ਉਹ ਪੀਂਦੇ ਆ, ਤੇ ਜੂਠਾ ਮੰਗ ਮੰਗ ਕੇ ਮਹਾਰਾਜ ਕਹਿੰਦੇ ਭਾਈ ਖਾਂਦੇ ਆ ਕਿ ਸਾਨੂੰ ਜੀਵ ਦੀ ਹੱਤਿਆ ਦਾ ਪਾਪ ਨਾ ਲੱਗੇ। ਫੋਲ ਫਦੀਹਤ ਮੋਹ ਲੈਨ ਪੜਾਸਾ। ਸਾਧ ਸੰਗਤ ਜੀ, ਫਦੀਹਤ ਗੰਦਗੀ ਨੂੰ ਕਹਿੰਦੇ ਆ, ਵਿਸ਼ਟਾ ਨੂੰ ਕਹਿੰਦੇ ਆ। ਜਦੋਂ ਇਹ ਕਿਰਿਆ ਕਰਦੇ ਆ ਨਾ ਤੇ ਫਿਰ ਆਪਣੇ ਹੱਥ ਵਿੱਚ ਇੱਕ ਲੱਕੜੀ ਰੱਖਦੇ ਆ, ਨਿੱਕੀ ਸੋਟੀ, ਤੇ ਉਸ ਗੰਦਗੀ ਨੂੰ ਫਰੋਲਦੇ ਆ ਕਿ ਇਹਦੇ ਵਿੱਚ ਜਿਹੜੇ ਕੋਈ ਕਿਰਮ ਆਏ ਆ ਅੰਦਰੋਂ ਪੇਟ ਚੋਂ ਬਾਹਰ, ਤੇ ਉਹ ਕਿਤੇ ਵਿੱਚੇ ਹੀ ਦੱਬ ਕੇ ਮਾਰੇ ਨਾ ਜਾਣ, ਤੇ ਫਿਰ ਆਪਣੀ ਗੰਦਗੀ ਨੂੰ ਫਰੋਲਦੇ ਆ। ਤੇ ਅੱਜ ਕੱਲ ਤਾਂ ਹੁਣ ਕਿਰਿਆ ਕਰਨ ਵਾਸਤੇ ਵਾਸ਼ਰੂਮ ਟਾਇਲਟਾਂ ਬਣ ਗਈਆਂ ਹਨ। ਉਸ ਸਮੇਂ ਦੀ ਬਾਬਤ ਮਹਾਰਾਜ ਦੱਸਦੇ ਆ ਕਿ ਜਿਵੇਂ ਸਾਧ ਸੰਗਤ ਜੀ ਕੋਈ ਕਿਰਿਆ ਕਰਦਾ ਤੇ ਗਾਂ ਨੂੰ ਤੁਰਦੇ ਆ ਨਾ, ਇਹ ਪਛਾਣ ਨੂੰ ਤੁਰਦੇ ਆ, ਤੇ ਇਸ ਕਰਕੇ ਉਹਨੂੰ ਫਰੋਲਦੇ ਜਾਂਦੇ ਆ, ਨਾਲੇ ਪਛਾਣ ਨੂੰ ਹਟਦੇ ਜਾਂਦੇ ਆ। ਤੇ ਉਹਦੇ ਨਾਲ ਕੀ ਹੁੰਦਾ ਹੈ? ਮਹਾਰਾਜ ਕਹਿੰਦੇ ਫੋਲ ਫਦੀਹਤ ਮੋਹ ਲੈਣ ਪੜਾਸਾਂ। ਉਹ ਜਿਹੜੀ ਗੰਦੀ ਹਵਾੜ ਹੁੰਦੀ ਹੈ ਨਾ, ਪੜਾਸ, ਉਹ ਸਾਧ ਸੰਗਤ ਜੀ ਬਦਬੂ ਨੂੰ ਮੂੰਹ ਦੇ ਉੱਤੇ ਲੈਂਦੇ ਆ। ਫਿਰ ਗੰਦਗੀ ਦੀ ਜਿਹੜੀ ਬਦਬੂ ਹੈ, ਸੱਚੇ ਪਾਤਸ਼ਾਹ ਜੀ ਕਹਿੰਦੇ ਉਸ ਗੰਦਗੀ ਨੂੰ, ਵਿਸ਼ਟਾ ਨੂੰ ਫਰੋਲਦੇ ਆ, ਤੇ ਉਹਦੀ ਪੜਾਸ ਜਿਹੜੀ ਹਵਾੜ ਆ ਗੰਦੀ, ਉਹਨੂੰ ਭਾਫ ਨੂੰ ਮੂੰਹ ਤੇ ਮਹਾਰਾਜ ਕਹਿੰਦੇ ਭਾਈ ਲੈਂਦੇ ਆ। ਵੇਖ ਲਓ, ਇਹੋ ਜੀ ਭੈੜੀ ਕਿਰਿਆ ਹੈ ਜਿਹਦੇ ਤੋਂ ਨੀਚ ਮਨੁੱਖ ਵੀ ਜਿਹੜਾ ਨਾ ਉਹ ਗੰਦਗੀ ਨੂੰ ਵੇਖ ਕਰਕੇ ਘਿਰਣਾ ਕਰਦਾ ਹੈ, ਤੇ ਸਰੇਬੜੇ ਉਸ ਗੰਦਗੀ ਨੂੰ ਫਰੋਲਦੇ ਰਹਿੰਦੇ ਆ, ਤੇ ਉਸ ਦੀ ਗੰਦੀ ਪੜਾਸ ਜਿਹੜੀ ਹੈ ਹਵਾੜ, ਉਹ ਮੂੰਹ ਤੇ ਲੈਂਦੇ ਹਨ। ਪਾਣੇ ਦੇਖ ਸੰਗਾਹੇ। ਤੇ ਜਿੱਥੇ ਪਾਣੀ ਹੈ, ਪਾਣੀ ਨੂੰ ਵੇਖ ਕਰਕੇ ਸੰਗਦੇ ਐ, ਸ਼ੰਕਾ ਕਰਦੇ, ਉਹਦੇ ਨੇੜੇ ਨਹੀਂ ਜਾਂਦੇ। ਕਿਉਂ? ਕਹਿੰਦੇ ਜਲ ਵਿੱਚ ਜੀਵ ਹੁੰਦਾ, ਕਿਤੇ ਜੀਵ ਨਾ ਮਰ ਜਾਣ, ਜਲ 'ਚ ਨਹੀਂ ਪ੍ਰਵੇਸ਼ ਕਰਦੇ। ਜਿਹੜਾ ਪਾਣੀ ਹੈ, ਮਹਾਰਾਜ ਕਹਿੰਦੇ ਭਾਈ ਉਸ ਪਾਣੀ ਤੋਂ ਵੇਖ ਕਰਕੇ ਪਾਣੀ ਨੂੰ ਸੰਗਦੇ ਆ, ਨੇੜੇ ਨਹੀਂ ਜਾਂਦੇ। ਭੇਡਾਂ ਵਾਂਗੇ ਸਿਰ ਖੁਹਾਇਨ। ਜਦੋਂ ਇਹਨਾਂ ਨੂੰ ਚੇਲਾ ਬਣਾਉਂਦੇ ਆ ਨਾ, ਇਹਨਾਂ ਦਾ ਸਾਧ ਸੰਗਤ ਜੀ ਭੇਡਾਂ ਵਾਂਗੀ, ਭੇਡਾਂ ਦੇ ਵਾਂਗੂ। ਜੇ ਇੱਥੇ ਵਾਗੀ ਕਹੀਏ ਨਾ, ਫਿਰ ਵਾਗਾ ਅਰਥ ਪਰ ਉਹ ਨਹੀਂ ਬਣਦਾ ਹੈ। ਇੱਥੇ ਵਾਂਗੀ ਭਾਵ ਭੇਡਾਂ ਦੇ ਵਾਂਗੂ। ਜਿਵੇਂ ਭੇਡਾਂ ਨੂੰ ਉੱਨ ਲਾਉਣ ਵਾਸਤੇ ਸਾਧ ਸੰਗਤ ਜੀ ਉਹ ਕੀ ਕਰਦੇ, ਉਹਨਾਂ ਦੀ ਉੱਨ ਲਾ ਦਿੰਦੇ ਆ ਨਾ, ਉਤੋਂ ਖੋਹ ਲੈਂਦੇ ਆ ਉੱਨ, ਜਾਂ ਹੁਣ ਕੱਟਦੇ ਵੀ ਹੈ, ਪਰ ਇਹ ਕੱਟਦੇ ਨਹੀਂ ਹਨ। ਮਹਾਰਾਜ ਕਹਿੰਦੇ ਭੇਡਾਂ ਦੇ ਵਾਂਗੂ ਭਾਈ ਆਪਣੇ ਸਿਰ ਦੇ ਕੇਸ ਸਾਰੇ ਖੁਹਾ ਲੈਂਦੇ ਆ, ਪਟਾ ਲੈਂਦੇ ਹਨ। ਭਰੀਆਂ ਹੱਥ ਸੁਆਹੇ। ਤੇ ਹੱਥ ਜਿਹੜੇ ਆ ਸਵਾਹ ਨਾਲ ਭਰ ਲੈਂਦੇ ਆ। ਉਹ ਕਿਉਂ ਭਰਦੇ ਆ? ਜਦੋਂ ਚੁਟਕੀ ਨਾਲ ਕੇਸ ਖਿੱਚਦੇ ਆ ਨਾ, ਉਦੋਂ ਲਹੂ ਨਾਲ ਆਉਂਦਾ ਹੈ, ਤੇ ਲਹੂ ਨਾਲ ਕੀ ਹੁੰਦਾ, ਫਿਰ ਹੱਥ ਚੀਕਣੇ ਹੋ ਜਾਂਦੇ ਆ, ਤੇ ਕੇਸ ਪੁੱਟੇ ਨਹੀਂ ਜਾਂਦੇ। ਆਪਣੇ ਹੱਥਾਂ ਨੂੰ ਬਾਰ-ਬਾਰ ਸਵਾਹ ਮਲਦੇ ਆ, ਤੇ ਸਵਾਹ ਮਲ ਕੇ ਫਿਰ ਜਿਹੜੇ ਹੱਥ ਉਹ ਚਿਕਨਾਹਟ ਲਹੂ ਦੀ ਘਟਦੀ ਹੈ, ਤੇ ਸਵਾਹ ਮਲ ਕੇ ਨਾਲ ਤਾਂ ਉਹ ਫਿਰ ਪੁੱਟਦੇ ਆ, ਨਾਲ ਕਹਿੰਦੇ ਰਾਮ ਚਟਾਕਾ, ਉਹ ਕਹਿੰਦਾ ਅਬ ਸੁਖ ਜਾਤਾ। ਇਹ ਉਹ ਸਾਰੇ ਹੀ ਸਿਰ ਦੇ ਕੇਸ ਪੁੱਟ ਸਿੱਟਦੇ ਆ, ਸਾਰਾ ਹੀ ਜਿੰਨੇ ਵੀ ਸਿਰ ਦੇ ਵਾਲ ਆ ਨਾ, ਉਹ ਸਾਧ ਸੰਗਤ ਜੀ ਸਾਰੇ ਦੇ ਸਾਰੇ ਹੀ ਪੁੱਟ ਦਿੰਦੇ ਆ। ਤੇ ਉਹਨੂੰ ਥੱਲੇ ਜਦੋਂ ਇਹ ਕਿਰਿਆ ਕਰ ਲੈਂਦੇ ਆ, ਸਾਰੀ ਲਹੂ ਲੁਹਾਨ ਹੋਇਆ ਹੁੰਦਾ ਸਿਰ ਤੇ, ਨਾਲੇ ਚੋਪੜਿਆ ਹੁੰਦਾ ਸਵਾਹ ਨਾਲ, ਤੇ ਉਹਨੂੰ ਕਹਿੰਦੇ ਹੁਣ ਤੂੰ ਬੋਲੀ ਚੱਲ, ਅਬ ਦੁੱਖ ਫਿਰ ਸੁਖ, ਅਬ ਦੁੱਖ ਫਿਰ ਸੁਖ। ਉਹ ਇਹ ਬੋਲੀ ਜਾਂਦਾ ਥੱਲੇ, ਅਬ ਦੁੱਖ ਫਿਰ ਸੁਖ, ਕਿ ਹੁਣ ਇੱਕ ਵਾਰੀ ਦੁੱਖ ਹੋਣਾ, ਫਿਰ ਸੁੱਖ ਹੀ ਸੁੱਖ ਹੈ, ਨਾ ਜੂਆਂ ਪੈਣੀਆਂ, ਨਾ ਤੈਨੂੰ ਨਹਾਉਣਾ ਪੈਣਾ ਹੈ। ਇਸ ਤਰ੍ਹਾਂ ਦੀ ਇਹ ਹਾਲਤ ਹੈ ਇਹਨਾਂ ਦੀ। ਮਹਾਰਾਜ ਕਹਿੰਦੇ ਭੇਡਾਂ ਦੇ ਵਾਂਗੂ ਭਾਈ ਮਰਦਾਨਿਆ ਇਹ ਸਿਰ ਖੁਹਾ ਲੈਂਦੇ ਆ, ਪਟਾ ਲੈਂਦੇ ਆ ਸਾਰੇ ਹੀ ਕੇਸ ਸਿਰ ਦੇ। ਤੇ ਇਸ ਪ੍ਰਕਾਰ ਮਹਾਰਾਜ ਕਹਿੰਦੇ ਹਨ ਭਰੀਆਂ ਹੱਥ ਸੁਆਹੇ। ਸਵਾਹ ਨਾਲ ਹੱਥ ਭਰੇ ਰਹਿੰਦੇ ਇਹਨਾਂ ਦੇ, ਕਿਉਂਕਿ ਉਹ ਲਹੂ ਨਾਲ ਚੀਕਣੇ ਹੋ ਜਾਂਦੇ, ਇਸ ਕਰਕੇ ਸਵਾਹ ਨਾਲ ਹੱਥ ਭਰ ਕਰਕੇ ਸਵਾਹ ਨਾਲ ਚਟਾਕਾ ਦੇ ਦੇ ਕੇ ਚੁਟਕੀਆਂ ਨਾਲ ਖਿੱਚ ਦਿੰਦੇ ਆ, ਪੁੱਟ ਦਿੰਦੇ ਆ। ਮਾਓ ਪਿਓ ਕਿਰਤ ਗਵਾਇਨ। ਜਿਹੜੇ ਮਾਤਾ ਪਿਤਾ ਨੇ ਜਨਮ ਦਿੱਤਾ ਸੀਗਾ, ਮਹਾਰਾਜ ਕਹਿੰਦੇ ਭਾਈ ਉਹਨਾਂ ਦੇ ਕੀਤੇ ਪਰਉਪਕਾਰ ਨੂੰ ਨਾ ਗਵਾ ਹੀ ਦਿੱਤਾ। ਉਹਨਾਂ ਨੇ ਜੋ ਪਰਉਪਕਾਰ
ਕਿਰਤ ਕੀਤੇ ਸੀਗੇ, ਮਾਂ ਨੇ ਜਨਮ ਦਿੱਤਾ ਸੀ ਆਪਣੇ ਕੁੱਖ ਤੋਂ, ਤੇ ਉਸ ਮਾਂ ਦੀ ਸੇਵਾ ਕਰਨ ਦਾ ਕੋਈ ਫਰਜ਼ ਨਹੀਂ ਸੀ। ਜਿਸ ਪਿਤਾ ਨੇ ਪ੍ਰਤਪਾਲਣਾ ਕੀਤੀ ਸੀ ਉਸ ਦੀ ਸੇਵਾ ਕਰਨ ਦਾ ਕੋਈ ਫਰਜ਼ ਨਹੀਂ ਸੀਗਾ। ਮਹਾਰਾਜ ਕਹਿੰਦੇ ਭਾਈ ਮਾਊ ਪੀਓ ਕਿਰਤ ਗਵਾਇਨ, ਜਿਹੜੀ ਮਾਤਾ ਪਿਤਾ ਦੀ ਉਪਕਾਰ ਦੀ ਕਿਰਤ ਸੀ ਉਹ ਗਵਾ ਹੀ ਦਿੱਤੀ, ਉਹਨਾਂ ਨੇ ਕੀਤੇ ਉਪਕਾਰਾਂ ਨੂੰ ਭੁਲਾ ਦਿੰਦੇ ਆ। ਟੱਬਰ ਰੋਵਨ ਤਾਹੇ, ਤੇ ਟੱਬਰ ਵੀ ਜਿਹੜਾ ਉਹਨਾਂ ਦੀ ਘਰਵਾਲੀ ਬੱਚੇ ਧਾਹਾਂ ਮਾਰ ਮਾਰ ਕੇ ਰੋਂਦੇ ਆ ਕਿ ਹਾਏ ਸਰੇਵੜਾ ਬਣ ਗਿਆ। ਉਹ ਕਿਉਂ ਰੋਂਦੇ ਆ? ਕਿਉਂਕਿ ਇਹ ਸਰੇਵੜੇ ਮੁੜ ਕੇ ਘਰ ਨਹੀਂ ਜਾਣ ਦਿੰਦੇ। ਪੱਕਾ ਉਹਦੇ ਕੋਲ ਖਵਾ ਲੈਂਦੇ ਆ, ਜਿਵੇਂ ਗੋਰਖਨਾਥ ਨਹੀਂ ਸੀ ਘਰ ਨਹੀਂ ਮੁੜ ਕੇ ਵੜਨ ਦਿੰਦਾ ਸੀਗਾ, ਤੇ ਇਹ ਪੱਕਾ ਉਸ ਨੂੰ ਪਹਿਲੋਂ ਕਰਾ ਲੈਂਦੇ ਵੀ ਜੇ ਤਾਂ ਤੂੰ ਘਰ ਜਾਣਾ ਹੈ ਤਾਂ ਫਿਰ ਤੂੰ ਸਾਡਾ ਚੇਲਾ ਨਾ ਬਣ, ਤੇ ਜੇ ਉਹ ਕਹੇ ਕਿ ਹਾਂ ਮੈਂ ਘਰ ਜਾਣਾ ਹੀ ਨਹੀਂ ਤੇ ਫਿਰ ਉਹਨੂੰ ਉਹ ਚੇਲਾ ਇਸ ਤਰ੍ਹਾਂ ਬਣਾਉਂਦੇ ਆ। ਮਹਾਰਾਜ ਕਹਿੰਦੇ ਭਾਈ ਜਿਹੜਾ ਟੱਬਰ ਵਾ ਉਹਨਾਂ ਦਾ ਉਹ ਵੀ ਧਾਹਾਂ ਮਾਰ ਮਾਰ ਕੇ ਰੋਂਦਾ ਹੈ ਕਿ ਸਰੇਵੜਾ ਬਣ ਗਿਆ, ਕਾਹੇ ਜੋਗਾ ਨਹੀਂ ਰਿਹਾ, ਨਾ ਕਿਰਤ ਕਰਨ ਜੋਗਾ ਰਿਹਾ। ਮਾਤਾ ਪਿਤਾ ਦੇ ਕੀਤੇ ਉਪਕਾਰਾਂ ਨੂੰ ਵੀ ਜਿਹੜਾ ਸੀ ਭੁਲਾ ਕਰਕੇ ਵੇਖੋ ਕਿਹੋ ਜਿਹੇ ਪੁੱਠੇ ਰਾਹ ਮਹਾਰਾਜ ਕਹਿੰਦੇ ਭਾਈ ਇਹ ਪੈ ਜਾਂਦੇ ਆ। ਟੱਬਰ ਵੀ ਜਿਹੜਾ ਸਾਰਾ ਧਾਹਾਂ ਮਾਰ ਮਾਰ ਰੋਂਦਾ ਹੈ, ਮਾਤਾ ਪਿਤਾ ਦੀ ਕੋਈ ਸੇਵਾ ਨਹੀਂ ਇਹ ਕਰਦੇ ਹਨ। ਉਹ ਨਾ ਪਿੰਡ ਨਾ ਪਤਲ ਕਿਰਿਆ ਨਾ ਦੀਵਾ, ਤੋ ਕਿਰਿਆ ਤੇ ਪਹਿਲੋਂ ਲਾਇਓ ਵਿਸ਼ਰਾਮ। ਉਹ ਨਾ ਪਿੰਡ ਨਾ ਪਤਲ ਕਿਰਿਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਸਾਧ ਸੰਗਤ ਜੀ ਹਿੰਦੂ ਮਤ ਦੇ ਅੰਦਰ ਨਾ ਇਹ ਮਿਰਤਕ ਪ੍ਰਾਣੀ ਤੋਂ ਉਪਰੰਤ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ ਉਸ ਦੀ ਸਦਗਤੀ ਵਾਸਤੇ। ਪਰ ਮਹਾਰਾਜ ਨੇ ਸਾਨੂੰ ਗੁਰਮਤ ਦੇ ਵਿੱਚ ਤਾਂ ਸਤਿਗੁਰਾਂ ਜੀ ਨੇ ਆਖਿਆ ਹੈ ਕਿ ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ। ਮਹਾਰਾਜ ਕੀ ਕਰੀਏ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਇਹ ਮਹਾਰਾਜ ਆਗਿਆ ਕੀਤੀ ਕਿ ਭਾਈ ਗੁਰਬਾਣੀ ਦਾ ਕੀਰਤਨ ਕਰਨਾ, ਉਹ ਸਾਰੀ ਜਿਹੜੀ ਹੈ ਮਹਾਰਾਜ ਦੀ ਦਿੱਤੀ ਹੋਈ ਸਿੱਖਿਆ ਉਹਦਾ ਵਿਸਥਾਰ ਹੈ। ਹਜੂਰ ਨੇ ਸਾਨੂੰ ਪ੍ਰਾਣੀ ਦੇ ਨਿਮਿਤ ਕੀ ਆਗਿਆ ਕੀਤੀ ਹੈ, 10ਵਾਂ ਦੁਸਹਿਰਾ ਮਨਾਉਣ ਦੀ ਆਗਿਆ ਕੀਤੀ ਹੈ, ਹੋਰ ਸਾਰੀਆਂ ਸਤਿਗੁਰਾਂ ਜੀ ਨੇ ਮਰਿਆਦਾ ਸਮਝਾਈਆਂ ਹਨ। ਪਰ ਮਹਾਰਾਜ ਜੀ ਸਰੇਵੜਿਆਂ ਦੀ ਬਾਬਤ ਦੱਸਦੇ ਆ ਕਿ ਹਿੰਦੂ ਮਤ ਵਿੱਚ ਜਿਹੜੀਆਂ ਕਿਰਿਆਵਾਂ ਕੀਤੀਆਂ ਜਾਂਦੀਆਂ ਭਾਈ ਮਰਦਾਨਿਆਂ ਇਹਨਾਂ ਲਈ ਉਹ ਵੀ ਨਹੀਂ ਕੋਈ ਕਰਦਾ। ਕੀ ਕਰਦੇ ਆ ਕਿਰਿਆ ਮਹਾਰਾਜ ਦੱਸਦੇ ਹਨ। ਨਾ ਦੇਵਾ ਫਿਰ ਪੜਿਓ। ਉਹ ਨਾ ਪਿੰਡ ਨਾ ਪਤਲ ਕਿਰਿਆ। ਸਾਧ ਸੰਗਤ ਜੀ ਇੱਕ ਤਾਂ ਪਿੰਡ ਭਰਾਉਂਦੇ ਆ। ਪਿੰਡ ਭਰਾਉਣਾ ਕਿਹਨੂੰ ਕਹਿੰਦੇ ਆ? ਜਿਹੜਾ ਆਟੇ ਦਾ ਪੇੜਾ ਬਣਾ ਕਰਕੇ ਪ੍ਰਾਣੀ ਦੇ ਨਿਮਿਤ ਰੱਖਣਾ ਨਾ ਉਹਨੂੰ ਪਿੰਡ ਭਰਾਉਣਾ ਕਹਿੰਦੇ ਆ। ਤੇ ਫਿਰ ਸਾਧ ਸੰਗਤ ਜੀ ਪੱਤਲ ਕਿਹਨੂੰ ਕਹਿੰਦੇ ਆ? ਜਿਹੜਾ ਪ੍ਰਾਣੀ ਦੇ ਨਿਮਿਤ ਉਸ ਦੇ ਚੜ੍ਹਾਈ ਕਰ ਜਾਣ ਤੋਂ ਬਾਅਦ ਪੱਤਲਾਂ ਦੇ ਵਿੱਚ ਭੋਜਨ ਪਰੋਸ ਕਰਕੇ ਜਿਹੜਾ ਛਕਾਉਣਾ ਹੈ ਨਾ ਉਹਨੂੰ ਪੱਤਲ ਕਿਰਿਆ ਜਿਹੜੀ ਆ ਉਹ ਕਿਹਾ ਜਾਂਦਾ ਹੈ। ਤੇ ਜਿਹੜੀ ਕਿਰਿਆ ਹੈ ਉਹ 12ਵੀਂ 13ਵੀਂ 17ਵੀਂ ਜਿਵੇਂ ਕਰਦੇ ਆ ਸਾਨੂੰ ਸਤਿਗੁਰਾਂ ਨੇ 10ਵਾਂ ਦੁਸਹਿਰਾ ਆਗਿਆ ਕੀਤੀ ਹੈ। ਮਹਾਰਾਜ ਕਹਿੰਦੇ ਉਹਨਾਂ ਪਿੰਡ ਨਾ ਪੱਤਲ ਕਿਰਿਆ। ਇਹ ਸਰੇਵੜੇ ਜਿਹੜੇ ਹਨ ਉਹਨਾਂ ਦੇ ਲਈ ਨਾ ਤਾਂ ਕੋਈ ਪਿੰਡ ਭਰਾਉਂਦਾ ਭਾਈ ਮਰਦਾਨਿਆਂ, ਨਾ ਇਹਨਾਂ ਦੇ ਵਾਸਤੇ ਕੋਈ ਪਤਲਾ ਆਦਿਕ ਭੋਜਨ ਹੀ ਪਰੋਸਿਆ ਜਾਂਦਾ ਹੈ, ਨਾ ਕੋਈ 12ਵੀਂ 13ਵੀਂ 17ਵੀਂ ਕੋਈ ਕਿਰਿਆ ਹੀ ਕਰਦਾ ਹੈ। ਨਾ ਦੇਵਾ ਮੋਏ ਕਿਥਾਓਂ ਪਾਹੇ, ਤੇ ਨਾ ਕੋਈ ਦੀਵਾ ਹੀ ਜਗਾਉਂਦਾ ਹੈ। ਇਹ ਵੀ ਹਿੰਦੂ ਮਤ ਅਨੁਸਾਰ ਹੈ ਕਿ ਜਦੋਂ ਪ੍ਰਾਣੀ ਚੜ੍ਹਾਈ ਕਰ ਜਾਂਦਾ ਨਾ 360 ਦੀਵੇ ਜਗਾ ਕਰਕੇ ਨਾ ਉਹ ਨਦੀ ਵਿੱਚ ਤਾਰਦੇ ਆ। ਰੋਜ਼ ਇੱਕ ਦੀਵਾ ਜਿਵੇਂ ਸਾਲ ਤੱਕ ਤਾਰਦੇ ਰਹਿੰਦੇ ਆ, 360 ਦੀਵੇ ਤਾਰਦੇ ਆ। ਤੇ ਚੜ੍ਹਾਈ ਕਰ ਜਾਣ ਤੋਂ ਬਾਅਦ 10 ਦਿਨ ਉਸ ਦੇ ਨਾਂ ਦਾ ਜੀਵਾ ਜਗਾਉਂਦੇ ਆ। ਮਹਾਰਾਜ ਕਹਿੰਦੇ ਵੇਖ ਇਹੋ ਜਿਹੇ ਪੁੱਠੇ ਰਾਹ ਪਏ ਐ, ਇਹਨਾਂ ਵਾਸਤੇ ਤਾਂ ਕੋਈ ਦੀਵਾ ਵੀ ਨਹੀਂ ਜਗਾਉਂਦਾ। ਤੇ ਮੂਏ ਕਥਾਹੂ ਪਾਹੀ, ਮਰ ਕੇ ਨਾ ਕਿੱਥੇ ਜਾ ਕੇ ਪੈਣਾ? ਨਰਕਾਂ 'ਚ ਹੀ ਪੈਣਾ, ਹੋਰ ਕਿੱਥੇ ਪੈਣਾ? ਮਹਾਰਾਜ ਕਹਿੰਦੇ ਭਾਈ ਮਰ ਕੇ ਕਿੱਥੇ ਜਾ ਕੇ ਪੈਣਗੇ? ਨਰਕਾਂ 'ਚ ਹੀ ਪੈਣਗੇ। 68 ਤੀਰਥ ਦਿਨ ਨਾ ਢੋਏ, ਜਿਹੜੇ 68 ਤੀਰਥ ਹਨ ਉਹ ਵੀ ਇਹਨਾਂ ਨੂੰ ਢੋਈ ਨਹੀਂ ਦਿੰਦੇ। ਕਿਉਂਕਿ ਉੱਥੇ ਸਾਧ ਸੰਗਤ ਜੀ ਜੇ ਵੇਖੋ ਇਹੋ ਜਿਹਾ ਕੋਈ ਗੰਦਗੀ ਵਾਲਾ, ਮੰਨ ਲਓ ਕਿ ਮਹਾਰਾਜ ਦਾ ਸਥਾਨ ਸਭ ਵਾਸਤੇ ਖੁੱਲ੍ਹਾ ਹੈ ਇੱਥੇ ਗੁਰਦੁਆਰਾ ਸਾਹਿਬ, ਭਾਈ ਜੇ ਕੋਈ ਇਹੋ ਜਿਹਾ ਸਰੇਵੜਾ ਉੱਥੇ ਪੌੜੀਆਂ 'ਚ ਆ ਕੇ ਬਹਿ ਜੇ ਤੇ ਆਉਂਦਿਆਂ ਜਾਂਦਿਆਂ ਮੱਥਾ ਟੇਕਣ ਲੱਗਿਆਂ ਨੂੰ ਬੋ ਆਵੇ ਇੰਨੀ ਜ਼ਿਆਦੀ, ਤੇ ਉਹਨੂੰ ਕਹਿਣਗੇ ਭਾਈ ਤੂੰ ਜਾਂ ਤਾਂ ਨਹਾ ਕੇ ਆ, ਇੱਥੇ ਆਉਣਾ ਹੈ ਤਾਂ ਭਾਈ ਲੰਗਰ 'ਚ ਕੋਈ ਮਨਾਹੀ ਨਹੀਂ, ਤੂੰ ਆਉਣਾ ਤੇ ਆ, ਪਰ ਤੇਰੇ ਕੋਲੋਂ ਬਦਬੋ ਬਾਹਲੀ ਆਉਂਦੀ ਆ, ਆਉਂਦੇ ਜਾਂਦਿਆਂ ਨੂੰ ਤੰਗੀ ਆਉਂਦੀ ਹੈ। ਜਿਹੜੇ 68 ਤੀਰਥਾਂ ਤੇ ਨਹਾਉਣ ਵਾਲੇ ਜਗਿਆਸੂ ਆਉਂਦੇ ਆ ਉਹ ਵੀ ਕੱਢਦੇ ਉੱਥੋਂ ਵੀ ਚਲੋ ਦੌੜ ਜਾਓ ਇੱਥੋਂ, ਬੋ ਦਾ ਘਰ ਤੁਸੀਂ ਕਿੱਥੇ ਇੱਥੇ ਆ ਗਏ, ਕੱਪੜੇ ਬੋ ਮਾਰਦੇ ਆ, ਬੁਰੀ ਹਾਲਤ ਵੈ।
ਤੇ ਪ੍ਰਤੱਖ ਵੀ ਜਿਹੜੇ 68 ਤੀਰਥ ਉਹ ਵੀ ਢੋਈ ਨਹੀਂ ਦਿੰਦੇ ਮਰਨ ਤੋਂ ਬਾਅਦ, ਕਿਉਂਕਿ ਉਹ ਕਿਹੜਾ ਨਹਾਉਂਦੇ ਆ ਜਾ ਕੇ ਤੀਰਥਾਂ ਤੇ। ਬ੍ਰਾਹਮਣ ਅੰਨ ਨਾ ਖਾਹੇ। ਤੇ ਸਾਧ ਸੰਗਤ ਜੀ, ਬ੍ਰਾਹਮਣਾਂ ਦੇ ਅੰਨ ਖਾਣ ਦਾ ਪੁੰਨ ਮੰਨਿਆ ਨਾ ਕਿ ਬ੍ਰਾਹਮਣ ਅੰਨ ਖਾਂਦੇ ਤੇ ਪੁੰਨ ਹੁੰਦਾ। ਮਹਾਰਾਜ ਕਹਿੰਦੇ ਬ੍ਰਾਹਮਣ ਵੀ ਇਹਨਾਂ ਦਾ ਅੰਨ ਨਹੀਂ ਖਾਂਦੇ ਕਿ ਨਹੀਂ, ਇੰਨੇ ਗੰਦੇ, ਦਫਾ ਕਰੋ ਪਰ ਇਹਨਾਂ ਦਾ ਅੰਨ ਕੀ ਖਾਣਾ। ਆਪ ਤਾਂ ਝੂਠਾ ਮੰਗ ਖਾਂਦੇ ਐ, ਆਪ ਤਾਂ ਮੈਲਾ ਪਾਣੀ ਪੀਂਦੇ ਐ, ਆਪ ਤਾਂ ਨਹਾਉਂਦੇ ਹੀ ਨਹੀਂ, ਇੰਨੀ ਬਦਬੂ ਆਉਂਦੀ ਹੈ। ਬ੍ਰਾਹਮਣ ਵੀ ਉਹਨਾਂ ਦਾ ਅੰਨ ਨਹੀਂ ਖਾਂਦੇ। ਅਥਵਾ ਸਾਧ ਸੰਗਤ ਜੀ, ਜਿਹੜਾ ਹਨ ਬ੍ਰਾਹਮਣ ਜਿਹੜੇ ਹਨ ਉਹਨਾਂ ਦਾ ਅੰਨ ਹੁੰਦਾ ਪਵਿੱਤਰ, ਤੇ ਇਹ ਬ੍ਰਾਹਮਣਾਂ ਦਾ ਅੰਨ ਨਹੀਂ ਇਹ ਵੀ ਖਾਂਦੇ। ਕਹਿੰਦੇ ਆ ਵੀ ਸਾਨੂੰ ਜੀਵ ਮਰਨ ਦਾ ਦੋਸ਼ ਲੱਗੂਗਾ, ਆਪਾਂ ਨਹੀਂ ਖਾਣਾ। ਇਸ ਪ੍ਰਕਾਰ ਇਹ ਦੋਵੇਂ ਅਰਥ ਸਮਝਣੇ। ਤੇ ਜਿਹੜੇ ਬ੍ਰਾਹਮਣ ਹਨ ਮੁੱਖ ਅਰਥ ਇਹ ਹੈ ਵੀ ਇਹਨਾਂ ਨੂੰ ਮਲੀਨ ਜਾ ਕਰਕੇ ਇਹਨਾਂ ਦਾ ਅੰਨ ਨਹੀਂ ਖਾਂਦੇ, ਇਹ ਵੀ ਪੁੰਨ ਉਹਨਾਂ ਨੂੰ ਨਹੀਂ ਲੱਗਦਾ। ਸਦਾ ਕੁਚੇਲ ਰਹੇ ਦਿਨ ਰਾਤੇ। ਤੇ ਰਾਤ ਦਿਨ ਸਦਾ ਹੀ ਕੁਚੀਲ ਰਹਿੰਦੇ ਆ, ਮੈਲੇ ਰਹਿੰਦੇ ਆ। ਜਦੋਂ ਸਰੀਰਕ ਕਿਰਿਆ ਹੀ ਵੇਖੀਏ ਨਾ ਤੇ ਸੌਣ ਤੋਂ ਬਾਅਦ ਸਾਰੇ ਦੁਆਰੇ ਜਿਹੜੇ ਗੰਦਗੀ ਨਾਲ ਭਰ ਜਾਂਦੇ। ਇਹ ਫਿਰ ਮਹਾਰਾਜ ਸਾਨੂੰ ਆਖਿਆ ਕਿਵੇਂ ਚੂੜਾ ਕਰਨਾ, ਦਾਤਣ ਕਰਨੀ ਆ, ਅੱਖਾਂ ਗਿੱਡ ਨਾਲ ਭਰੀਆਂ, ਕੰਨ ਮੈਲ ਨਾਲ ਭਰ ਜਾਂਦੇ ਆ, ਮੂਲ ਦੁਆਰੇ ਗੰਦਗੀ ਰਿਸਦੀ ਹੈ। ਤੇ ਮਹਾਰਾਜ ਕਹਿੰਦੇ ਭਾਈ ਜਦੋਂ ਨਹਾਉਂਦੇ ਹੀ ਨਹੀਂ ਤੇ ਰਾਤ ਦਿਨ ਹਜੂਰ ਕਹਿੰਦੇ ਭਾਈ ਕੁਚੀਲ ਰਹਿੰਦੇ ਆ, ਮੈਲ ਨਾਲ ਭਰੇ ਹੀ ਰਹਿੰਦੇ ਹਨ। ਮੱਥਾ ਟਿਕੇ ਨਾਹੇ। ਤੇ ਮਸਤਕ ਦੇ ਉੱਤੇ ਇਹ ਤਿਲਕ ਜਿਹੜਾ ਹੈ ਉਹ ਵੀ ਨਹੀਂ ਲਾਉਂਦੇ। ਨਹਾਉਣ ਧੋਣ ਕੋਈ ਸੁਚਮਤਾ ਕਰਨ ਤਾਂ ਤਿਲਕ ਲਾਉਣ ਨਾ। ਮੱਥੇ ਦੇ ਉੱਤੇ ਮਹਾਰਾਜ ਕਹਿੰਦੇ ਭਾਈ ਇਹ ਤਿਲਕ ਵੀ ਨਹੀਂ ਲਾਉਂਦੇ ਹਨ। ਝੁੰਡੇ ਪਾਏ ਬਹਿਨ ਨਿਤ ਮਰਣਾ। ਤੇ ਝੁੰਡੀ ਪਾ ਕਰਕੇ ਨਾ, ਜਿਵੇਂ ਸਾਧ ਸੰਗਤ ਜੀ ਉਹ ਸਿਰ ਦੇ ਉੱਤੋਂ ਦੀ ਕੱਪੜਾ ਲੈ ਕਰਕੇ ਨਾ ਝੁੰਡੀ ਪਾਉਣਾ, ਉਹ ਵੀ ਕਹਿੰਦੇ ਜੇ ਮੰਡਲਾਕਾਰ ਹੋ ਕਰਕੇ ਗੋਲ ਘਤਾਰੇ 'ਚ ਬਹਿਣਾ, ਗੋਲਾਕਾਰ ਬਣਾ ਕੇ ਨਾ ਤੋ ਉਹ ਬਹਿ ਜਾਣਾ, ਉਹਨੂੰ ਵੀ ਝੁੰਡੀ ਪਾਉਣਾ ਕਹਿੰਦੇ ਆ। ਤੇ ਸਿਰ ਦੇ ਉੱਤੋਂ ਦੀ ਲੈ ਕੇ ਕੱਪੜਾ ਤੇ ਧੌਣ ਨੀਵੀਂ ਸੁੱਟ ਕਰਕੇ ਇਉਂ ਮਹਾਰਾਜ ਕਹਿੰਦੇ ਬੈਠੇ ਰਹਿੰਦੇ ਆ। ਜਿਵੇਂ ਮਰਨੇ ਤੇ ਨਹੀਂ ਬੀਬੀਆਂ ਜਾ ਕਰਕੇ ਜਦੋਂ ਕਿਸੇ ਮਰਗ ਤੇ ਕੋਈ ਜਾਂਦਾ ਤੇ ਕਿਵੇਂ ਬੈਠੇ ਹੁੰਦੇ ਆ, ਸਿਰ ਸੁੱਟ ਕੇ ਬੈਠੇ ਹੁੰਦੇ, ਥੱਲੇ ਸਾਰੇ ਉਪਰਾਮ ਉਦਾਸ ਹੋਏ। ਮਹਾਰਾਜ ਕਹਿੰਦੇ ਐਵੇਂ ਕਿਸੇ ਦੇ ਮਰਨੇ ਤੇ ਨਹੀਂ ਜਿਵੇਂ ਗਏ ਹੁੰਦੇ ਮਰਗ ਤੇ ਅਫਸੋਸ ਕਰਨ, ਐਵੇਂ ਭਾਈ ਮਰਦਾਨਿਆ ਝੁੰਡੀ ਪਾ ਕੇ ਨਾ ਧੌਣ ਨੀਵੀਂ ਸੁੱਟ ਕੇ ਤੇ ਬੈਠੇ ਰਹਿੰਦੇ ਆ। ਸਾਧ ਸੰਗਤ ਜੀ, ਕਈ ਸੰਗਤ ਵਿੱਚ ਵੀ ਨਾ ਇਉਂ ਆ ਕਰਕੇ ਬਹਿੰਦੇ ਆ ਤੇ ਕੀਰਤਨ ਹੁੰਦਾ, ਕਥਾ ਹੁੰਦੀ ਹੈ, ਧੌਣ ਬਿਲਕੁਲ ਸੁੱਟੀ ਥੱਲੇ ਨੂੰ ਸੁੱਟੀ ਹੁੰਦੀ ਹੈ, ਜਿਵੇਂ ਧੌਣ 'ਚ ਹੱਡੀ ਹੁੰਦੀ ਹੀ ਨਹੀਂ। ਤੇ ਲਾਗੋਂ ਕੋਈ ਸੰਗਤ ਕਰਦਾ ਜਗਾ ਦੇ ਵੀ ਤੂੰ ਕਥਾ ਸੁਣ ਰਿਹਾ ਤੇ ਉੱਠ, ਤੇ ਉਹਨੂੰ ਅੱਗੋਂ ਨਾ ਜਾਗ ਕੇ ਪਤਾ ਕੀ ਉਹ ਪ੍ਰਤੀਤ ਕਰਾਉਂਦੇ ਆ, ਮੇਰੀ ਸਮਾਧੀ ਲੱਗੀ ਸੀ, ਤੂੰ ਮੈਨੂੰ ਉਠਾਤਾ, ਮੈਂ ਤਾਂ ਬੜੀ ਸੁਰਤ ਨਾਲ ਜੁੜਿਆ ਹੋਇਆ ਸੀ, ਇਉਂ ਪ੍ਰਤੀਤ ਕਰਾਉਂਦੇ। ਇੱਥੇ ਤਖਤ ਸਾਹਿਬ ਤੇ ਕਈ ਵਾਰੀ ਹੋ ਜਾਂਦਾ ਸਤਸੰਗੀ ਨਾਲ ਬੈਠੇ ਉਹ ਜਗਾ ਦਿੰਦੇ ਆ ਕਿ ਭਾਈ ਥੋੜਾ ਜਿਹਾ ਕਥਾ ਕਰਨ ਵਾਲਿਆਂ ਨੂੰ ਤੰਗੀ ਆਉਂਦੀ ਹੈ, ਤੂੰ ਉੱਠ ਥੋੜਾ ਜਿਹਾ ਤਾਂ ਸਿਰ ਚੱਕ, ਤੇ ਉਹ ਉੱਠ ਕੇ ਇਉਂ ਪ੍ਰਤੀਤ ਕਰਾਉਂਦਾ ਕਿ ਮੈਂ ਤਾਂ ਜੁੜਿਆ ਹੋਇਆ ਸੀ, ਤੂੰ ਮੈਨੂੰ ਉਠਾਇਆ। ਸਾਧ ਸੰਗਤ ਜੀ, ਇਹ ਸਮਾਧੀ ਦਾ ਧਰਮ ਨਹੀਂ ਹੈ ਝੁੰਡੀ ਪਾਉਣੀ। ਜਿਨ੍ਹਾਂ ਨੇ ਅੰਦਰ ਰਸ ਆਉਂਦਾ ਨਾ ਉਹਨਾਂ ਦੇ ਚਿਹਰਿਆਂ ਤੇ ਲਾਲੀਆਂ ਚੜ੍ਹਦੀਆਂ ਨੇ, ਉਹਨਾਂ ਨੂੰ ਧੌਣ ਐਨ ਸਿੱਧੀ ਰਹਿੰਦੀ ਹੈ, ਇਕਾਗਰ ਚਿੱਤ ਰਹਿੰਦੇ ਹੈ ਤੇ ਅੰਦਰ ਰਸ ਨਾਲ ਭਰਿਆ ਹੁੰਦਾ ਹੈ। ਤੇ ਜਿਹਨੂੰ ਆਉਂਦਾ ਆਲਸ, ਜਿਹਨੂੰ ਆਉਂਦੀ ਹੈ ਨੀਂਦ, ਉਹਦੀ ਗਰਦਨ ਕਿੱਥੇ ਫਿਰ ਸਿੱਧੀ ਰਹਿ ਸਕਦੀ ਹੈ। ਉਹ ਤਾਂ ਝੁੰਡੀ ਪਾ ਲੈਂਦੇ ਥੱਲੇ ਨੂੰ, ਉਹ ਡਿੱਗੀ ਹੁੰਦੀ ਹੈ, ਜਾ ਠੋਡੀ ਧੌਣ ਦੇ ਥੱਲੇ ਛਾਤੀ ਨਾਲ ਜਾ ਲੱਗਦੀ ਹੈ। ਤੇ ਕਈ ਵਾਰੀ ਤਾਂ ਘਰਾੜੇ ਵੀ ਵੱਜ ਜਾਂਦੇ, ਇਹੋ ਜੀ ਹਾਲਤ ਹੁੰਦੀ। ਤਾਂ ਮਹਾਰਾਜ ਕਹਿੰਦੇ ਭਾਈ ਸਰੇਵੜਿਆਂ ਵਾਂਗੂ ਨਹੀਂ ਬਹਿਣਾ ਚਾਹੀਦਾ ਸੰਗਤ ਦੇ ਵਿੱਚ। ਸੰਗਤ ਤਾਂ ਗੁਰਸਿੱਖਾਂ ਵਾਂਗੂ ਗੁਰਮੁਖੀ ਚੌਂਕੜੀ ਲਾ ਕਰਕੇ ਤੇ ਫਿਰ ਇਕਾਗਰ ਚਿੱਤ ਹੋ ਕਰਕੇ ਕਥਾ ਕੀਰਤਨ ਦੇ ਵਿੱਚ ਬਿਰਤੀ ਟਿਕਾਉਣੀ ਚਾਹੀਦੀ ਹੈ। ਜੇ ਬਾਹਰੋਂ ਸਰੀਰ ਦੀ ਇਕਾਗਰ ਦਾ ਧਰਮ ਨਹੀਂ ਪਾਲਿਆ ਤੇ ਅੰਦਰ ਸਾਧ ਸੰਗਤ ਜੀ ਫਿਰ ਕੀ ਇਕਾਗਰਤਾ ਆਉਣੀ ਹੈ। ਤੋ ਹਜੂਰ ਫਰਮਾਉਂਦੇ ਹਨ, ਫਿਰ ਪੜ੍ਹਦੇ ਹੋ, ਝੁੰਡੇ ਪਾਏ ਬਹਿਨ ਨਿਤ ਮਰਣਾ। ਇਹ ਝੁੰਡੀ ਪਾ ਕੇ ਮਹਾਰਾਜ ਕਹਿੰਦੇ ਸਿਰ ਦੇ ਉੱਤੋਂ ਦੀ ਕੱਪੜਾ ਲੈ ਕਰਕੇ ਤੇ ਗੋਲ ਘਤਾਰਾ ਜਿਹਾ ਬਣਾ ਕਰਕੇ ਬਹਿ ਜਾਂਦੇ ਆ। ਇਉਂ ਬਹਿੰਦੇ ਆ ਜਿਵੇਂ ਕਿਸੇ ਦੇ ਮਰਗ ਤੇ ਆਏ ਹੋਣ, ਬੜੇ ਅਫਸੋਸ ਨਾਲ ਬੈਠੇ ਹੁੰਦੇ ਆ। ਤੇ ਉਹ ਬਹਿੰਦੇ ਆ ਕਿ ਅਸੀਂ ਬੜਾ ਜ਼ਿਆਦਾ ਜਿਵੇਂ ਜੁੜੇ ਹੋਏ ਆ। ਮਹਾਰਾਜ ਕਹਿੰਦੇ ਭਾਈ ਇਉਂ ਜਿਹੜਾ ਹੈ ਉਹ ਝੁੰਡੀ ਪਾ ਕਰਕੇ ਬਹਿ ਜਾਂਦੇ ਜਿਵੇਂ ਮਰਗ ਤੇ ਬੀਬੀਆਂ ਅਫਸੋਸ ਕਰਦੀਆਂ ਜਾ ਕਰਕੇ। ਦੜ ਦੀਵਾਨ ਨਾ ਜਾਹੇ। ਤੇ ਦੀਵਾਨ ਜਿਹੜਾ ਮਹਾਰਾਜ ਕਹਿੰਦੇ ਸਭਾ ਹੈ ਸਤ ਸੰਗਤ ਦੀ, ਉੱਥੇ ਨਹੀਂ ਜਾਂਦੇ।
ਜਿੱਥੇ ਸਤ ਸੰਗਤ ਹੁੰਦੀ ਹੈ, ਕਥਾ ਹੁੰਦੀ ਹੈ, ਕੀਰਤਨ ਹੁੰਦਾ ਹੈ, ਉੱਥੇ ਨਹੀਂ ਜਾਂਦੇ। ਉੱਥੇ ਤਾਂ ਮਹਾਰਾਜ ਕਹਿੰਦੇ ਅੰਦਰ ਹੀ ਦੜ ਜਾਂਦੇ ਆ, ਅੰਦਰ ਹੀ ਗੁਪਤ ਹੋ ਜਾਂਦੇ ਆ, ਦੜ ਜਾਂਦੇ, ਉੱਥੇ ਹੀ ਸਹਿਮ ਜਾਂਦੇ। ਨਾ ਨਾ ਕਹਿੰਦੇ ਉੱਥੇ ਨਹੀਂ ਜਾਣਾ, ਦੜ ਦੀ ਬਾਣ ਨਾ ਜਾਹੀ, ਦੜ ਜਾਂਦੇ, ਅੰਦਰ ਹੀ ਵੜ ਜਾਂਦੇ ਆ, ਸਤ ਸੰਗਤ ਰੂਪੀ ਦੀਵਾਨ ਸਭਾ ਵਿੱਚ ਨਹੀਂ ਜਾਂਦੇ ਹਨ। ਲੱਕੇ ਕਾਸੇ ਹੱਥੇ ਫੁੰਮਣ। ਹੋਰ ਕੀ ਹੁੰਦਾ ਉਹਨਾਂ ਦੇ ਲੱਕ ਨਾਲ ਕਮਰ ਕੱਸੇ ਵਿੱਚ ਉਹਨਾਂ ਨੇ ਸਾਧ ਸੰਗਤ ਜੀ ਲੱਕੜ ਦਾ ਇੱਕ ਕਾਸਾ ਹੁੰਦਾ ਤੂੰਬਾ, ਉਹ ਬੰਨਿਆ ਹੁੰਦਾ ਹੈ ਪਾਣੀ ਦੇ ਪੀਣ ਨੂੰ। ਤੇ ਇਸ ਪ੍ਰਕਾਰ ਹੱਥੀਂ ਫੁੰਮਣ, ਤੇ ਹੱਥਾਂ ਦੇ ਅੰਦਰ ਸੂਤ ਦੇ ਝਾੜੂ ਹੁੰਦੇ ਆ। ਤੇ ਉਹਨਾਂ ਨਾਲ ਕੀ ਕਰਦੇ ਆ ਕਿ ਰਾਹ ਦੇ ਅੰਦਰ ਨਾ ਕੋਈ ਕੀੜਾ ਨਾ ਆ ਕੇ ਥੱਲੇ ਪੈਰਾਂ ਦੇ ਮਰ ਜੇ। ਇਸ ਕਰਕੇ ਉਹ ਜਿਹੜੇ ਸੂਤ ਦੇ ਝਾੜੂ ਹੱਥਾਂ ਵਿੱਚ ਫੁੰਮਣ ਪਕੜੇ ਹੁੰਦੇ ਆ ਨਾ, ਉਹਨਾਂ ਨਾਲ ਕੀੜਾ, ਕੋਈ ਇੱਧਰ ਕੀੜੀ ਹੋਵੇ, ਇੱਧਰ ਉੱਧਰ ਕਰਦੇ ਹੋਏ ਜਿਹੜੇ ਉਹ ਲੰਘਦੇ ਆ। ਸੋ ਲੱਕੀ ਕਾਸੇ ਹੱਥੀਂ ਫੁੰਮਣ, ਲੱਕ ਦੇ ਨਾਲ ਕਾਸੇ ਉਹ ਲੱਕੜ ਦੇ ਬੰਨੇ ਹੁੰਦੇ ਆ, ਤੇ ਹੱਥਾਂ ਵਿੱਚ ਉਹ ਸੂਤ ਦੇ ਝਾੜੂ ਫੁੰਮਣਾਂ ਦੀ ਤਰ੍ਹਾਂ ਲਟਕਾਏ ਹੁੰਦੇ ਆ, ਜਿਵੇਂ ਫੁੱਲ ਲਟਕਦੇ ਹੁੰਦੇ ਆ। ਅਗੋਂ ਪਿੱਛੇ ਜਾਹੇ। ਤੇ ਜਦੋਂ ਤੁਰਦੇ ਆ ਨਾ, ਇਹ ਐਵੇਂ ਇਕੱਠੇ ਹੋ ਕੇ ਨਹੀਂ ਤੁਰਦੇ। ਮਹਾਰਾਜ ਕਹਿੰਦੇ ਅੱਗੜ ਪਿਛੜ ਤੁਰਦੇ ਆ। ਤੇ ਵੇਖ ਵੀ ਲਿਓ ਕਿਤੇ ਸਰੇਵੜਿਆਂ ਨੂੰ, ਉਹ ਕਿਉਂ ਇਉਂ ਤੁਰਦੇ ਆ। ਅੱਗੇ ਅੱਗੇ ਗੁਰੂ ਤੁਰਦਾ, ਤੇ ਜਿੱਥੇ ਜਿੱਥੇ ਗੁਰੂ ਪੈਰ ਧਰਦਾ ਨਾ, ਉਹਦੇ ਪਿੱਛੇ ਪਿੱਛੇ ਪੈਰ ਧਰਦੇ ਆ, ਉੱਥੇ ਉੱਥੇ ਉਹਦੀ ਪੈੜ ਦੇ ਅੰਦਰ। ਉਹ ਅੱਗੇ ਅੱਗੇ ਜਾਂਦਾ ਤੇ ਉਹ ਪਿੱਛੇ ਪਿੱਛੇ ਪੈਰ ਧਰਦੇ ਆ ਕਿ ਜੇ ਕੋਈ ਜੀਵ ਮਰ ਵੀ ਜਾਏ ਤੇ ਪਾਪ ਗੁਰੂ ਨੂੰ ਲੱਗੇ, ਸਾਨੂੰ ਨਾ ਲੱਗੇ। ਇਸ ਕਰਕੇ ਅੱਗੋਂ ਪਿੱਛੀ ਜਾਹੀ। ਅੱਗੋਂ ਪਿਛੜ ਜਿਹੜੇ ਆ ਨਾ, ਅੱਜ ਜਿਵੇਂ ਜਿਹੜੇ ਸਾਧ ਸੰਗਤ ਜੀ ਗਸ਼ਤ ਕਰਦੇ ਹੁੰਦੇ ਆ ਨਾ, ਪੁਲਿਸ ਕਈ ਵਾਰੀ ਜਦੋਂ, ਤੇ ਉਹਨਾਂ ਨੂੰ ਵੀ ਹਦਾਇਤਾਂ ਹੁੰਦੀਆਂ ਸੇਫਟੀ ਦੇ ਪੱਖ ਤੋਂ ਕਿ ਤੁਸੀਂ ਜਿਹੜਾ ਹੈ ਬਰਾਬਰ ਹੋ ਕੇ ਨਹੀਂ ਤੁਰਨਾ, ਕਿਉਂਕਿ ਦੁਸ਼ਮਣ ਜੇ ਮਾਰੇ ਤੇ ਇਕੱਠੇ ਹੀ ਮਰ ਜਾਓਗੇ ਸਾਰੇ। ਤੇ ਇਉਂ ਉਹ ਕਤਾਰ ਬਣਾ ਕਰਕੇ, ਲਾਈਨ ਬਣਾ ਕਰਕੇ ਤੁਰਦੇ ਆ। ਇਸ ਤਰ੍ਹਾਂ ਇਹ ਲਾਈਨ ਬਣਾ ਕਰਕੇ ਜਾਂਦੇ ਆ, ਇੱਕ ਅੱਗੇ ਹੁੰਦਾ, ਉਦੋਂ ਪਿੱਛੇ, ਫਿਰ ਉਸ ਤੋਂ ਪਿੱਛੇ, ਉਸ ਤੋਂ ਪਿੱਛੇ, ਐਵੇਂ ਪੈਰਲਲ ਬਰਾਬਰ ਹੋ ਕੇ ਨਹੀਂ ਇਹ ਤੁਰਦੇ। ਮਹਾਰਾਜ ਕਹਿੰਦੇ ਅੱਗੋਂ ਪਿੱਛੀ ਜਾਹੀ। ਅੱਗੇ ਪਿੱਛੇ ਲੱਗ ਕਰਕੇ ਨਾ ਗੁਰੂ ਨੂੰ ਲਾ ਲੈਂਦੇ ਅੱਗੇ, ਤੇ ਉਹਦੇ ਪਿੱਛੇ ਪੈੜ ਵਿੱਚ ਪੈਰ ਧਰਦੇ ਹੋਏ ਜਾਂਦੇ ਆ। ਇਉਂ ਮਹਾਰਾਜ ਕਹਿੰਦੇ ਭਾਈ ਇਹ ਤੁਰਦੇ ਆ ਰਸਤੇ ਵਿੱਚੋਂ। ਉਹ ਹੱਥਾਂ 'ਚ ਫੁੰਮਣ ਜਿਹੜੇ ਝਾੜੂ ਸੂਤ ਦੇ ਪਕੜੇ ਹੁੰਦੇ, ਉਹਨਾਂ ਨਾਲ ਕੀੜੇ ਮਕੌੜੇ ਹਟਾਉਂਦੇ ਜਾਂਦੇ ਆ। ਨਾ ਓਏ ਜੋਗੇ ਨਾ ਓਏ ਜੰਗਮ। ਨਾ ਤਾਂ ਮਹਾਰਾਜ ਕਹਿੰਦੇ ਜਿਹੜੇ ਸਰੇਵੜੇ ਹਨ, ਗੋਰਖ ਮਤ ਦਾ ਜੋਗ ਪੰਥ ਹੈ ਨਾ ਤਾਂ ਮਹਾਰਾਜ ਕਹਿੰਦੇ ਇਹ ਜੋਗੀ ਆ ਭਾਈ ਮਰਦਾਨੇ ਆ। ਇਹਨਾਂ ਨੂੰ ਕੋਈ ਸਮਝ ਲੈ ਕੇ ਜੋਗੀ ਹੋਣੇ ਆ, ਕਈ ਸਮਝ ਲੈਂਦੇ ਵੇਲੇ ਜੋਗੀ ਆ। ਮਹਾਰਾਜ ਕਹਿੰਦੇ ਨਾ ਓਏ ਜੋਗੀ ਨਾ ਓਏ ਜੰਗਮ। ਜਿਹੜੇ ਜੰਗਮ ਹੈ ਉਹ ਸਿਰ ਦੇ ਉੱਤੇ ਖੰਭ ਬੰਨੇ ਹੁੰਦੇ, ਮੋਰ ਖੰਭ ਉਹਨਾਂ ਨੇ, ਤੇ ਉੱਚੇ ਤਿੱਖੇ ਤਿੱਖੇ ਤਾਂ ਨੂੰ ਜੂੜੇ ਕੀਤੇ ਹੁੰਦੇ ਆ, ਤੇ ਹੱਥ ਵਿੱਚ ਉਹਨਾਂ ਨੇ ਟੱਲੀਆਂ ਪਕੜੀਆਂ ਹੁੰਦੀਆਂ। ਜਿਹੜੀ ਸਾਧ ਸੰਗਤ ਜੀ ਸਤੀ ਸੀ ਨਾ, ਉਹਨੇ ਜਿਹੜਾ ਸੀ ਰਾਮਚੰਦਰ ਜੀ ਦੀ ਪਰਖ ਕਰਨ ਲਈ ਤੇ ਸੀਤਾ ਦਾ ਰੂਪ ਧਾਰਿਆ, ਤੇ ਰਾਮਚੰਦਰ ਜੀ ਡੋਲੇ ਨਹੀਂ, ਜਿਵੇਂ ਪੁਰਾਣਕ ਕਥਾ ਆਉਂਦੀ ਹੈ। ਤੇ ਉਹ ਫਿਰ ਸ਼ਿਵਾ ਨੇ ਗੁੱਸਾ ਕੀਤਾ ਕਿ ਮੈਂ ਤਾਂ ਲక్ష్ਮੀ ਦਾ ਅਵਤਾਰ ਹੈ ਸੀਤਾ, ਤੇ ਮੈਂ ਉਹਨਾਂ ਨੂੰ ਮਾਤਾ ਮੰਨਦਾ, ਤੂੰ ਇਹ ਚੰਗੀ ਗੱਲ ਨਹੀਂ ਕੀਤੀ। ਫਿਰ 10 ਪ੍ਰਜਾਪਤ ਦੇ ਹਮਨ ਕੁੰਡ ਵਿੱਚ ਸਤੀ ਹੋ ਗਈ ਸੀ। ਫਿਰ ਹਿਮਾਲਿਆ ਦੇ ਘਰ ਵਿੱਚ ਇਹਨੇ ਜਨਮ ਲਿਆ ਸੀ, ਤੇ ਪਾਰਬਤੀ ਦੇ ਰੂਪ ਵਿੱਚ ਜਦੋਂ ਜਨਮ ਲਿਆ, ਫਿਰ ਇਹਨੂੰ ਪਰਖਣ ਲਈ ਆ ਕਰਕੇ ਨਾਰਦ ਨੇ ਕਿਹਾ ਕਿ ਤੂੰ ਪਾਰਬਤੀ ਕਿਸੇ ਹੋਰ ਨੂੰ ਵਰ ਲੈ, ਸ਼ਿਵਾ ਨੂੰ ਕੀ ਕਰਨਾ, ਉਹ ਤਾਂ ਸੱਪ ਲੜਾਉਂਦਾ, ਅੱਕ ਧਤੂਰਾ ਖਾਂਦਾ, ਪਿੰਡੇ ਤੇ ਸਵਾਹ ਮਲਦਾ, ਤੂੰ ਕੀ ਲੈਣਾ ਉਹਦੇ ਤੋਂ। ਕਹਿਣ ਲੱਗੀ ਕਿ ਜਨਮ ਜਨਮ ਕੀ ਰਗਰ ਹਮਾਰੀ, ਬਰੋਂ ਸੁੰਭ ਨਤ ਰਹੋ ਕੁਵਾਰੀ। ਇਹ ਫਿਰ ਜਦੋਂ ਸ਼ਿਵਜੀ ਦੇ ਉਹਨੂੰ ਵਰਿਆ ਨਾ, ਤੇ ਸ਼ਿਵਜੀ ਦੇ ਵਿਆਹ ਸਮੇਂ ਜਿਨ੍ਹਾਂ ਨੇ ਸ਼ਿਵਜੀ ਦੇ ਵਿਆਹ ਦੇ ਗੀਤ ਗਾਏ ਨਾ, ਉਹਨਾਂ ਨੂੰ ਜੰਗਮ ਪੰਥ ਕਿਹਾ ਜਾਂਦਾ। ਸਾਧ ਸੰਗਤ ਜੀ ਉਹ ਟੱਲੀਆਂ ਵਜਾਉਂਦੇ ਹੋਏ ਸ਼ਿਵਜੀ ਦਾ ਵਿਆਹ ਗਾਉਂਦੇ ਆ। ਇਹੀ ਪੰਕਤੀ ਉਹ ਪਤਾ ਨਹੀਂ ਲੱਗਦਾ ਸੁਣਨ ਵਾਲੇ ਨੂੰ, ਤੇ ਉਹਦਾ ਇਹੀ ਪੰਕਤੀ ਪੜ੍ਹਦੇ ਹੁੰਦੇ ਆ, ਜਨਮ ਜਨਮ ਕੀ ਰਗਰ ਹਮਾਰੀ, ਬਰੋਂ ਸੁੰਭ ਨਤ ਰਹੋ ਕੁਵਾਰੀ। ਇਹ ਪੰਕਤੀ ਬਾਹਲੀ ਪੜ੍ਹਦੇ ਹਰੇਕ ਟੱਪੇ ਦੇ ਨਾਲ। ਤਾਂ ਮਹਾਰਾਜ ਕਹਿੰਦੇ ਭਾਈ ਉਹ ਜੰਗਮ ਵੀ ਨਹੀਂ ਹਨ, ਇਹ ਨਾ ਹੋਏ ਜੋਗੀ ਨਾ ਹੋਏ ਜੰਗਮ। ਨਾ ਜੋਗੀਆਂ ਦੇ ਪੰਥ ਚੋਂ ਨਾ ਜੰਗਮ ਦੇ ਜਿਹੜੇ ਸ਼ਿਵਾ ਦਾ ਵਿਆਹ ਗਾਉਂਦੇ ਟੱਲੀਆਂ ਵਜਾਉਂਦੇ ਉਹ ਵੀ ਨਹੀਂ ਹਨ। ਨਾ ਓਏ ਕਾਜੇ ਮੁੱਲਾ। ਨਾ ਮਹਾਰਾਜ ਕਹਿੰਦੇ ਭਾਈ ਇਹ ਕਾਜੀ ਆ ਜਿਹੜੇ ਸ਼ਰ੍ਹਾ ਦੀ ਵਿਵਸਥਾ ਦੱਸਦੇ ਆ, ਤੇ ਮੁੱਲਾ ਜਿਹੜੇ ਮੁਲਾਨੇ ਪੜਾਉਂਦੇ ਆ ਬੱਚਿਆਂ ਨੂੰ। ਨਾ ਮਹਾਰਾਜ ਕਹਿੰਦੇ ਭਾਈ ਇਹ ਕਾਜੀਆਂ ਦੇ ਪੰਥ ਚ ਆਉਂਦੇ ਆ, ਨਾ ਹੀ ਇਹ ਮੁੱਲਾ ਹਨ ਜਿਹੜੇ ਪੜਾਉਣ ਵਾਲੇ ਹੁੰਦੇ ਬੱਚਿਆਂ ਨੂੰ।
ਦਈਏ ਵਿਗੋਏ ਫਿਰ ਹੈ ਵਿਗੋਤੇ। ਦਈਏ ਜੋ ਪ੍ਰੇਰਕ ਪਰਮੇਸ਼ਰ ਹੈ ਨਾ, ਉਹਦੇ ਵੱਲੋਂ ਮਹਾਰਾਜ ਕਹਿੰਦੇ ਵਿਗੋਏ ਭੁੱਲੇ ਹੋਏ ਆ। ਤੇ ਇਸ ਪ੍ਰਕਾਰ ਮਹਾਰਾਜ ਕਹਿੰਦੇ ਵਿਗੁੱਤੇ ਖਰਾਬ ਹੁੰਦੇ ਫਿਰਦੇ ਆ। ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਭਟਕਦੇ ਹੀ ਫਿਰਦੇ ਰਹਿੰਦੇ ਆ। ਫਿਰ ਅਰਥ ਆਖਰੀ ਸੁਣਨੇ ਇਸ ਪੰਕਤੀ ਦੇ, ਪੜੋ ਫਿਰ। ਦਈਏ ਵਿਗੋਏ ਫਿਰ ਹੈ ਵਿਗੋਤੇ। ਦਈਏ ਵਿਗੋਏ, ਦਈਏ ਜੋ ਪ੍ਰੇਰਕ ਹੈ ਪਰਮੇਸ਼ਰ, ਉਹਦੇ ਵੱਲੋਂ ਵਿਗੋਏ ਭੁੱਲੇ ਹੋਏ ਆ ਤੇ ਫਿਰ ਇਹ ਵਿਗੁੱਤੇ ਫਿਰ ਰਹੇ ਆ ਸਾਧ ਸੰਗਤ ਜੀ ਭਟਕਦੇ ਹੋਏ। ਇਸ ਪ੍ਰਕਾਰ ਖਰਾਬ ਹੁੰਦੇ, ਵਿਗੁੱਤੇ ਦਾ ਅਰਥ ਹੁੰਦਾ ਖਰਾਬ ਹੋਣਾ, ਖਰਾਬ ਹੁੰਦੇ ਭਟਕਦੇ ਫਿਰਦੇ ਆ। ਫਿੱਟਾਂ ਵਤੈ ਗੱਲਾਂ, ਗੱਲਾਂ ਕਹਿੰਦੇ ਆ ਟੋਲੇ ਨੂੰ, ਗੱਲਾਂ। ਤੇ ਮਹਾਰਾਜ ਕਹਿੰਦੇ ਇਹਨਾਂ ਦਾ ਜਿਹੜਾ ਟੋਲਾ ਹੈ ਨਾ, ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਫਟਕਾਰਿਆ ਹੋਇਆ ਹੀ ਫਿਰ ਰਿਹਾ ਹੈ। ਬੱਤੇ ਦਾ ਅਰਥ ਹੁੰਦਾ ਫਿਰਨਾ। ਇਹ ਮਹਾਰਾਜ ਕਹਿੰਦੇ ਫਟਕਾਰਿਆ ਹੋਇਆ, ਜਿਵੇਂ ਫਟਕਾਰਿਆ ਹੀ ਹੈ ਨਾ, ਕੀ ਇਹੋ ਜੀ ਬੁਰੀ ਹਾਲਤ ਸਰੀਰ ਦੀ ਕਰ ਛੱਡਦੇ ਆ। ਤੇ ਦੂਸਰਾ ਅਰਥ ਮਹਾਰਾਜ ਕਹਿੰਦੇ ਫਿੱਟ ਅਵੱਤਾ ਗੱਲਾਂ। ਇਹ ਕੰਨੇ ਵਿੱਚੋਂ ਸਾਧ ਸੰਗਤ ਜੀ ਐੜਾ ਕੱਢੀਦਾ ਹੈ ਦੂਸਰੇ ਅਰਥ ਵਾਸਤੇ। ਮਹਾਰਾਜ ਕਹਿੰਦੇ ਭਾਈ ਇਹ ਫਿੱਟੇ ਹੋਏ ਆ ਤੇ ਅਵੱਤਾ ਅਵੈੜਤਾਈ ਵਾਲੀਆਂ ਪੁੱਠੀਆਂ ਹੀ ਗੱਲਾਂ ਸਾਰੀਆਂ ਮਹਾਰਾਜ ਕਹਿੰਦੇ ਭਾਈ ਇਹ ਕਰਦੇ ਆ। ਗੱਲ ਕੋਈ ਵੀ ਇਹਨਾਂ ਦੀ ਸਿੱਧੀ ਨਹੀਂ। ਸਿੱਧੀ ਹੈ ਗੱਲ, ਇਹ ਹੱਥਾਂ 'ਚ ਫੁੰਮਣ ਪਾਉਣੇ, ਲੱਕ ਨਾਲ ਉਹ ਕਾਸਾ ਬੰਨ ਛੱਡਣਾ, ਨਹਾਉਣਾ ਹੀ ਨਾ, ਸਿਰ ਦੇ ਕੇਸ ਮਹਾਰਾਜ ਦੀ ਜਿਹੜੀ ਮੋਹਰ ਹੈ ਨਿਰੰਕਾਰ ਦਾ ਭਾਣਾ ਮੰਨਣ ਦੇ ਪ੍ਰਤੀਕ ਹਨ ਕੇਸ, ਉਹ ਪੁੱਟ ਛੱਡਦੇ ਆ। ਮਹਾਰਾਜ ਕਹਿੰਦੇ ਭਾਈ ਇਹ ਸਾਰੇ ਪੁੱਠੇ ਕੰਮ ਹੀ ਕਰਦੇ ਆ ਤੇ ਪੁੱਠੀਆਂ ਹੀ ਗੱਲਾਂ ਸਾਰੀਆਂ ਕਰਦੇ ਹਨ। ਜੀਆਂ ਮਾਰ ਜੀਵਾਲੇ ਸੋਏ। ਹਜ਼ੂਰ ਕਹਿੰਦੇ ਜੀਆਂ ਨੂੰ ਮਾਰਨ ਵਾਲਾ ਤੇ ਜੀਵਾਂ ਨੂੰ ਜਾਨ ਦੇਣ ਵਾਲਾ, ਜੀਵਨ ਦਾਨ ਦੇਣ ਵਾਲਾ ਸੋਈ ਉਹ ਹੀ ਹੈ ਪਰਮੇਸ਼ਰ ਵਾਹਿਗੁਰੂ। ਇਹ ਕੌਣ ਹਨ? ਇਹ ਕਹਿੰਦੇ ਜੀ ਜਲ ਚ ਵੜਨ ਨਾਲ ਜੀਵ ਹੱਤਿਆ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਜੀਆਂ ਨੂੰ ਮਾਰਨ ਵਾਲਾ ਤੇ ਜੀਆਂ ਨੂੰ ਜੀਵਾਲਣ ਵਾਲਾ ਉਹ ਭਾਈ ਪਰਮੇਸ਼ਰ ਆਪ ਹੈ ਵਾਹਿਗੁਰੂ। ਅਵਰ ਨਾ ਕੋਈ ਰੱਖੈ, ਹੋਰ ਕੋਈ ਮਹਾਰਾਜ ਕਹਿੰਦੇ ਰੱਖਿਆ ਕਰਨ ਵਾਲਾ ਨਹੀਂ ਹੈ ਜੀਵ ਦੀ। ਦਾਨ ਹੋਤਾ ਇਸ਼ਨਾਨ ਹੋਵੰਜੈ। ਇਹ ਦਾਨ ਕਰਨ ਤੋਂ ਤੇ ਇਸ਼ਨਾਨ ਕਰਨ ਤੋਂ ਮਹਾਰਾਜ ਕਹਿੰਦੇ ਸਖਣੇ ਹੀ ਰਹਿ ਗਏ ਆ। ਨਾ ਇਸ਼ਨਾਨ ਕਰਦੇ ਆ, ਦਾਨ ਇਹਨਾਂ ਦੇਣਾ ਹੀ ਕੀ ਹੈ, ਪੱਲੇ ਕੱਖ ਨਹੀਂ ਜਦੋਂ ਦਾਨ ਕੀ ਕਰਨਾ ਹੈ। ਆਪ ਤਾਂ ਝੂਠਾ ਮੰਗ ਮੰਗ ਕੇ ਖਾਂਦੇ ਆ। ਮਹਾਰਾਜ ਕਹਿੰਦੇ ਭਾਈ ਖੁੱਸ ਗਏ ਆ ਇਸ਼ਨਾਨ ਕਰਨ ਤੋਂ ਤੇ ਦਾਨ ਕਰਨ ਤੋਂ। ਭਸ ਪਏ ਸਿਰ ਖੁਥਾ, ਤੇ ਸਿਰ ਖੁਹਾ ਲੈਂਦੇ ਆ, ਸਿਰ ਦੇ ਕੇਸ ਸਾਰੇ ਪਟਾ ਲੈਂਦੇ ਆ ਤੇ ਸਵਾਹ ਸਿਰ ਚ ਪਾ ਛੱਡਦੇ ਆ। ਪਾਣੀ ਵਿੱਚ ਹਾਂ ਰਤਨ ਉਪਾਨੇ। ਸਾਧ ਸੰਗਤ ਜੀ ਸ਼ਬਦ ਤਾਂ ਭਾਵੇਂ ਚਾਲ ਨਾਲ ਚੱਲਦਾ ਜਾ ਰਿਹਾ, ਪਰ ਕਰਨ ਦੇ ਮੁਤਾਬਕ ਇੱਥੇ ਹੁਣ ਮਹਾਰਾਜ ਜਿਹੜੇ ਪਾਣੀ ਨੂੰ ਇਹ ਨਹੀਂ ਠੀਕ ਸਮਝਦੇ, ਜਿਸ ਪਾਣੀ ਵਿੱਚ ਵੜਦੇ ਨਹੀਂ ਏ, ਜਿਸ ਪਾਣੀ ਤੋਂ ਸੰਗਦੇ ਆ, ਅੱਗੇ ਸਾਰੀ ਮਹਾਰਾਜ ਪਾਣੀ ਦੀ ਸਿਫਤ ਦੱਸਦੇ ਆ ਕਿ ਪਾਣੀ ਦੇ ਗੁਣ ਕੀ ਹਨ, ਪਾਣੀ ਤੋਂ ਲਾਭ ਕੀ ਹੈ ਜੀਆਂ ਨੂੰ। ਤੇ ਇਸ ਕਰਕੇ ਪ੍ਰਕਰਨ ਮਰਜ਼ਾਦਾ ਮੁਤਾਬਕ ਤਾਂ ਸ਼ਬਦ ਸੰਪੂਰਨ ਕਰਨਾ ਚਾਹੀਦਾ ਸੀ, ਪਰ ਸਮਾਂ ਹੁਣ ਆਗਿਆ ਨਹੀਂ ਦਿੰਦਾ। ਤੇ ਆਪਾਂ ਕੱਲ ਨੂੰ, ਕਿਉਂਕਿ ਇੱਥੇ ਪ੍ਰਕਰਨ ਪਾਣੀ ਦਾ ਤੁਰ ਪੈਣਾ ਹੈ, ਮਹਾਰਾਜ ਸਾਹਿਬ ਜੀ ਦੱਸਣਗੇ ਕਿ ਜਿਸ ਪਾਣੀ ਤੋਂ ਸੰਗਦੇ ਉਸ ਪਾਣੀ ਦਾ ਕੀ ਲਾਭ ਹੈ, ਪਾਣੀ ਤੋਂ ਕੀ ਪਵਿੱਤਰਤਾ ਪ੍ਰਾਪਤ ਹੁੰਦੀ ਹੈ। ਇਹ ਜਿਵੇਂ ਮਹਾਰਾਜ ਜੀ ਦੱਸਣਗੇ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਜ ਇੱਥੇ ਤੱਕ ਤੇ ਸੰਖੇਪ ਰੂਪ ਵਿੱਚ ਜੋ ਅੱਜ ਕਥਾ ਹੋਈ ਮੈਂ ਕੱਲ ਜ਼ਰੂਰ ਬੇਨਤੀ ਕਰਾਂਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਸਤਿਗੁਰੂ ਜੀ ਦਾ ਅੰਮ੍ਰਿਤ ਉਪਦੇਸ਼ ਸਾਡੇ ਹਿਰਦੇ 'ਚ ਵਸੇ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਜੀਆਂ ਮਾਰ ਜਿਵਾਲੇ ਸੋਏ, ਅਵਰ ਨਾ ਕੋਈ ਰੱਖੈ। ਦਾਨ ਹੋਤਾ ਇਸ਼ਨਾਨ ਹੋਵੰਜੈ, ਭਸ ਪਏ ਸਿਰ ਖੁਥੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏ ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ। हे पूरन